ਮਤਲਬ ਇਹ ਖੁਸ਼ਕਿਸਮਤੀ ਹੈ ਮੈਂ ਸਮਝਦਾ ਇਨਸਾਨ ਦੀ। ਇੱਕ ਤਾਂ ਦੋਹੇ 60 ਸਾਲ ਤੋਂ ਬਾਅਦ ਦੋਹਾਂ ਦੀ ਸਿਹਤ ਹੈ ਜਿਹੜੀ ਉਹ ਵਧੀਆ ਰਵੇ। 60 ਸਾਲ ਤੋਂ ਬਾਅਦ ਆਮ ਤੌਰ ਤੇ ਲੋਕ ਇਹ ਸਮਝਦੇ ਵੀ ਹੁਣ ਸਾਡੀ ਜ਼ਿੰਦਗੀ ਖਤਮ ਹੋ ਗਈ, ਇਹ ਨਹੀਂ ਸਮਝਦੇ ਕਿ ਸਾਡੀ ਜ਼ਿੰਦਗੀ ਹੁਣ ਸ਼ੁਰੂਆਤ ਹੋਈ ਹੈ। ਬਹੁਤ ਸਾਰੇ ਲੋਕ ਕਹਿ ਦਿੰਦੇ ਆ ਕਿ ਜਦੋਂ ਕੋਈ ਹੱਥ 'ਚ ਹੱਥ ਪਾ ਕੇ ਜਾ ਰਿਹਾ ਜਾਂ ਇੱਕ ਵਿਆਹ 'ਚ ਇਕੱਠੇ ਖਾਣਾ ਖਾ ਰਹੇ, ਕਹਿਣਗੇ ਵੀ ਨਵਾਂ ਨਵਾਂ ਵਿਆਹ ਹੋਇਆ ਹੋਣਾ। ਮੰਨ ਲਓ ਹੁਣ ਹਾਂ ਤੁਸੀਂ ਹੁਣ ਖਾਣ ਲੱਗ ਜਾਓ ਤਾਂ ਅਗਲਾ ਕਹੇਗਾ ਇਹਨਾਂ ਨੂੰ ਅਜੇ ਵੀ ਸ਼ਰਮ ਅਸੀਂ ਖਾ ਲੈਂਦੇ ਹਾਂ। ਜਿਵੇਂ ਜਿਵੇਂ ਉਹ ਬਜ਼ੁਰਗ ਹੁੰਦੇ ਜਾਂਦੇ ਆ ਨਾ, ਉਹ ਇੱਕ ਇੱਧਰ ਨੂੰ ਮੂੰਹ ਹੋ ਜਾਂਦਾ, ਇੱਕ ਇੱਧਰ ਨੂੰ, ਇੱਕ ਦੂਜੇ ਦੀ ਬਿਨਾਂ ਗੱਲ ਤੋਂ ਆਲੋਚਨਾ, ਬਿਨਾਂ ਗੱਲ ਤੋਂ ਇੱਕ ਦੂਜੇ ਨਾਲ ਲੜੀ ਜਾਣਗੇ, ਤੂੰ ਐ ਨਹੀਂ ਕੀਤਾ, ਤੂੰ ਐ ਨਹੀਂ ਕੀਤਾ। ਅਸਲ ਦੇ ਵਿੱਚ ਔਖੇ ਉਹ ਸਮਾਜ ਤੋਂ ਹੁੰਦੇ ਆ। ਤੇ ਉਹ ਕਹਿੰਦੇ ਫਲਾਨੇ ਦੇ ਮੁੰਡਾ ਹੋ ਗਿਆ, ਚਲੋ ਪੈਰ ਲੱਗ ਗਏ। ਮੈਂ ਸੋਚਿਆ ਵੀ ਮੇਰੇ ਤਾਂ 2 ਬੇਟੀਆਂ ਹੋਈਆਂ, ਇਹਦਾ ਮਤਲਬ ਮੇਰੇ ਤਾਂ ਹਲੇ ਪੈਰ ਹੀ ਨਹੀਂ ਲੱਗੇ ਨਾ। ਤੇ ਮੈਨੂੰ ਬੜਾ ਪੈਰ ਲੱਗਣ ਦਾ ਮਤਲਬ ਕੀ ਆਪਦੇ ਦਿਮਾਗ 'ਚ ਚਾਈ ਜਾਵੇ। ਪਰ ਚੰਗਾ ਹੋ ਗਿਆ, ਮੈਂ ਕਿਹਾ ਮੇਰੇ ਨਹੀਂ ਲੱਗੇ ਤਾਂ ਮੈਂ ਕਦੀ ਕਿਤੇ ਤੁਰੀ ਫਿਰਦੀ, ਕਦੀ ਕਿਤੇ। ਉਹ ਜਿਹੜਾ ਦੇ ਲੱਗੇ ਉਹ ਜੰਮੀਆਂ ਹੀ ਪਈਆਂ ਇੱਕੋ ਥਾਂ ਤੇ। ਸਾਰੇ ਪਰਿਵਾਰ ਨੂੰ ਉੱਥੇ ਜਾ ਕੇ ਬਿਠਾ ਲਿਆ ਤੁੰਗ ਵਾਲੀ। ਮੈਂ ਕਿਹਾ ਵੀ ਜਿਹਨੂੰ ਮੁੰਡਾ ਚਾਹੀਦਾ ਨਾ ਮੇਰੇ ਘਰੇ ਨਾ ਵੜਿਓ, ਮੇਰੀਆਂ ਤਾਂ ਦੋਵੇਂ ਕੁੜੀਆਂ ਤੇ ਕੁੜੀਆਂ ਰਹਿਣਗੀਆਂ। ਮੈਂ ਉਹ ਝਾਕਦੇ ਸੀ ਇਹ ਬੰਦਾ ਬੇਵਕੂਫ ਹੈ ਜਾਂ ਤਾਂ ਵੀ ਇਹਨੂੰ ਜਿਹੜੇ ਪੈਸੇ ਪੂਸੇ ਮਿਲਣਗੇ 4 ਇਹਦੇ ਤੇ ਲਾ ਦੂਗਾ ਤੇ ਬਾਅਦ 'ਚ ਐਵੇਂ ਭੁੱਖਾ ਮਰਦਾ ਤੁਰਿਆ ਫਿਰੂਗਾ, ਵੀ ਇਹ ਤਾਂ ਹੈ ਨਹੀਂ ਬੰਦਾ ਕੋਈ। ਉਹਨਾਂ ਨੇ ਲਾ ਕੇ ਟੂਟੀਆਂ ਟਾਟ ਲਾਈਆਂ, ਵੇਖ ਵੂਖ ਕੇ ਨਾ ਪਤਾ ਨਹੀਂ ਕੀ ਕੁਛ ਕੀਤਾ, ECG ਕੀਤੀ, GC ਪਤਾ ਨਹੀਂ ਕੀ ਕੀਤਾ, ਲਾ ਲੂ ਕੇ ਕਹਿੰਦੇ ਮਾਨ ਸਾਹਿਬ ਸਿਰ 'ਚ ਤਾਂ ਕੁਛ ਹੈ ਨਹੀਂ। ਮੈਂ ਕਿਹਾ ਡਾਕਟਰ ਸਾਹਿਬ ਮੈਨੂੰ ਤਾਂ 30 ਸਾਲ ਪਹਿਲਾਂ ਦਾ ਪਤਾ, ਤੁਹਾਨੂੰ ਅੱਜ ਪਤਾ ਲੱਗਿਆ। ਜਦੋਂ ਤੁਸੀਂ ਜਿਵੇਂ ਇਹ ਇਕੱਲੇ ਮੁਕਤਸਰ ਸਾਹਿਬ ਰਹਿੰਦੇ ਸੀ ਨਾ, ਬਹੁਤ ਲੰਮਾ ਸਮਾਂ ਰਹੇ ਤੁਸੀਂ, ਤੁਹਾਡੀ ਪੋਸਟਿੰਗ ਬਾਹਰ ਵੀ ਹੁੰਦੀ ਰਹੀ ਆ, ਤੇ ਉਦੋਂ ਕੋਈ ਇਦਾਂ ਦਾ ਨਹੀਂ ਹੋਇਆ ਕਿ ਨਹੀਂ ਬਾਹਰ ਤੁਸੀਂ ਰਹਿੰਦੇ ਹੋ ਮੈਂ ਤਾਂ ਅੱਕ ਗਈ ਇਕੱਲੇ ਰਹਿ ਕੇ, ਹੈ ਨਾ? ਕੋਈ ਥੋੜੀ ਬਹੁਤੀਆਂ ਵੀ ਚੀਜ਼ਾਂ ਖਰਾਬ ਨਹੀਂ ਹੋਈਆਂ? ਨਹੀਂ, ਅਸੀਂ ਪਰ ਜਾਂਦੇ ਆਉਂਦੇ ਰਹਿੰਦੇ ਸੀ ਕਿ ਕਦੇ ਇਹ ਮੇਰੇ ਕੋਲੇ ਚਲੇ ਗਏ, ਮੈਂ ਆ ਗਿਆ, ਮਤਲਬ ਮੇਰੀਆਂ ਮੈਂ ਆਪਦੇ ਡਿਪਾਰਟਮੈਂਟ ਤੋਂ ਫੇਰਾ ਫੇਰੀ ਕਰਕੇ ਭੱਜਿਆ ਆਉਂਦਾ ਸੀ। ਇਹ ਭੱਜਾਂ ਛੁੱਟੀ ਸਾਰੀਆਂ ਮੇਰੀਆਂ ਛੁੱਟੀਆਂ ਲੱਗ ਗਈਆਂ। ਐਂਡ ਦੇ ਵਿੱਚ ਮੇਰੇ ਕੋਲ ਕੋਈ ਛੁੱਟੀ ਨਹੀਂ ਬਚੀ, ਲੋਕਾਂ ਕੋਲ ਬਹੁਤ ਹੁੰਦੀਆਂ। ਜਦੋਂ ਹੀ ਕੈਂਪ ਲੱਗਣਾ ਚੱਲ, ਤੁਸੀਂ ਮੰਨਣਾ ਨਹੀਂ ਵੀ ਇੱਕ ਵਾਰੀ ਮੈਂ ਹਲੇ ਕੱਚੀ ਲੱਗੀ ਸੀ, ਮੈਂ 94 ਦੇ ਵਿੱਚ, ਮੈਨੂੰ ਕਹਿੰਦੇ ਚੱਲ ਰਾਜਸਥਾਨ ਚੱਲੀਏ। ਤੇ ਮੈਨੂੰ ਹਲੇ ਮਤਲਬ ਪੱਕਾ ਹੋਵੇ ਬੰਦਾ ਫੇਰ ਹੀ ਜਾਂਦਾ। ਅਗਲਾ ਕਹਿੰਦਾ ਸਰਕਾਰੀ ਨੌਕਰੀ, ਉਦੋਂ 89 ਡੇਜ਼ ਵਾਲਿਆਂ ਨੂੰ ਛੁੱਟੀ ਨਹੀਂ ਸੀ ਮਿਲਦੀ। ਤੇ ਮੈਨੂੰ ਕਹਿੰਦਾ ਮੈਂ ਕਿੰਨੀ ਦੇਰ ਲੱਗੂ, ਕਹਿੰਦੇ ਮਹੀਨਾ। ਤੇ ਮੈਂ ਕਿਹਾ ਮਹੀਨੇ ਤੇ ਮੈਨੂੰ ਛੁੱਟੀ 5 ਦਿਨ ਦੀ ਮਿਲਦੀ ਹੈ। ਤੇ ਕਹਿੰਦੇ ਫਿਰ ਮੈਂ ਕੀ ਕਰ ਸਕਦਾ। ਮੈਂ ਪਾਪਾ ਜੀ ਨਾਲ ਗੱਲ ਕੀਤੀ, ਉਹੀ ਮੈਂ ਉਹਨਾਂ ਨਾਲ ਬਹੁਤ ਗੱਲਾਂ ਕਰਦੀ, ਉਹਨਾਂ ਨੇ ਮੈਨੂੰ ਸਹੀ ਰਹਿ ਦਿੰਦੇ। ਮੈਨੂੰ ਕਹਿੰਦੇ ਗੱਲ ਸੁਣ, ਤੈਨੂੰ ਲਿਜਾ ਕੇ ਉਹ ਖੁਸ਼ ਹੈ ਨਾ? ਮੈਂ ਕਿਹਾ ਯੈਸ। ਉਹ ਕਹਿੰਦੇ ਚੱਲ, ਕਹਿੰਦੇ ਜਾ। ਮੈਂ ਕਿਹਾ ਛੁੱਟੀ, ਕਹਿੰਦੇ ਵਿਦਾਊਟ ਪੇ ਲੈ। ਹਾਂਜੀ। ਤੇ ਮੈਂ ਵਿਦਾਊਟ ਪੇ ਲਈ। ਮੇਰੀ ਜਿਹੜੀ ਇਨਕਰੀਮੈਂਟ ਅਪ੍ਰੈਲ 'ਚ ਲੱਗਣੀ ਸੀ, ਜਾ ਕੇ ਜੁਲਾਈ 'ਚ ਲੱਗੀ। ਇੰਨੀਆਂ ਮੈਂ ਵਿਦਾਊਟ ਪੇ ਛੁੱਟੀਆਂ ਲਈਆਂ। ਆਪਾਂ ਨੂੰ ਉਦੋਂ ਬਾਅਦ ਇਹਨਾਂ ਨੂੰ ਇਹ ਕਹਿਣ ਦੀ ਲੋੜ ਨਹੀਂ ਵੀ ਮੈਂ ਕਹਾਂ ਵੀ ਮੈਨੂੰ ਛੁੱਟੀ ਨਹੀਂ ਮਿਲਦੀ, ਚੱਲ ਗਏ ਚੱਲ। ਛੁੱਟੀ ਤਾਂ ਹੁਣ ਆਪਾਂ ਨੂੰ ਤਾਂ ਮਿਲੀ ਵੀ ਉੱਧਰੋਂ, ਵੀ ਛੁੱਟੀ ਲੈ ਤੇ ਜਾ, ਛੁੱਟੀ ਲੈ। ਮਤਲਬ ਇਹ ਖੁਸ਼ਕਿਸਮਤੀ ਹੈ ਮੈਂ ਸਮਝਦਾ ਇਨਸਾਨ ਦੀ। ਇੱਕ ਤਾਂ ਦੋਹੇ 60 ਸਾਲ ਤੋਂ ਬਾਅਦ ਦੋਹਾਂ ਦੀ ਸਿਹਤ ਹੈ ਜਿਹੜੀ ਉਹ ਵਧੀਆ ਰਵੇ, ਵਧੀਆ ਪਈ ਆ। ਤੇ ਦੂਜਾ ਇਹ ਹੈ ਕਿ ਦੋਹਾਂ ਦੇ ਵਿਚਾਰ ਮਿਲਦੇ ਰਹਿਣ। ਕਿਉਂਕਿ ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਜਿਨ੍ਹਾਂ ਦੇ ਪਹਿਲਾਂ ਵਿਚਾਰ ਵਧੀਆ ਹੁੰਦੇ ਆ, ਜਿਵੇਂ ਜਿਵੇਂ ਉਹ ਬਜ਼ੁਰਗ ਹੁੰਦੇ ਜਾਂਦੇ ਆ ਨਾ, ਉਹ ਇੱਕ ਇੱਧਰ ਨੂੰ ਮੂੰਹ ਹੋ ਜਾਂਦਾ, ਇੱਕ ਇੱਧਰ ਨੂੰ, ਇੱਕ ਦੂਜੇ ਦੀ ਬਿਨਾਂ ਗੱਲ ਤੋਂ ਆਲੋਚਨਾ, ਬਿਨਾਂ ਗੱਲ ਤੋਂ ਇੱਕ ਦੂਜੇ ਨਾਲ ਲੜੀ ਜਾਣਗੇ, ਤੂੰ ਐ ਨਹੀਂ ਕੀਤਾ, ਤੂੰ ਐ ਨਹੀਂ ਕੀਤਾ। ਅਸਲ ਦੇ ਵਿੱਚ ਔਖੇ ਉਹ ਸਮਾਜ ਤੋਂ ਹੁੰਦੇ ਆ। ਕਿਉਂਕਿ ਜਿਹੜੀਆਂ ਪੋਸਟਾਂ ਦੇ ਉੱਤੇ ਰਹੇ ਹੁੰਦੇ ਆ, ਉਹ ਪੋਸਟਾਂ ਤੋਂ ਸਲਾਮ ਭੱਜਣੀ ਬੰਦ ਹੋ ਜਾਂਦੀ ਹੈ, ਤੇ ਫਿਰ ਘਰ ਵਾਲੀ ਦੇ ਨਾਲ ਲੜਨ ਦੀ ਕੋਸ਼ਿਸ਼ ਕਰਦੇ ਆ। ਘਰ ਵਾਲੀ ਫਿਰ ਪਹਿਲਾਂ ਹੀ ਔਖੀ ਹੁੰਦੀ ਹੈ ਵੀ ਪਹਿਲਾਂ ਤਾਂ ਤੂੰ ਚਲੋ ਸਾਰਾ ਦਿਨ ਦਫ਼ਤਰ ਲਾਇਆ ਆਉਂਦਾ ਸੀ, ਹੁਣ ਤੂੰ ਸਾਰਾ ਦਿਨ ਇੱਥੇ ਮੇਰੇ ਕੰਨ ਖਾਈ ਜਾਂਦਾ। ਸਹੀ ਗੱਲ ਹੈ। ਹਾਂ, ਇਹ ਚੀਜ਼ਾਂ ਨੂੰ ਜਿੰਨਾ ਚਿਰ ਸਮਝਾਂਗੇ ਨਹੀਂ ਅਸੀਂ, ਉਹਨਾਂ ਚਿਰ ਹੋਰ ਚੀਜ਼ ਹੈ। ਤਾਂ ਹੀ ਲੋਕੀ ਕਹਿੰਦੇ ਆ ਵੀ ਰਿਟਾਇਰਮੈਂਟ ਤੋਂ ਬਾਅਦ ਤੁਹਾਨੂੰ ਕੁਐਸਚਨ, ਜਿਵੇਂ ਤੁਸੀਂ ਕਿਹਾ 5 ਸਾਲ ਪਹਿਲਾਂ ਹੀ ਹੋਣਾ ਸ਼ੁਰੂ ਹੋ ਜਾਂਦਾ ਵੀ ਕੀ ਕਰੋਗੇ, ਹੈ ਨਾ? ਕਿਉਂਕਿ ਜੋ ਬੰਦਾ ਉਸ ਦੌਰ 'ਚੋਂ ਲੰਘਿਆ ਹੁੰਦਾ ਉਹਨੂੰ ਪਤਾ ਹੁੰਦਾ ਕਿ ਇਹ ਟਾਈਮ ਪਾਸ ਕਰਨਾ ਹੁਣ ਬਹੁਤ ਔਖੀ ਚੀਜ਼ ਆ ਮੇਰੇ ਲਈ। ਹੁਣ ਤੁਸੀਂ ਦੇਖੋ ਵੀ ਬੱਚਿਆਂ ਨੂੰ ਮੈਂ ਮੈਸੇਜ ਦਿੰਦੀ ਜਦੋਂ ਫੋਨ ਕਰਾਂ, ਖੁਸ਼ ਰਹੋ, ਹੱਸਦੇ ਰਹੋ, ਕਹਿਣਗੇ ਤੁਸੀਂ ਘੁੰਮਦੇ ਰਹੋ। ਮਤਲਬ ਉਹ ਅੱਗੋਂ ਸਾਨੂੰ ਆਹ ਵਾਲਾ ਜਵਾਬ ਮਿਲਦਾ, ਹੈ ਨਾ? ਤੇ ਮੇਰਾ ਜਵਾਈ ਮਤਲਬ ਅਮਨਦੀਪ, ਮੰਮੀ ਘੁੰਮਦੇ ਰਹੋ। ਮਤਲਬ ਮੈਂ ਕਿਹਾ ਠੀਕ ਆ ਆਪਾਂ ਘੁੰਮਾਂਗੇ ਹੁਣ। ਫਿਰ ਮਤਲਬ ਉਹਨਾਂ ਦੀ ਅਸੀਂ ਸਾਡੇ ਨਾਲ ਦੇ ਵੀ ਜਿਹੜੇ ਸੀਗੇ ਉਹ ਪੁੱਛਦੇ ਸੀ ਜਦੋਂ ਕੀ ਕਰੋਗੇ। ਮੈਂ ਕਿਹਾ ਵੀ ਅਸੀਂ ਉਦੋਂ ਮੋਟਰਸਾਈਕਲ ਦਾ ਆਈਡੀਆ ਦਿਮਾਗ 'ਚ ਨਹੀਂ ਸੀ, ਇਹ ਬਾਅਦ 'ਚ ਆਇਆ। ਮੈਂ ਕਿਹਾ ਵੀ ਇੱਕ ਮੋਟਰ ਹੋਮ ਬਣਾਵਾਂਗੇ। ਕਹਿੰਦੇ ਉਹ ਕੀ ਹੁੰਦਾ? ਮੈਂ ਕਿਹਾ ਇੱਕ ਗੱਡੀ ਦੇ ਵਿੱਚ ਹੀ ਘਰ ਹੈ, ਵਿੱਚ ਹੀ ਉਹਦੇ ਲੈਟਰਿਨ, ਬਾਥਰੂਮ, ਰਸੋਈ, ਹਰ ਚੀਜ਼, ਬੈਡਰੂਮ ਉਹਦੇ ਵਿੱਚ ਹੀ ਹੁੰਦਾ। ਉਹ ਗੱਡੀ ਨੂੰ ਆਪ ਚਲਾਈ ਫਿਰੋ, ਜਿੱਥੇ ਮਰਜ਼ੀ ਖੜੀ ਕਰ ਦਿਓ। ਉਹ ਝਾਕਦੇ ਸੀ ਇਹ ਬੰਦਾ ਬੇਵਕੂਫ ਹੈ ਜਾਂ ਤਾਂ
ਵੀ ਇਹਨੂੰ ਜਿਹੜੇ ਪੈਸੇ ਪੂਸੇ ਮਿਲਣਗੇ 4 ਇਹਦੇ ਤੇ ਲਾ ਦੂਗਾ ਤੇ ਬਾਅਦ 'ਚ ਐਵੇਂ ਭੁੱਖਾ ਮਰਦਾ ਤੁਰਿਆ ਫਿਰੂਗਾ ਵੀ ਇਹ ਤਾਂ ਹੈ ਨਹੀਂ ਬੰਦਾ ਕੋਈ। ਉਸ ਤੋਂ ਬਾਅਦ ਫਿਰ ਜਦੋਂ ਮੋਟਰਸਾਈਕਲ ਤੇ ਅਸੀਂ ਘੁੰਮਣਾ ਸ਼ੁਰੂ ਕੀਤਾ, ਹੁਣ ਉਹ ਬੰਦੇ ਜਿਹੜੇ ਉਹ ਇੰਨੇ ਵਧੀਆ ਮੈਸੇਜ ਦਿੰਦੇ ਆ, ਕਹਿੰਦੇ ਅਸੀਂ ਤਾਂ ਸੋਚਿਆ ਹੀ ਨਹੀਂ ਸੀ ਵੀ ਐਂ ਵੀ ਹੋ ਸਕਦੀ ਹੈ ਗੱਲ। ਇਹ 60 ਸਾਲ ਤੋਂ ਬਾਅਦ ਆਮ ਤੌਰ ਤੇ ਲੋਕ ਇਹ ਸਮਝਦੇ ਵੀ ਹੁਣ ਸਾਡੀ ਜ਼ਿੰਦਗੀ ਖਤਮ ਹੋ ਗਈ, ਇਹ ਨਹੀਂ ਸਮਝਦੇ ਕਿ ਸਾਡੀ ਜ਼ਿੰਦਗੀ ਹੁਣ ਸ਼ੁਰੂਆਤ ਹੋਈ ਹੈ। ਹੁਣ ਅਸੀਂ ਜੇ ਆਪਣੇ ਆਪ ਨੂੰ ਅਸੀਂ ਜਿਹੜਾ ਹੈਗਾ ਉਹ 18 ਸਾਲ ਦੇ ਸਮਝਦੇ ਆ ਮੋਟਰਸਾਈਕਲ ਤੇ, ਉਹਦੇ ਪਿੱਛੇ ਕਾਰਨ ਜਿਹੜਾ ਸਭ ਤੋਂ ਵੱਡਾ ਇਹ ਹੈ ਕਿ ਜਦੋਂ ਹੁਣ ਤੱਕ 60 ਸਾਲ ਤੱਕ ਸਾਡੇ ਤੇ ਕਿਸੇ ਨਾ ਕਿਸੇ ਦਾ ਡਿਸਪਲਿਨ ਸੀਗਾ, ਹੁਣ ਉਹ ਡਿਸਪਲਿਨ ਖਤਮ ਹੋ ਗਿਆ। ਹੁਣ ਇੱਕ ਬੰਦੇ ਨੇ ਮੈਨੂੰ ਪੁੱਛਿਆ, ਅਸੀਂ ਸਾਈਕਲਿੰਗ ਕਰਦੇ ਹੁੰਦੇ ਸੀ ਇੱਥੇ, ਇੱਕ DSP ਸੀਗੇ ਮੇਰੇ ਦੋਸਤ, ਉਹ ਇੱਕ ਪ੍ਰੋਗਰਾਮ ਹੋਇਆ ਤੇ ਕਹਿੰਦੇ ਵੀ ਹੁਣ ਸਟੇਟ ਡਾਇਰੈਕਟਰ ਸਾਹਿਬ ਤੁਹਾਡੇ ਕੋਲੇ ਆਉਣਗੇ ਬੋਲਣਗੇ। ਮੈਂ ਉਹਨਾਂ ਨੂੰ ਕਿਹਾ ਵੀ ਹੁਣ ਸਟੇਟ ਡਾਇਰੈਕਟਰ ਵਾਲਾ ਸ਼ਬਦ ਨਹੀਂ ਬੋਲਣਾ। ਕਹਿੰਦੇ ਯਾਰ ਤੂੰ ਹੈਗਾ ਹੀ ਹੈ। ਮੈਂ ਕਿਹਾ ਨਹੀਂ, ਹੁਣ ਉਹ ਕੁਰਸੀ ਹੈ ਜਿਹੜੀ ਉਹ ਮੈਨੂੰ 30 ਸਾਲ ਪਹਿਲਾਂ ਗੌਰਮੈਂਟ ਨੇ ਦਿੱਤੀ ਸੀ, ਉਹ ਕੁਰਸੀ ਮੈਂ ਵਾਪਸ ਕਰਾਇਆ ਆ ਗੌਰਮੈਂਟ ਨੇ, 19 ਸਾਲਾਂ ਵਾਸਤੇ ਸੀ। ਹੁਣ ਮੈਂ ਉਹੀ ਆ ਜੋ ਮੈਂ 30 ਸਾਲ ਤੋਂ ਪਹਿਲਾਂ ਸੀ, ਇੱਕ ਆਮ ਇਨਸਾਨ ਆ। ਮੈਂ ਕਿਹਾ ਉਸੇ ਢੰਗ ਨਾਲ ਮੈਨੂੰ ਤੁਸੀਂ ਡੀਲ ਕਰੋ। ਤੁਸੀਂ ਮੈਨੂੰ ਸਟੇਟ ਡਾਇਰੈਕਟਰ ਕਹਿ ਕੇ ਮੈਂ ਕਿਹਾ ਮੇਰਾ ਦਿਮਾਗ ਖਰਾਬ ਕਰ ਦਿਓਗੇ ਤੇ ਮੈਂ ਮੁੜ ਕੇ ਲੜਿਆ ਕਰੂੰਗਾ ਲੋਕਾਂ ਨਾਲ ਜਾ ਕੇ ਵੀ ਤੁਸੀਂ ਮੈਨੂੰ ਸਟੇਟ ਡਾਇਰੈਕਟਰ ਨਹੀਂ ਸਮਝਦੇ। ਸੋ ਬਹੁਤੇ ਬੰਦੇ ਜਿਹੜੇ ਖਾਸ ਤੌਰ ਤੇ ਐਡਮਿਨਿਸਟ੍ਰੇਸ਼ਨ 'ਚੋਂ ਜਿਹੜੇ ਬੰਦੇ ਆਉਂਦੇ ਆ, ਉਹਨਾਂ ਨੂੰ ਹੁੰਦੀ ਹੈ ਸਲੂਟ ਲੈਣ ਦੀ ਆਦਤ, ਵੀ ਜਿਹੜਾ ਕਵੇ ਸਾਹਿਬ ਆ ਗਏ, ਇੱਕ ਟੈਚੀ ਫੜਨ ਵਾਸਤੇ, ਛੋਟਾ ਜਿਹਾ ਬੈਗ ਜਿਹਾ ਹੁੰਦਾ ਉਹਨੂੰ ਫੜਨ ਵਾਸਤੇ ਬੰਦੇ 2 ਤੁਰੇ ਆਉਂਦੇ ਆ, 2 ਬੰਦੇ ਤੁਹਾਡਾ ਬਾਰ ਖੋਲ੍ਹਣ ਵਾਸਤੇ ਖੜੇ ਹੁੰਦੇ ਆ। ਉਹ ਆਦਤ ਪੈ ਜਾਂਦੀ ਹੈ। ਜਦੋਂ ਉਹ 60 ਸਾਲ ਦੀ ਜਾਂ 58 ਸਾਲ ਦੀ ਉਮਰ 'ਚ ਰਿਟਾਇਰ ਹੋ ਕੇ ਘਰੇ ਆ ਜਾਂਦੇ ਆ, ਉਹ ਚੀਜ਼ਾਂ ਹੁੰਦੀਆਂ ਨਹੀਂ। ਉਹ ਫਿਰ ਗੁੱਸਾ ਆਉਣਾ ਸ਼ੁਰੂ ਹੋ ਜਾਂਦਾ ਵੀ ਮੈਨੂੰ ਲੋਕ ਸਮਝਦੇ ਨਹੀਂ ਹੈ। ਮੈਂ ਹੁਣ ਉਹ ਬਈ ਤੂੰ ਉੱਥੇ ਸੀ ਦਫ਼ਤਰ ਦੇ ਵਿੱਚ, ਉਹ ਤੂੰ ਛੱਡਿਆ ਆ ਆਪਣੀ ਕੁਰਸੀ, ਹੁਣ ਤੂੰ ਉਹੀ ਆਮ ਇਨਸਾਨ ਹੈ ਜੋ ਇਸ ਪੋਸਟ ਤੇ ਆਉਣ ਤੋਂ ਪਹਿਲਾਂ ਸੀਗਾ। ਉਸ ਚੀਜ਼ ਨੂੰ ਬੰਦੇ ਜਿਹੜੇ ਆ ਨਾ ਹਜਮ ਨਹੀਂ ਕਰ ਸਕਦੇ। ਸੋ ਬਹੁਤੇ ਤੁਸੀਂ ਦੇਖਿਆ ਹੋਣਾ ਵੀ ਅਫਸਰ ਇਲੈਕਸ਼ਨ ਲੜਨ ਵੱਲ ਨੂੰ ਭੱਜਦੇ ਆ, ਜਾਂ ਕਹਿੰਦੇ ਆ ਮੈਨੂੰ 2 ਸਾਲ ਐਕਸਟੈਂਸ਼ਨ ਮਿਲ ਜੇ, ਜਾਂ ਕਿਤੇ ਹੋਰ ਕੋਈ ਵੱਡਾ ਜਿਹੜਾ ਹੈਗਾ ਉਹਦਾ ਲੈਣ ਦੀ ਕੋਸ਼ਿਸ਼ ਕਰਦੇ ਆ। ਉਹਦੇ ਪਿੱਛੇ ਰੀਜ਼ਨ ਇਹੀ ਹੁੰਦਾ ਹੈ ਵੀ ਉਹ ਜਿਹੜਾ ਸਰ ਕਹਿਣ ਦੀ ਆਦਤ ਹੁੰਦੀ ਹੈ ਨਾ ਲੋਕਾਂ ਨੂੰ, ਵੀ ਸਰ ਆ ਗਏ ਜੀ, ਸਾਹਿਬ ਆ ਗਏ ਜੀ, ਉਹ ਸਾਹਿਬ ਜਿਹੜੀ ਹੈ ਉਹ ਸ਼ਬਦ ਕੱਟਿਆ ਜਾਂਦਾ ਹੈ। ਉਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਉਹ ਸਾਹਿਬ ਗਿਆ, ਹੁਣ ਉਹ ਸਾਹਿਬ ਤਾਂ ਰਹਿ ਗਿਆ ਦਫ਼ਤਰ 'ਚ, ਇੱਥੇ ਤੂੰ ਉਹੀ ਇਨਸਾਨ ਹੈ, ਉਹੀ ਜਗਜੀਤ ਸਿੰਘ ਮਾਨ ਹੈ ਜਿਹੜਾ ਪੋਸਟ। ਹੁਣ ਕਹਿ ਦਿੰਦੇ ਸਾਹਿਬ ਬਹਾਦਰ, ਪਹਿਲਾਂ ਕਹਿੰਦੇ ਸੀ ਸਾਹਿਬ ਤਾਂ ਕੱਟਿਆ, ਹੁਣ ਤਾਂ ਮੇਰਾ ਬਹਾਦਰ ਹੀ ਹੈ। ਸਾਹਿਬ ਉੱਥੇ ਰਹਿ ਗਿਆ, ਹੁਣ ਬਹਾਦਰ ਰਹਿ ਗਿਆ ਇਕੱਲਾ। ਜਿਵੇਂ ਆਮ ਘਰ ਦੇ ਵਿੱਚ ਨਾ ਲੇਡੀਜ਼ ਵਾਸਤੇ ਇਹ ਵੀ ਨਹੀਂ ਕਰਦੇ। ਮੈਂ ਡਿਊਟੀ ਕਰਦੀ ਰਹੀ ਹਫਤਾ, ਮਤਲਬ ਆਪਾਂ ਸਰਵਿਸ ਤੇ ਜਾਂਦੇ ਆ ਤੇ ਸੰਡੇ ਵਿਹਲਾ ਹੁੰਦਾ। ਇਹਨਾਂ ਨੇ ਸੰਡੇ ਨੂੰ ਕੀ ਕਰਨਾ, ਦੋਨਾਂ ਬੇਟੀਆਂ ਨੂੰ ਆਵਾਜ਼ ਮਾਰਨੀ। ਇਹਨਾਂ ਨੂੰ ਕੋਈ ਸਵਾਲ ਤਾਂ ਪੁੱਛ ਲੈਣ ਦੀ। ਮੈਂ ਤਾਂ ਪਹਿਲੇ ਦੱਸੀ ਜਾਣਾ, ਉਹੀ ਕਹਿੰਦੀ ਆ ਵੀ ਅੱਜ ਮੇਰਾ ਕੰਮ ਸੌਖਾ ਕੋਈ ਨਹੀਂ, ਮੈਂ ਆਰਾਮ ਨਾਲ ਬੈਠੀ ਆ, ਤੁਸੀਂ ਗੱਲਾਂ ਸੁਣਾਓ। ਵੀ ਇਹਨਾਂ ਨੇ ਕਹਿ ਦੇਣਾ ਵੀ ਚਲੋ ਜਿੰਦਪ੍ਰੀਤ ਵਿਪੂ ਤੇਰੀ ਮਾਂ ਨੂੰ ਰੋਟੀ ਖਵਾਈਏ। ਹਫਤਾ ਬੜਾ ਭੱਜਦੀ ਹੈ ਇਹ। ਤੇ ਐਤਵਾਰ ਨੂੰ ਤੁਸੀਂ ਮੰਨਣਾ ਨਹੀਂ ਵੀ ਆਪਾਂ ਫ੍ਰੀ ਹੁੰਦੇ ਸੀ, ਮੈਨੂੰ ਕਹਿੰਦੇ ਤੂੰ ਬੈਠ ਤੇ ਤੈਨੂੰ ਪਰੌਂਠੇ ਖਵਾਉਣੇ। ਇਹ ਸਾਡੇ ਘਰ 'ਚ ਵੀ ਪਰਿਵਾਰਾਂ 'ਚ ਵੀ ਮਤਲਬ ਪਹੁੰਚੀ ਹੋਈ ਸੀ ਗੱਲ ਵੀ ਸੰਡੇ ਨੂੰ ਤਾਂ ਜਗਜੀਤ ਨੇ ਪਰੌਂਠੇ ਬਣਾਉਣੇ ਆ, ਬੇਟੀਆਂ ਨੂੰ ਸਿਖਾਉਣਾ ਤੇ ਵੀ ਪੰਮੀ ਨੇ ਤਾਂ ਬਹਿ ਕੇ ਬੇਟੀਆਂ ਨੂੰ ਰੋਟੀ ਬਣਾਉਣ ਮੈਂ ਸਿਖਾਇਆ, ਵੀ ਪੰਮੀ ਨੇ ਤਾਂ ਬਹਿ ਕੇ ਹਰ ਚੀਜ਼ ਜਿਹੜੀ ਉਹ ਵਿਆਹ ਤੋਂ ਪਹਿਲਾਂ ਹੀ ਆਉਂਦੀ ਸੀ। ਇਹਨਾਂ ਨੇ ਸਬਜ਼ੀ ਮਤਲਬ ਤੁਹਾਨੂੰ ਆਉਣੀ ਚਾਹੀਦੀ ਸੀ ਸਬਜ਼ੀ। ਜਿੱਦੇ ਮੈਂ ਜੁਆਇਨ ਕੀਤਾ ਉਸ ਦਿਨ ਤੋਂ ਲੈ ਕੇ ਜਦੋਂ ਮੈਂ ਰਿਲੀਵ ਹੋਈ ਉਸ ਦਿਨ ਤੱਕ ਸਬਜ਼ੀ ਬਣਾਉਣ ਦਾ ਕੰਮ 22 ਸਾਲ ਜਦੋਂ ਤੱਕ ਘਰੇ ਹੁੰਦੇ। ਜੇ ਬਾਹਰ ਡਿਊਟੀ ਹੈ ਤੇ ਜਾਣਾ ਫਿਰ ਤਾਂ ਮੈਂ ਕਰਨਾ। ਇਹਨਾਂ ਦੀ ਰਿਟਾਇਰਮੈਂਟ ਦਾ ਨਾ ਇਹਨਾਂ ਤੋਂ ਵੱਧ ਅਫਸੋਸ ਇਹਨਾਂ ਦੀਆਂ ਮੈਡਮਾਂ ਨੂੰ ਹੋਇਆ। ਉਹਨਾਂ ਕੋਲੋਂ ਕੁੱਕ ਚਲਾ ਗਿਆ, ਮੇਰੀ ਬਣਾਈ ਸਬਜ਼ੀ ਨੂੰ ਪਸੰਦ ਕਰਦੀਆਂ ਸੀ, ਉਹ ਕਹਿੰਦੀਆਂ ਸਾਡਾ ਤਾਂ ਕੁੱਕ ਹੀ ਗਿਆ। ਘਰ ਵਾਲੀਆਂ ਕਹਿੰਦੀਆਂ ਹੁੰਦੀਆਂ ਨੇ ਵੀ ਮਤਲਬ ਬੰਦੇ ਨੂੰ ਜਿੱਤਣ ਦਾ ਰਸਤਾ ਹੀ ਹੈ ਵੀ ਤੁਸੀਂ ਖਾਣਾ ਚੰਗਾ ਬਣਾਉਂਦੇ ਹੋਵੋਗੇ ਨਾ। ਮੈਨੂੰ ਲੱਗਦਾ ਉਲਟਾ ਹੋ ਗਿਆ। ਨਹੀਂ, ਉਹ ਨਾ ਇੱਕ ਹੋਰ ਚੀਜ਼ ਮੈਂ ਕਿਤੇ ਪੜ੍ਹੀ ਸੀ, ਇਹ ਚੀਜ਼ ਕਹਿੰਦੇ ਵੀ ਬੰਦੇ ਦੇ ਦਿਲ ਨੂੰ ਜਿਹੜਾ ਰਸਤਾ ਜਾਂਦਾ ਨਾ ਉਹਦੇ ਢਿੱਡ ਵਿੱਚ ਹੀ ਹੋ ਕੇ ਜਾਂਦਾ। ਇੱਕ ਲੇਡੀ ਵਾਸਤੇ ਵੀ ਤਾਂ ਠੀਕ ਹੈ ਸੇਮ ਹੋ ਸਕਦਾ। ਜੇ ਆਪਾਂ ਕੋਈ ਵਧੀਆ ਸਬਜ਼ੀ ਬਣਾ ਕੇ ਖਵਾਈਏ ਜਾਂ ਉਹਦੀਆਂ ਬਣਾਈਆਂ ਰੋਟੀਆਂ ਦੀ ਤਾਰੀਫ ਕਰੀਏ ਤੇ ਉਹ ਅੱਗੇ ਤੋਂ ਹੋਰ ਵਧੀਆ ਬਣੂ। ਉਹ ਸਾਡੇ ਪ੍ਰਿੰਸੀਪਲ ਰਸ਼ਮੀ ਜੱਗਾ ਮੈਡਮ ਇੱਥੇ ਥਾਂਦੇ ਵਾਲੇ ਦੇ, ਉਹ ਬੜੇ ਖੁਸ਼ ਹੁੰਦੇ ਮੇਰੇ ਨਾਲ ਹੀ। ਕਈ ਵਾਰੀ ਅਸੀਂ ਇਕੱਠੇ ਜਾਂਦੇ ਤੇ ਜਦੋਂ ਮੈਂ ਰੋਟੀ ਕਈ ਵਾਰੀ ਟਿਫਨ ਘਰੇ ਭੁੱਲ ਜਾਣਾ ਤੇ ਮੈਂ ਫੋਨ ਕਰਾਂ ਮੇਰਾ ਟਿਫਨ ਘਰੇ ਰਹਿ ਗਿਆ, ਕਹਿੰਦਾ ਮੈਂ ਤੂੰ ਇੱਧਰ ਦੀ ਰਸਤੇ ਜਾਣੀ, ਮੈਂ ਉੱਤੋਂ ਦੀ ਆਉਣਾ, ਅੱਗੇ ਖੜਾ ਹੁਣ। ਤੇ ਉੱਥੇ ਸੜਕ ਤੇ ਖੜੇ ਹੁੰਦੇ ਤੇ ਮੇਰਾ ਟਿਫਨ ਫੜਾ ਜਾਂਦੇ। ਉਹ ਕਹਿੰਦਾ ਜਿਹੜੇ ਆਹ ਰੋਟੀ ਖਾਣ ਦਾ ਅੱਜ ਤੈਨੂੰ ਸਵਾਦ ਆਊਗਾ ਨਾ ਪਰਮਿੰਦਰ। ਕੁਝ ਦਿਨ ਪਹਿਲਾਂ ਨਾ ਸਾਡੇ ਮੇਰੇ ਜਿਹੜੇ ਬਹੁਤ ਖਾਸ ਦੋਸਤ ਵੀ ਨੇ ਮੇਰੇ ਨਾਲ ਪ੍ਰੋਗਰਾਮ ਕਰਦੇ ਨੇ, ਗੁਰਦੀਪ ਗਰੇਵਾਲ, ਉਹਨਾਂ ਨੇ ਮੈਨੂੰ ਇੱਕ 2 ਸਤਰਾਂ ਦੀਆਂ ਲਿਖ ਕੇ ਭੇਜੀਆਂ ਸੀਗੀਆਂ ਕਿ ਹੈ ਨਾ ਚੱਲਿਆ ਜੀ ਨੂੰ ਜੀ ਹੁੰਦੀ ਹੈ, ਹੋਰ ਮੁਹੱਬਤ ਕੀ ਹੁੰਦੀ ਹੈ, ਬਸ ਆਹੀ ਹੁੰਦੀ ਆ ਨਾ। ਐਗਜ਼ੈਕਟਲੀ ਇਹੀ ਚੀਜ਼ ਹੈ, ਇਹੀ ਮੁਹੱਬਤ। ਕਿਉਂਕਿ ਖੁਸ਼ੀ ਹਰ ਥਾਂ ਤੇ ਹੈ, ਖੁਸ਼ੀ ਵੀ ਹਰ ਥਾਂ ਤੇ ਹੈ, ਗਮ ਵੀ ਹਰ ਥਾਂ ਤੇ ਹੈ, ਲੜਾਈ ਝਗੜਾ ਵੀ ਇੱਕੋ ਹੀ ਚੀਜ਼ ਦੇ ਵਿੱਚ ਹੈ। ਤੁਸੀਂ ਉਹਦੇ ਚੋਂ ਕੀ ਲੱਭਣਾ ਹੈ ਇਹ ਤੁਹਾਡੀ ਚੁਆਇਸ ਹੈ।
ਤੁਸੀਂ ਝਗੜਾ ਚੱਕਣਾ ਤਾਂ ਝਗੜਾ ਚੱਕ ਲਓ, ਗਮ ਚੱਕਣੇ ਤਾਂ ਗਮ ਚੱਕ ਲਓ, ਤੇ ਜੇ ਦੁਖੀ ਹੋਣਾ ਚੱਕਣਾ ਤਾਂ ਉਹ ਚੱਕ ਲਓ, ਤੁਸੀਂ ਉਹ ਕਰਨਾ ਹੈ। ਹੁਣ ਤੁਹਾਨੂੰ ਦੱਸੀ ਅਸੀਂ ਜਦੋਂ ਅਸੀਂ ਅਕਤੂਬਰ ਦੇ ਵਿੱਚ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋਈ ਤੇ ਉਸ ਤੋਂ ਬਾਅਦ ਰਸਮਾਂ ਪੂਰੀਆਂ ਕਰਕੇ ਅਸੀਂ ਇਹ ਸੋਚਿਆ ਵੀ ਸਾਰਾ ਗਮ ਦਾ ਮਾਹੌਲ ਬਣਿਆ ਹੋਇਆ ਹੈ, ਬੜਾ ਜਿਹੜਾ ਥੱਲੇ ਵਾਲਾ ਮਾਹੌਲ, ਮਾਫ ਕਰ, ਉਦੋਂ ਅੰਦਾਜ਼ ਵੀ ਚਲੀ ਗਈ ਸੀ, ਉਹਨੂੰ ਛੱਡ ਕੇ ਅਸੀਂ ਕੈਨੇਡਾ ਚਲੀ ਗਏ, ਸਾਨੂੰ ਘਰ ਦਾ ਬੜਾ ਸੁਣਨਾਪਨ ਮਾਹੌਲ। ਫਿਰ ਅਸੀਂ ਡਿਸਾਈਡ ਕੀਤਾ ਦੋਵਾਂ ਨੇ, ਮੈਂ ਕਿਹਾ ਵੀ ਐਂ ਤਾਂ ਨਹੀਂ ਚੱਲਣਾ, ਉਹ ਤਾਂ ਜਾਣ ਵਾਲੇ ਤਾਂ ਗਏ, ਯਾਦ ਤਾਂ ਉਹਨਾਂ ਨੂੰ ਅਸੀਂ ਉਹਨਾਂ ਦੀ ਯਾਦ ਕਰਕੇ ਅਸੀਂ ਜਾਂ ਉਹਨਾਂ ਨੂੰ ਰੋਈ ਜਾਵਾਂਗੇ, ਸਾਡੇ ਪੱਲੇ ਤਾਂ ਕੁਝ ਨਹੀਂ ਹੈ। ਅਸੀਂ ਆਪਣੀ ਜ਼ਿੰਦਗੀ ਹੈ ਜਿਹੜੀ ਉਹਨੂੰ ਡਾਊਨ ਕਰ ਰਹੇ ਹਾਂ ਸਗੋਂ, ਵੀ ਇਹ ਪੋਜ਼ਿਟਿਵਿਟੀ ਰਹਿਣੀ ਚਾਹੀਦੀ ਹੈ। ਨੈਗੇਟਿਵ ਵਾਲੇ ਪਾਸੇ ਜੇ ਆਪਾਂ ਤੁਰ ਪਏ ਤਾਂ ਆਪਾਂ ਕਿਤੇ ਦੀ ਕਿਤੇ ਜਾ ਪਹੁੰਚਾਂਗੇ। ਅਸੀਂ ਡਿਸਾਈਡ ਕੀਤਾ ਵੀ ਚਲੋ ਰਾਜਸਥਾਨ 'ਚ ਮੋਟਰਸਾਈਕਲ ਤੇ ਚਲੋ। ਰਾਜਸਥਾਨ ਦਾ ਅਸੀਂ 10 ਦਿਨਾਂ ਦਾ ਮੋਟਰਸਾਈਕਲ ਟੂਰ ਉਦੋਂ ਲਾਇਆ, ਤੇ ਆਉਣ ਵੇਲੇ ਸਾਡਾ ਮਾਹੌਲ ਬਦਲਿਆ ਹੋਇਆ ਸੀ, ਅਸੀਂ ਆਪ ਬਦਲੇ ਹੋਏ ਸੀ, ਧਿਆਨ ਸਾਡਾ ਹੋਰ ਪਾਸੇ ਲੱਗ ਗਿਆ ਔਰ ਬਹੁਤ ਵਧੀਆ ਮਾਹੌਲ ਬਣ ਗਿਆ। ਆਉਂਦੇ ਤੱਕ ਬਹੁਤ ਸਾਰੀਆਂ ਸਾਡੀ ਚੁਆਇਸ ਹੈ ਕਿ ਅਸੀਂ ਕੀ ਚੁਣਨਾ ਹੈ ਸਮਾਜ ਦੇ ਵਿੱਚ। ਮਤਲਬ ਜਿਹੜੇ ਚਲੇ ਜਾਂਦੇ ਉਹਨਾਂ ਦੀ ਯਾਦ ਤਾਂ ਆਪਣੇ ਨਾਲ ਹੈਗੀ ਹੈ, ਜਿੱਥੇ ਮਰਜ਼ੀ ਮਹਿਸੂਸ ਕਰ ਸਕਦੇ ਹੋ। ਕਿ ਆਪਾਂ ਸਾਰਾ ਦਿਨ, ਮੈਂ ਕਹਿੰਦੀ ਹਾਂ ਜੇ ਕਿਸੇ ਦੇ ਨਾਲ ਤੁਸੀਂ 2 ਦਿਨ ਰੋਣ ਦੀ ਗੱਲ ਕਰ ਲਓ ਨਾ, ਤੀਜੇ ਦਿਨ ਅਗਲਾ ਬਰਦਾਸ਼ਤ ਨਹੀਂ ਕਰਦਾ, ਅੱਕ ਜਾਂਦਾ। ਬਿਲਕੁਲ ਤੁਹਾਨੂੰ ਫੇਸਬੁੱਕ ਤੇ ਦੇਖ ਲਓ, YouTube ਤੇ ਦੇਖ ਲਓ, ਜਾਂ ਸੋਸ਼ਲ ਮੀਡੀਆ ਜਿਹੜਾ ਉਹ ਭਰਿਆ ਪਿਆ ਇਹਨਾਂ ਗੱਲਾਂ ਨਾਲ। ਕਿਸੇ ਦੀ ਪਰਿਵਾਰ 'ਚ ਡੈਥ ਹੋ ਗਈ, ਹੁਣ ਕਿਸੇ ਥਰਡ ਪਰਸਨ ਹੈ, ਕੋਈ ਦੋਸਤ ਹੈ ਜਾਂ ਕੋਈ ਰਿਸ਼ਤੇਦਾਰ ਹੈ, ਉਹਨਾਂ ਦੀ ਡੈਥ ਹੋ ਗਈ, ਦੁੱਖ ਤਾਂ ਉਹਨਾਂ ਨੂੰ ਹੈ, ਮੈਨੂੰ ਤਾਂ ਉਹਦਾ ਕੋਈ ਦੁੱਖ ਨਹੀਂ ਨਾ ਹੈ। ਮੈਂ 1-2 ਦਿਨ ਜ਼ਾਹਰ ਕਰੂੰਗਾ, ਸੋ ਸੈਡ ਰਿਪ ਲਿਖ ਕੇ ਪਾ ਦੂੰਗਾ ਉੱਥੇ। ਉਹ ਕੀ ਕਰਦੇ ਆ, ਪੌਣੇ ਸਾਲ ਤੋਂ ਫਿਰ ਅੱਜ ਪੌਣਾ ਸਾਲ ਹੋ ਗਿਆ ਜੀ, ਹਰ ਮਹੀਨੇ ਅੱਜ ਇਸ ਮਹੀਨੇ 'ਚ ਮੇਰੇ ਪਰਿਵਾਰ 'ਚ ਆਹ ਹੋਇਆ ਸੀਗਾ ਜੀ, ਫਿਰ ਅੱਜ 2 ਸਾਲ ਹੋ ਗਏ, ਅੱਜ 3 ਸਾਲ ਹੋ ਗਏ। ਸੋਸ਼ਲ ਮੀਡੀਆ 'ਤੇ ਉਹ ਬੰਦੇ ਉਹ ਜ਼ਖਮ ਨੂੰ ਕੁਰੇਦੀ ਤੁਰੇ ਜਾਂਦੇ ਆ, ਕੁਰੇਦੀ ਤੁਰੇ ਜਾਂਦੇ ਆ। ਠੀਕ ਕਿਵੇਂ ਹੋਣਾ ਜ਼ਖਮ? ਫਿਰ ਉਹਨੂੰ ਖੁਸ਼ੀਆਂ ਕਿਵੇਂ ਹਾਸਲ ਹੋਣਗੀਆਂ ਜੇ ਉਹ ਗਮ ਦੇ ਵਿੱਚ ਹੀ ਆਪਣੀ ਕੰਸਨਟ੍ਰੇਸ਼ਨ ਗਮ ਦੇ ਵਿੱਚ ਲਾਈ ਜਾਂਦੇ ਆ? ਇਹ ਖੁਸ਼ੀਆਂ ਕਦੋਂ ਹਾਸਲ ਹੋਣੀਆਂ? ਫਿਰ ਉਹਨਾਂ ਨੂੰ ਚਾਹੀਦਾ ਡਾਈਵਰਟ ਕਰੋ ਨਾਲ ਦੀ ਨਾਲ। ਤੁਹਾਡੇ ਸਾਹਮਣੇ ਪੱਥਰ ਆ ਗਿਆ, ਪੱਥਰ ਤੋਂ ਪਾਸੇ ਦੀ ਹੋ ਕੇ ਲੰਘੋ। ਇਹੀ ਜ਼ਿੰਦਗੀ ਹੈ। ਤੁਹਾਡੀ ਗੱਲ ਬਿਲਕੁਲ ਸਹੀ ਆ। ਅਸੀਂ ਕੁਝ ਕੁ ਦਿਨ ਪਹਿਲਾਂ ਡਾਕਟਰ ਅਮਰਵੀਰ ਸਿੰਘ ਨਾ, ਉਹਨਾਂ ਨਾਲ ਇੰਟਰਵਿਊ ਕੀਤੀ ਸੀ। ਉਹਨਾਂ ਦਾ ਵੀ ਇਹੀ ਕਹਿਣਾ ਸੀ ਕਿ ਤੁਹਾਨੂੰ ਅਸਲ 'ਚ ਪਤਾ ਹੀ ਨਹੀਂ ਤੁਸੀਂ ਸੈਲੀਬ੍ਰੇਟ ਕੀ ਕਰਨਾ। ਤੁਸੀਂ ਬਿਲਕੁਲ ਆਹੀ ਚੀਜ਼ ਸੈਲੀਬ੍ਰੇਟ ਕਰ ਰਹੇ ਹੋ ਵੀ ਜੇ ਸਾਡੇ ਘਰ 'ਚੋਂ ਕੋਈ ਤੁਰ ਗਿਆ, ਤੁਸੀਂ ਮਹੀਨੇ ਬਾਅਦ ਵੀ ਯਾਦ ਕਰੋਗੇ। ਹਾਂ, ਤੁਸੀਂ ਫਿਰ ਉਹਨੂੰ ਸਾਲ ਬਾਅਦ ਯਾਦ ਕਰਦੇ ਹੋ। ਉਹ ਇੱਕ ਤਰ੍ਹਾਂ ਨਾਲ ਤੁਸੀਂ ਉਹਨੂੰ ਸੈਲੀਬ੍ਰੇਟ ਚੰਗੀ ਗੱਲਾਂ ਲੈ ਕੇ। ਹਾਂ, ਕੈਂਪਾਂ ਦੇ ਵਿੱਚ ਮੈਂ ਦੇਖਿਆ ਰੁਪਿੰਦਰ, ਆਮ ਤੌਰ ਤੇ ਜਦੋਂ ਕੈਂਪ ਕੋਈ ਬਾਹਰੋਂ ਬੱਚੇ ਆਉਂਦੇ ਆ ਨਾ, ਕੁੜੀਆਂ ਬਿਮਾਰ ਹੋਣੀਆਂ ਸ਼ੁਰੂ ਹੋ ਜਾਂਦੀਆਂ। ਕਿਸੇ ਨੂੰ ਮਤਲਬ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ, ਕੋਈ ਬੇਹੋਸ਼ ਹੋ ਗਈ, ਕੋਈ ਹੋਰ। ਮੈਂ ਨੋਟ ਕੀਤਾ ਵੀ ਕੁੜੀਆਂ ਨੂੰ ਕਿਉਂ ਹੁੰਦੀ ਹੈ ਪ੍ਰੋਬਲਮ? ਇਹ ਪ੍ਰੋਬਲਮ ਕੀ ਹੈ ਇਹ? ਫਿਰ ਮਹਿਸੂਸ ਕੀਤਾ ਕਿ ਕੁੜੀਆਂ ਆਪਣੇ ਪਰਿਵਾਰ ਨਾਲ ਜ਼ਿਆਦਾ ਜੁੜੀਆਂ ਹੁੰਦੀਆਂ। ਜਦੋਂ ਪਰਿਵਾਰ ਤੋਂ ਬਾਹਰ ਆਉਂਦੀਆਂ ਤੇ ਉਹਨਾਂ ਨੂੰ ਉੱਥੇ ਸਿੰਪਥੀ ਚਾਹੀਦੀ ਹੁੰਦੀ ਹੈ, ਥੋੜਾ ਜਿਹਾ ਉਹਨਾਂ ਨੂੰ ਪੈਟਰਨਾਈਜੇਸ਼ਨ ਚਾਹੀਦੀ ਹੁੰਦੀ ਹੈ ਕਿ ਕੋਈ ਮੇਰੀ ਕੇਅਰ ਕਰਨ ਵਾਲਾ ਹੋਵੇ, ਮੈਨੂੰ ਪੁੱਛਣ ਵਾਲਾ ਹੋਵੇ ਕੋਈ। ਤੇ ਅਸੀਂ ਉਹ ਕਰਨਾ ਸ਼ੁਰੂ ਕਰਤਾ, ਵੀ ਕੁੜੀਆਂ ਦਾ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰਤਾ, ਤੇ ਉਹ ਸਮੱਸਿਆ ਖਤਮ ਹੋ ਗਈ। ਇਹ ਸਾਡੇ ਬਹੁਤੇ ਲੋਕਾਂ ਦੇ ਮਨ ਦੇ ਵਿੱਚ ਇਹ ਹੈ, ਇਨਸਿਕਿਉਰ ਫੀਲ ਕਰਦੇ ਆ, ਉਹ ਸਿੰਪਥੀ ਲੈਣ ਦੀ ਕੋਸ਼ਿਸ਼ ਕਰਦੇ ਆ ਵੀ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ। ਫਿਰ ਉਹ ਲੋਕ ਰਿਪ ਲਿਖੀ ਜਾਂਦੇ ਆ, ਅਖੀਰ ਉਹ ਵੀ ਲਿਖਣੋਂ ਹਟ ਜਾਂਦੇ ਆ। ਕਿੰਨਾ ਕੁ ਚਿਰ ਲਿਖੀ ਜਾਣਗੇ ਲੋਕ ਸੁਸਾਈਡ? ਅਖੀਰ ਉਹ ਲੋਕ ਵੀ ਕਹਿੰਦੇ ਆ ਇਹਦੀ ਪੋਸਟ ਹੀ ਡਿਲੀਟ ਕਰੋ, ਇਹਨੂੰ ਬੰਦੇ ਨੇ ਅਨਫਰੈਂਡ ਕਰੋ, ਬਾਹਰ ਕਰੋ। ਜਦੋਂ ਅਸੀਂ ਵੰਡ ਕੀ ਰਹੇ ਹਾਂ ਸਮਾਜ ਨੂੰ, ਗਮ ਵੰਡ ਰਹੇ ਹਾਂ। ਗਮ ਤਾਂ ਸਾਡਾ ਹੈ, ਅਸੀਂ ਦੂਜਿਆਂ ਤੋਂ ਉਮੀਦ ਕਰਦੇ ਹਾਂ ਕਿ ਉਹ ਸਾਡਾ ਗਮ ਲੈ ਕੇ ਸਾਨੂੰ ਜਿਹੜਾ ਸਿੰਪਥੀ ਦੇਣ। ਉਹ ਕਿੰਨਾ ਕੁ ਚਿਰ ਦੇਣਗੇ? ਇਹ ਸਾਨੂੰ ਆਪਣੇ ਆਪ ਨੂੰ ਝੱਲਣਾ ਪੈਣਾ। ਸਾਡੇ ਰਸਤੇ ਦੇ ਰੋੜੇ, ਉਹਨਾਂ ਤੋਂ ਬਚ ਕੇ ਸਾਨੂੰ ਆਪ ਲੰਘਣਾ ਪੈਣਾ ਹੈ। ਜੇ ਚਿੱਕੜ ਆ ਗਿਆ ਰਸਤੇ 'ਚ, ਤੇ ਚਿੱਕੜ ਦੇ ਵਿੱਚ ਹੀ ਥੋੜ੍ਹਾ ਲੰਘੀ ਜਾਵਾਂਗੇ ਅਸੀਂ, ਫਿਰ ਅੱਗੇ ਚਿੱਕੜ ਲੱਭਾਂਗੇ ਅਸੀਂ ਵੀ ਹੁਣ ਕਿਹੜੇ ਚਿੱਕੜ ਵਿੱਚ ਦੀ ਲੰਘੀਏ। ਸੋ ਇਹ ਆਦਤ ਬਣ ਜਾਂਦੀ ਹੈ ਇਨਸਾਨ ਦੀ, ਇਹ ਤੋਂ ਬਚਣਾ ਚਾਹੀਦਾ ਸਾਨੂੰ। ਜਦੋਂ ਤੁਹਾਡੀਆਂ ਬੇਟੀਆਂ ਹੋਈਆਂ ਨਾ, ਤਾਂ ਫਿਰ ਉਦੋਂ ਤੁਸੀਂ ਦੋਵਾਂ ਨੇ ਆਪਣੀ ਜ਼ਿੰਦਗੀ 'ਚ ਕੀ ਤਬਦੀਲੀ ਮਹਿਸੂਸ ਕੀਤੀ? ਖਾਸ ਕਰਕੇ ਤੁਸੀਂ, ਕਿਉਂਕਿ ਮਤਲਬ ਮੈਨੂੰ ਲੱਗਦਾ ਕਿ ਜਿਵੇਂ ਤੁਸੀਂ ਕਹਿ ਰਹੇ ਕਿ ਜਿਹੜੇ ਪਰਿਵਾਰਕ ਮਾਹੌਲ 'ਚੋਂ ਤੁਸੀਂ ਆਏ ਸੀ, ਹੈ ਨਾ, ਜਾਂ ਪਿੰਡ ਦਾ ਮਾਹੌਲ ਬਹੁਤ ਜ਼ਿਆਦਾ ਬੈਕਵਰਡ ਹੈ ਨਾ ਸੀਗਾ, ਬੇਟੀਆਂ ਹੋਣਾ ਇੱਕ ਹੋਰ ਬਹੁਤ ਵੱਡਾ ਪ੍ਰੈਸ਼ਰ ਹੁੰਦਾ ਸਾਡੇ 'ਤੇ ਉਹ ਕੀ ਤਬਦੀਲੀ ਤੁਸੀਂ ਆਪਣੇ ਆਪ 'ਚ, ਤੁਸੀਂ ਖਾਸ ਕਰਕੇ ਕੀ ਮਹਿਸੂਸ ਕੀਤਾ? ਔਰ ਅਸੀਂ ਰੁਪਿੰਦਰ, ਇਹ ਸੀਗਾ ਕਿ ਜਦੋਂ ਬੇਟੀ ਹੋਈ ਸਾਨੂੰ ਬੜੀ ਖੁਸ਼ੀ ਹੋਈ, ਕਿਉਂਕਿ ਸਾਡੇ ਦੋਵਾਂ ਦੇ ਮਨ 'ਚ ਮੁੰਡੇ ਕੁੜੀ ਦਾ ਕੋਈ ਐਸਾ ਸੰਕਲਪ ਹੀ ਨਹੀਂ ਹੈ। ਅਸੀਂ ਇਹ ਸੋਚਦੇ ਹਾਂ ਵੀ ਸਾਨੂੰ ਕੁਦਰਤ ਨੇ ਇਹ ਦਾਤ ਦਿੱਤੀ ਹੈ ਕਿ ਅਸੀਂ ਬੱਚੇ ਪੈਦਾ ਕਰ ਸਕੀਏ ਅਤੇ ਉਹਨਾਂ ਨੂੰ ਪਾਲ ਸਕੀਏ। ਉਹ ਮੁੰਡਾ ਜਾਂ ਕੁੜੀ ਡਿਸਾਈਡ ਕਰਨਾ ਉਹ ਸਾਡੀ ਮਰਜ਼ੀ ਨਹੀਂ ਹੈ, ਉਹ ਸਾਨੂੰ ਨਹੀਂ ਕਰਨਾ ਚਾਹੀਦਾ। ਕੁਦਰਤ 'ਚ ਸਾਨੂੰ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਹਾਲਾਂਕਿ ਉਦੋਂ ਤਾਂ ਅਲਟਰਾ ਸਕੈਨ ਘਰੇ ਆ ਕੇ ਵੀ ਕਰ ਸਕਦੇ ਸੀਗੇ, ਉਦੋਂ ਸਾਰਾ ਕੁਝ ਸੀ, ਕਿਸੇ ਕੋਈ ਪਾਬੰਦੀ ਵੀ ਹੈ ਨਹੀਂ ਸੀ, ਚੈੱਕ ਕਰਾਉਣ 'ਤੇ ਕੋਈ ਪਾਬੰਦੀ ਨਹੀਂ ਸੀ। ਪਰ ਅਸੀਂ ਪਹਿਲੀ ਵਾਰੀ ਜਦੋਂ ਵੱਡੀ ਬੇਟੀ ਸਾਡੀ ਪੈਦਾ ਹੋਈ, ਉਦੋਂ ਮੈਂ ਗਿਆ ਬਾਜ਼ਾਰ, ਬਰਫੀ ਲਿਆਂਦੀ, ਸਾਰੇ ਰਿਸ਼ਤੇਦਾਰਾਂ ਦੇ ਵਿੱਚ ਬਰਫੀ ਦੇ ਡੱਬੇ ਅਸੀਂ ਵੰਡੇ। ਜਦੋਂ ਉਹਦਾ ਫਿਰ ਬਰਥਡੇ ਵੀ ਅਸੀਂ ਮਨਾਉਂਦੇ ਰਹੇ, ਹਰ ਸਾਲ ਬਰਥਡੇ ਮਨਾਉਣਾ। ਕੁੜੀਆਂ ਦਾ ਬਰਥਡੇ ਉਦੋਂ ਕੋਈ ਸੋਚ ਨਹੀਂ ਸੀ ਸਕਦਾ ਵੀ ਇਹ ਅਸੀਂ ਫੰਕਸ਼ਨ ਕਰਕੇ ਉਹਦਾ ਬਰਥਡੇ ਮਨਾਉਂਦੇ ਰਹੇ, ਖੁਸ਼ੀ।
ਫਿਰ ਜਦੋਂ ਦੂਸਰੀ ਆ ਗਈ ਲੋਕ ਚੱਕਣ ਵੀ ਹੁਣ ਦੇਖਾਂਗੇ ਹੁਣ ਇਹ ਹੁਣ ਕੀ ਕਰਦੇ ਆ। ਮੈਨੂੰ ਵੀ ਪਤਾ ਸੀ, ਮੈਂ ਕਿਹਾ ਲੋਕਾਂ ਦੀਆਂ ਨਜ਼ਰਾਂ ਮੇਰੇ ਤੇ ਹੈ ਵੀ ਇਹ ਕਹਿੰਦਾ ਕੁਝ ਹੋਰ ਤੇ ਕਰਦਾ ਕੁਝ ਹੋਰ ਤਾਂ ਨਹੀਂ, ਵੀ ਇਹ ਸਟੇਜਾਂ ਤੇ ਕੀ ਕਹਿੰਦਾ ਤੇ ਬਾਕੀ ਕੀ ਕਰਨਗੇ। ਫਿਰ ਹੁਣ ਇਹ ਫਿਰ ਮੈਂ ਗਿਆ ਬਾਜ਼ਾਰ, ਮੈਂ ਕਿਹਾ ਵੀ ਉਦੋਂ ਸੀਗਾ ਬਰਫੀ ਵੰਡੀ ਸੀ, ਹੁਣ ਗੁਲਾਬ ਜਾਮਣਾ ਵੰਡਣੀ ਹੈ। ਫਿਰ ਗੁਲਾਬ ਜਾਮਣਾ ਲੋਕ ਐ ਝਾਕਣ ਵੀ ਹੈ ਵੀ ਇਹ ਬੰਦਾ ਕਿਹੋ ਜਿਹੇ ਬੰਦੇ ਹੈ, ਕਿਹੋ ਜਿਹਾ ਪਰਿਵਾਰ ਹੈ ਇਹ। ਫਿਰ ਅਸੀਂ ਫਿਰ ਘਰੋਂ ਵਿਰੋਧਤਾ ਹੋਣੀ ਸ਼ੁਰੂ ਹੋ ਗਈ। ਹਾਂਜੀ ਮਤਲਬ ਮੈਂ ਕਹਿਣ 'ਚ ਵੀ ਮੈਨੂੰ ਸੰਗ ਨਹੀਂ ਇਸ ਗੱਲ 'ਚ ਵੀ। ਮੇਰੀ ਮਾਤਾ ਜਿਹੜੀ ਹੈ ਉਹ ਜ਼ਿਆਦਾ ਵਿਚਾਰਾਂ ਦੀ ਸੀਗੀ, ਉਹਨੇ ਵਾਰ-ਵਾਰ ਕਹਿਣਾ ਜਗਜੀਤ ਦੂਜਾ ਪੱਥਰ। ਮੈਂ ਇੱਕ ਵਾਰੀ ਸੁਣੀ, ਦੂਜੀ ਵਾਰੀ ਸੁਣੀ, ਤੀਜੀ ਵਾਰੀ। ਫਿਰ ਮੈਂ ਸਾਰੇ ਪਰਿਵਾਰ ਨੂੰ ਉੱਥੇ ਜਾ ਕੇ ਬਿਠਾ ਲਿਆ ਤੁੰਗ ਵਾਲੀ। ਮੈਂ ਕਿਹਾ ਵੀ ਜਿਹਨੂੰ ਮੁੰਡਾ ਚਾਹੀਦਾ ਨਾ ਮੇਰੇ ਘਰੇ ਨਾ ਵੜਿਓ, ਮੇਰੀਆਂ ਤਾਂ ਦੋਵੇਂ ਕੁੜੀਆਂ ਤੇ ਕੁੜੀਆਂ ਰਹਿਣਗੀਆਂ। ਮੈਂ ਕਿਹਾ ਇਸ ਤੋਂ ਬਾਅਦ ਨਾ ਅਸੀਂ ਕੋਈ ਚਾਂਸ ਲਈਏ ਤੇ ਨਾ ਕੋਈ ਮੁੰਡੇ ਦੀ ਸਾਥੋਂ ਉਮੀਦ ਕਰਿਓ, ਅਸੀਂ ਦੇਖਣਾ ਹੈ ਕਿ ਸਾਨੂੰ ਕੀ ਚਾਹੀਦਾ, ਬਸ ਫਤਿਹ ਆ। ਮੈਂ ਕਿਹਾ ਉਸ ਤੋਂ ਬਾਅਦ ਫਿਰ ਗੱਲ ਕਰੂੰ। ਫਿਰ ਇਹਨਾਂ ਪਤਾ ਕੀ ਇਹ ਪ੍ਰੋਬਲਮਸ ਆਈਆਂ ਮੈਨੂੰ ਵੀ ਨੋਟ ਕਰਨ 'ਚ ਵੀ ਮੈਂ ਜਿਵੇਂ ਤਿਆਰ ਤੁਰ ਹੋ ਕੇ ਵਧੀਆ ਬਹਿੰਦੀ ਤੇ ਜਦੋਂ ਮੈਂ ਪੂਰਾ ਐ ਹੋ ਜਾਣਾ ਤੇ ਕਈ ਵਾਰ ਬੀਜੀ ਨੇ ਕੋਈ ਨਾ ਗੱਲ ਫਿਰ ਐਂ ਜੀ ਕਰਦੇ ਨੇ ਵੀ ਫਲਾਨੇ ਦੇ ਤੌਂਦੀ ਦੇ ਮੁੰਡਾ ਹੋ ਗਿਆ ਜਾਂ ਇਦਾਂ ਦੀ ਮਤਲਬ ਯਾਦ ਕਰਾ ਦੇ ਨੇ। ਫਿਰ ਇਹਨਾਂ ਨੇ ਮੈਨੂੰ ਸਮਝਾਇਆ, ਕਹਿੰਦੇ ਪੰਮੀ ਇਹਨਾਂ ਦਾ ਜਿਹੜਾ ਲੈਵਲ ਹੈ ਨਾ ਆਸ-ਪਾਸ ਪੜੋਸ 10 ਕੁ ਲੇਡੀਜ਼ ਦਾ ਹੈ, ਇਦੋਂ ਬਾਅਦ ਪੁੱਛੋ ਮੰਡੀ ਤੇ ਇਦੋਂ ਬਾਅਦ ਇਹਨਾਂ ਦੇ ਪੇਕੇ ਬੀਬੀ ਦਾ ਆਪਣੇ ਪਿੰਡ ਵਾਲੀ ਆਪਣੇ ਪਿੰਡ ਵਾਲੀ ਬੀਬੀ ਦਾ ਲੈਵਲ ਘੁੰਮਣ ਦਾ ਇੰਨਾ ਕੀ। ਉਸ ਲੇਡੀ ਦੇ ਵਿਚਾਰ ਵੀ ਇਹਦੇ ਵਰਗੇ ਆ, ਉਹਦੇ ਵੀ ਇਹਦੇ ਵਰਗੇ, ਸਾਰੀਆਂ ਉੱਥੋਂ ਦੀਆਂ। ਇਹਨਾਂ ਦੀ ਗੱਲ ਦਾ ਕੀ ਗੁੱਸਾ ਆਪਾਂ ਕਰਾਂਗੇ ਜੇ ਮੰਨ ਲਾ ਵੀ ਇਹ ਤੈਨੂੰ ਬਾਰ-ਬਾਰ ਕਹਿੰਦੀ, ਕਿਉਂਕਿ ਇਹਨਾਂ ਨੇ ਕੁਝ ਹੋਰ ਸਿੱਖਿਆ ਹੀ ਨਹੀਂ, ਕੁਝ ਸੁਣਿਆ ਹੀ ਨਹੀਂ ਹੈ ਨਾ। ਫਿਰ ਮੈਂ ਆਪਦੇ ਆਪ ਨੂੰ ਇਦਾਂ ਬਣਾਉਣਾ ਸ਼ੁਰੂ ਕੀਤਾ ਵੀ ਚਲੋ ਠੀਕ ਹੈ ਕੁਝ ਨਹੀਂ ਹੁੰਦਾ ਹੈ ਨਾ, ਵੀ ਚਲੋ। ਫਿਰ ਅਸੀਂ ਛੋਟੀ ਬੇਟੀ ਦੇ ਜਨਮ ਦਿਨ 'ਤੇ ਪਾਠ ਰੱਖਿਆ ਹੋਇਆ ਵੀ ਸਾਡੇ ਤਾਂ ਅਸੀਂ ਤਾਂ 2 ਹੀ ਮੰਨਦੇ ਹਾਂ ਦੋਨੋਂ ਬੇਟੀਆਂ, ਪਰ ਉਹਨਾਂ ਦੇ ਮਨ 'ਚ ਕਿਤੇ ਨਾ ਕਿਤੇ ਇਹ ਰਹਿਣਾ ਵੀ ਜਵਾਕ ਨਹੀਂ ਕੋਈ ਹੋਇਆ। ਜਦੋਂ ਦੋਨੋਂ ਬੇਟੀਆਂ ਤਾਂ ਤੁੰਗਲ ਹੀ ਗਈਆਂ ਅਤੇ ਸੁੱਤੀਆਂ ਪਈਆਂ ਅਤੇ ਮੈਂ ਇੱਥੇ ਮੁਕਤਸਰ ਸੀ, ਛੁੱਟੀਆਂ 'ਚ ਚਲੀਆਂ ਜਾਂਦੀਆਂ ਤਾਂ ਗਲੀ ਦੇ ਵਿੱਚ ਕੋਈ ਬੁੜੀ ਆਈ ਅਤੇ ਉਹਨੇ ਬੀਬੀ ਨੂੰ ਆਵਾਜ਼ ਮਾਰੀ ਅਤੇ ਗੱਲਾਂ ਚੱਲ ਪਈਆਂ, ਕੌਣ ਆਇਆ ਕਿ ਜਗਜੀਤ ਦੀਆਂ ਕੁੜੀਆਂ। ਅਤੇ ਉਸ ਸੁਬਾਹ ਦਾ ਟਾਈਮ ਸੀ, ਜਾਗੋ ਮਿੱਟੀ 'ਚ ਪਈ ਸੀ। ਛੋਟੀ ਬੇਟੀ ਉਹ ਸਟਰੋਂਗ ਹੈ, ਵੱਡੀ ਥੋੜ੍ਹੀ ਜਿਹੀ ਮਤਲਬ ਸਿਮਥੀ ਜਿਹੀ ਵਾਲੀ ਉਹ ਲਾੜ ਪਈ, ਉਹ ਗੱਲਾਂ ਹਾਂ ਉਹ ਮੈਂ ਛੋਟੀ ਦਾ ਸੁਭਾਅ ਇਹਨਾਂ ਤੇ ਵੱਡੀ ਦਾ ਮੇਰੇ ਤੇ। ਉਹਨੇ ਵੀ ਉਹ ਕਹਿੰਦੇ ਹਾਂ ਦੀਪਾ ਮੇਰੇ ਦਿਓਰ ਦੇ ਬੇਟੇ ਦਾ ਨਾਮ ਹੈ, ਉਹ ਪਹਿਲਾਂ ਬੱਚਾ ਕਿਉਂਕਿ ਮੈਰਿਜ ਪਹਿਲਾਂ ਹੋ ਗਈ ਸੀ, ਹੋਰ ਉਸ ਤੋਂ ਬਾਅਦ ਆਪਣੇ ਘਰ 'ਚ ਨਾ ਕੋਈ ਜਵਾਕ ਨਹੀਂ ਹੋਇਆ। ਅੱਛਾ। ਜਦੋਂ ਉਹਨਾਂ ਨੇ ਇਹ ਗੱਲ ਕਹੀ, ਉਹਨੇ ਤਾਂ ਜਿਹੜੇ ਖੇਸ ਲਿਆ ਸੀ ਆਪਦੇ ਉੱਤੇ ਮਾਰਿਆ ਚਲਾ ਕੇ, ਖੇਸ ਤੇ ਮੰਜੇ ਤੇ ਖੜੀ ਹੋ ਗਈ। ਕਹਿੰਦੀ ਬੀਬੀ ਅਸੀਂ ਤੈਨੂੰ ਜਵਾਕ ਨਹੀਂ ਲੱਗਦੀਆਂ, ਕੁੜੀਆਂ ਨੂੰ ਲੋਕ ਜਵਾਕ ਨਹੀਂ ਕਹਿੰਦੇ, ਹਾਂ ਅਸੀਂ ਤੈਨੂੰ ਜਵਾਕ ਨਹੀਂ ਲੱਗਦੀਆਂ। ਤੇ ਸਾਡੇ ਪਾਪਾ ਜੀ ਕਹਿੰਦੇ ਸ਼ੁਕਰ ਹੈ ਕੋਈ ਇਹਦੇ ਨਾਲ ਵੀ ਮੱਥਾ ਲਾਉਣ ਵਾਲਾ ਆ ਗਿਆ। ਪਾਪਾ ਜੀ ਦੀ ਕਹਿਣਾ ਇਹ ਗੱਲ। ਉਸ ਤੋਂ ਬਾਅਦ ਉਹਨੇ ਜਦੋਂ ਹੀ ਉਦੋਂ ਫੋਨ ਆ ਗਏ ਸੀ ਇਹਨਾਂ ਦੇ ਆਫਿਸ 'ਚ, ਫੋਨ ਕੀਤਾ ਡੈਡੀ ਸਾਨੂੰ ਆ ਕੇ ਲੈ ਜਾਓ, ਅਸੀਂ ਨੇ ਇੱਥੇ ਰਹਿਣਾ। ਹੁਣ ਮੈਨੂੰ ਮੁਕਤਸਰ ਬੈਠੇ ਨੂੰ ਕੀ ਪਤਾ ਵੀ ਕੀ ਕਹਾਣੀ ਬੀਤ ਗਈ। ਅਤੇ ਜਦੋਂ ਆਫਿਸ 'ਚ ਆ ਗਈ, ਆਫਿਸ 'ਚ ਆ ਕੇ ਇੱਥੇ ਫੋਨ ਕੀਤਾ ਅਤੇ ਮੰਮੀ ਅਸੀਂ ਤਾਂ ਆ ਗਏ ਅਤੇ ਮੈਂ ਤਾਂ ਡੈਡੀ ਨਾਲ ਆ ਗੱਲ। ਮੈਂ ਕਿਹਾ ਬੇਟਾ ਇਹ ਗੱਲ ਡੈਡੀ ਨੂੰ ਦੱਸੀ, ਉਹਨਾਂ ਨੂੰ ਐਂ ਲੱਗੂ ਮੇਰੀ ਮਾਂ ਦੀ ਹੈ ਵੀ ਉਹਨਾਂ ਦੀ ਤਾਂ ਮਾਂ ਹੈ ਨਾ, ਫਿਰ ਉਹਨਾਂ ਨੂੰ ਫੀਲ ਹੋ। ਕਹਿੰਦੀ ਲੈ ਅਤੇ ਮੈਂ ਦੱਸਿਆ ਹੀ ਪਹਿਲਾਂ ਅਤੇ ਫਿਰ ਹੀ ਸੱਦਿਆ। ਮੈਂ ਕਿਹਾ ਗੰਦਾ ਲੱਗਦਾ ਮੈਨੂੰ। ਫਿਰ ਕਹਿੰਦੀ ਮੰਮੀ ਮੈਨੂੰ ਪਤਾ ਨਾ ਮੇਰੀ ਮੰਮੀ ਕਿਹੋ ਜਿਹੀ ਹੈ, ਉਹਨਾਂ ਨੂੰ ਵੀ ਪਤਾ ਹੈ ਵੀ ਮੇਰੀ ਮੰਮੀ ਕਿਹੋ ਜਿਹੀ, ਇਸ ਕਰਕੇ ਉਹਨਾਂ ਨੇ ਨਹੀਂ ਗੁੱਸਾ ਕੀਤਾ। ਉਹਨਾਂ ਨੂੰ ਪਤਾ ਹੈ ਵੀ ਉਹਨਾਂ ਦੀ ਮੰਮੀ ਨੇ ਇਹ ਗੱਲ ਕੀਤੀ ਹੈ ਅਤੇ ਉਹ ਸਾਨੂੰ ਲੈਣ ਆ ਗਏ, ਨਹੀਂ ਤਾਂ ਉਹਨਾਂ ਨੇ ਮੈਨੂੰ ਕੁਝ ਕਹਿਣਾ ਸੀ। ਵੈਸੇ ਇਹ ਚੀਜ਼ਾਂ ਮੈਂ ਮਤਲਬ ਜਿਵੇਂ ਹਮੇਸ਼ਾ ਅਸੀਂ ਵੀ ਆਪਸ ਵਿੱਚ ਜਦੋਂ ਬੈਠਦੇ ਹਾਂ ਨਾ ਇਹ ਗੱਲਾਂ ਕਰਦੇ ਹੁੰਦੇ ਆ ਵੀ ਕਈ ਵਾਰੀ ਨਾ ਹਸਬੈਂਡ ਵਾਈਫ ਨੂੰ ਪ੍ਰੋਬਲਮ ਨਹੀਂ ਹੁੰਦੀ ਕਿ ਸਾਡੇ ਬੱਚਾ ਕੀ ਆ, ਕਿਉਂਕਿ ਆਪਾਂ ਕਹਿੰਦੇ ਹੁੰਦੇ ਕਿ ਮੈਨੂੰ ਮੇਰੇ ਬੱਚੇ ਦਾ ਭਾਅ ਹੈ, ਜਿਹਦਾ ਕਿਸੇ ਦੂਜੇ ਦਾ ਉਹਨੂੰ ਆਪਣੇ ਬੱਚੇ ਦਾ ਭਾਅ ਹੈ ਨਾ। ਪਰ ਫਿਰ ਵੀ ਜਿਹੜੇ ਸਾਡੇ ਪਿਛਲਿਆਂ ਦਾ ਪ੍ਰੈਸ਼ਰ ਆ, ਉਹਨਾਂ ਚੀਜ਼ਾਂ ਨੂੰ ਅਸੀਂ ਆਪਣੇ ਆਪ 'ਤੇ ਇੰਨਾ ਹਾਵੀ ਕਰਦੇ ਹਾਂ ਵੀ ਇਸ ਇੱਦਾਂ ਦੇ ਮਾਮਲਿਆਂ 'ਚ ਕਈ ਵਾਰ ਪਤੀ ਪਤਨੀ 'ਚ ਬਹੁਤ ਸਾਰਾ ਕਲੇਸ਼ ਆ ਜਿਹੜਾ ਉਹ ਪੈਦਾ ਹੋ ਜਾਂਦਾ ਨਾ। ਜਿਵੇਂ ਤੁਸੀਂ ਕਿਹਾ ਵੀ ਬੇਟੀ ਨੇ ਕਹਿਤਾ ਮੈਨੂੰ ਮੇਰੀ ਮੰਮੀ ਦਾ ਪਤਾ, ਉਹਨਾਂ ਨੂੰ ਆਪਣੀ ਦਾ ਪਤਾ। ਇਹ ਨਾ ਜਿਵੇਂ ਮਤਲਬ ਮੈਨੂੰ ਕਹਾਵਤ ਇੱਕ ਬਣੀ ਹੈ ਗਲੀ ਦੇ ਵਿੱਚ, ਇੱਕ ਲੇਡੀ ਮੈਨੂੰ ਕਹਿੰਦੀ ਉਹ ਕਹਾਵਤ ਲੈ ਕੇ ਕਹਿੰਦੇ ਹਾਂ ਉਹ ਚੀਜ਼ ਬਹੁਤ ਵਧੀਆ ਹੈ, ਇਹ ਚੀਜ਼ ਬਹੁਤ ਸੁਣਨਾ। ਉਹ ਮੈਨੂੰ ਕਹਿੰਦੀ ਮੰਮੀ ਮੈਨੂੰ ਲੰਘਦੀ ਪਈ ਸੀ, ਮੈਨੂੰ ਕਹਿੰਦੀ ਪੰਮੀ ਧੀਆਂ ਦੀ ਮਾਂ ਰਾਣੀ ਅਤੇ ਬੁਢਾਪੇ ਭਰਦੀ ਪਾਣੀ, ਵੀ ਹੁਣ ਤੂੰ ਆਏ ਆ ਵੀ ਮੇਰੀਆਂ ਕੁੜੀਆਂ ਆਹ ਕਰਦੀਆਂ ਅਤੇ ਮੁੜ ਕੇ ਤੈਨੂੰ ਆਪੇ ਕੰਮ ਕਰਨਾ ਪਿਆ ਕਰੂਗਾ ਜਦੋਂ ਇਹਨਾਂ ਦੇ ਵਿਆਹ ਹੋ ਗਏ, ਵੀ ਤੇਰੇ ਕਿਹਨੇ ਕਰਨੇ ਆ। ਮੈਨੂੰ ਸੁਣ ਕੇ ਬੜਾ ਅਜੀਬ ਜਿਹਾ ਲੱਗਿਆ ਵੀ ਇਹ ਤਾਂ ਬੜਾ ਮਤਲਬ ਕਿਵੇਂ ਦੇ ਵਿਚਾਰ ਬਣੇ ਲੋਕਾਂ ਦੇ ਹੈ ਨਾ। ਇਹ ਮੈਂ ਇਹਨਾਂ ਕੋਲ ਗੱਲ ਕੀਤੀ, ਇਹ ਕਹਿੰਦੇ ਇਹ ਜਿਹੜੀ ਕਹਾਵਤ ਹੈ ਨਾ ਜਿਹੜੇ ਪੱਖ ਦੀਆਂ ਹੁੰਦੀਆਂ ਉਹ ਵੱਧ ਜਾਂਦੀਆਂ ਅਤੇ ਜਿਹੜੀਆਂ ਲੁਕਾਉਣ ਵਾਲੀਆਂ ਲੁਕਾਈਆਂ ਜਾਂਦੀਆਂ। ਇਹ ਕਹਿੰਦੇ ਇੱਕ ਕਹਾਵਤ ਹੋਰ ਵੀ ਬਣੀ ਹੈ ਪਰ ਉਹ ਨਾ ਲੋਕਾਂ ਨੇ ਲੁਕੋ ਲਈ। ਮੈਂ ਕਿਹਾ ਉਹ ਕਿਹੜੀ?
ਕਹਿੰਦੇ ਪੁੱਤਾਂ ਦੀ ਮਾਂ ਰਾਣੀ, ਬੁਢਾਪੇ 'ਚ ਹੁੰਦੀ ਕੁੱਤੇ ਖਾਣੀ। ਨਾ ਤਾਂ ਕਹਿੰਦੇ 50% ਧੀਆਂ ਦੀ ਮਾਂ ਰਾਣੀ ਪਾਣੀਆਂ ਭਰਦੀ ਹੈ, 50% ਲੇਡੀਜ਼ ਨਾਲ ਕੁੱਤੇ ਖਾਣੀ ਵੀ ਨਹੀਂ ਹੁੰਦੀ, 50% ਕੰਮ ਵੀ ਕਰਦੀਆਂ ਤੇ 50% ਔਰ ਉਹਦੇ ਨਾਲ ਇਹੀ ਹੋਇਆ। ਇੱਕ ਦਿਨ ਇਹ ਵਾਪਸ ਆ ਰਹੇ ਸੀਗੇ ਅਸੀਂ ਉਧਰੋਂ, ਤੇ ਉਹਦਾ ਮੁੰਡਾ ਜਿਹੜਾ ਹੈਗਾ ਉਹਨੂੰ ਕੁੱਟਣ ਨੂੰ ਤਿਆਰ ਸੀ, ਗਾਲਾਂ ਕੱਢ ਰਿਹਾ ਸੀ, ਉਸੇ ਲੇਡੀ ਦਾ, ਬਜ਼ੁਰਗ ਔਰਤ ਸੀ। ਮੈਂ ਕਿਹਾ ਵੀ ਆਹ ਦੇਖ ਹੋਈ ਜਾਂਦੀ ਹੈ ਨਾ, ਇਹ ਤਾਂ ਬੁੜੀ ਵੀ ਨਹੀਂ ਹੋਈ ਤੇ ਕੁੱਤੇ ਖਾਣੀ ਹੁਣੇ ਹੋਣੀ ਸ਼ੁਰੂ ਹੋ ਗਈ। ਆਪਣੇ ਨਾਲ ਘੱਟੋ ਘੱਟ ਇਸ ਤਰ੍ਹਾਂ ਦੀ ਤਾਂ ਨਹੀਂ ਨਾ ਹੁੰਦੀ, ਨਾ ਹੀ ਹੋਵੇ। ਔਰ ਬੇਗਾਨੀਆਂ ਜਿਹੜੀਆਂ ਧੀਆਂ ਜਿਹਨਾਂ ਨੂੰ ਤੁਸੀਂ ਬੇਗਾਨੀਆਂ ਕਹਿ ਕੇ ਵੀ ਭੰਡਦੇ ਨੇ, ਉਹ ਵੀ ਕਿਸੇ ਦੀਆਂ ਧੀਆਂ ਆ ਕੇ ਤੁਹਾਨੂੰ ਸੰਭਾਲਦੀਆਂ ਨੇ। ਜੇ ਤੁਹਾਡੇ ਆਪਣੀ ਧੀ ਦੀ ਸੰਭਾਲ ਤੋਂ ਤੁਹਾਨੂੰ ਪ੍ਰੋਬਲਮ ਆ ਨਾ, ਤੇ ਬੇਗਾਨੀ ਧੀ ਤੁਹਾਨੂੰ ਸੰਭਾਲੇ, ਉਹ 'ਚ ਤੁਹਾਨੂੰ ਖੁਸ਼ੀ ਮਿਲਦੀ ਹੈ। ਇਹ ਨਾ ਮੈਂ ਰੁਪਿੰਦਰ ਇੱਥੇ ਕਈ ਵਾਰੀ ਨਾ ਕਈ ਗੱਲਾਂ ਮੈਂ ਸਹਿਮਤ ਵੀ ਨਹੀਂ ਹੁੰਦੀ, ਕਈ ਕੁੜੀਆਂ 'ਚ ਵੀ ਇਦਾਂ ਦੀਆਂ ਪ੍ਰੋਬਲਮਸ ਆਉਂਦੀਆਂ। ਮੈਂ ਵਿਚਰੀ ਇਹਨਾਂ ਗੱਲਾਂ 'ਚੋਂ। ਜਿਹੜੀ ਗੱਲ ਮੈਨੂੰ ਮੇਰੇ ਪਾਪਾ ਜੀ ਜਾਂ ਮੇਰੀ ਬੀਬੀ ਮੈਨੂੰ ਟੋਕ ਦਿੰਦੀ, ਉਹ ਗੱਲ ਮੈਨੂੰ ਗੰਦੀ ਨਹੀਂ ਲੱਗਦੀ। ਉਹੀ ਗੱਲ ਜੇ ਮੇਰੀ ਸੱਸ ਸਹੁਰਾ ਮੈਨੂੰ ਟੋਕਦੇ, ਉਹ ਮੈਨੂੰ ਪਿੰਚ ਹੁੰਦੀ। ਫੋਰ ਐਗਜ਼ਾਮਪਲ, ਜਿਵੇਂ ਆਪਾਂ ਬੱਚਿਆਂ ਦੇ ਡਰੈਸਾਂ ਤੇ ਕੱਪੜਿਆਂ ਤੇ ਖਰਚ ਕਰ ਦਿੰਦੇ ਹਾਂ, ਤੇ ਹੁਣ ਬੈਗਾਂ ਬੂਗਾਂ ਤੇ ਕੱਪੜਿਆਂ ਤੇ ਬਹੁਤ ਖਰਚ ਕਰਦੇ। ਪੁਰਾਣੇ ਬਜ਼ੁਰਗ ਨਹੀਂ ਇੰਨਾ ਕਰਦੇ ਸੀ, ਉਹਨਾਂ ਦੇ ਕੋਲ ਇੰਨਾ ਸੋਚ ਹੀ ਨਹੀਂ ਸਕਦੇ ਸੀ ਵੀ ਅਸੀਂ ਇੰਨੀਆਂ ਫੀਸਾਂ ਭਰਾਂਗੇ ਜਾਂ ਇੱਦਾਂ ਦੇ ਕੱਪੜਿਆਂ ਤੇ ਖਰਚ ਕਰਾਂਗੇ। ਹੁਣ ਮੇਰੇ ਪਾਪਾ ਜੀ ਨੇ ਕਈ ਵਾਰੀ ਕਹਿਣਾ, ਪੰਮੀ ਕੀ ਹੈ, ਪਿਛਲੇ ਸਾਲ ਤਾਂ ਬੈਗ ਲੈ ਕੇ ਦਿੱਤੇ ਸੀ, ਤੂੰ ਐਕਟੀ ਫੇਰ ਬੈਗ ਲੈ ਲੈ। ਮੈਨੂੰ ਪਿੰਚ ਨਹੀਂ ਹੋਇਆ। ਇਹੀ ਗੱਲ ਮੈਂ ਫੀਲ ਕੀਤੀ ਜਦੋਂ ਮੈਂ ਤੁੰਗ ਵਾਲੀ ਗਈ, ਤੇ ਉਹ ਗੱਲਾਂ ਚੱਲਦੀਆਂ ਉਹਨਾਂ ਨੇ ਕਿਹਾ, ਤੁਸੀਂ ਤਾਂ ਬਹੁਤ ਖਰਚਾ ਕਰਦੇ ਪਏ ਹੋ, ਕੀ ਗੱਲ ਹੈ, ਜਵਾਕਾਂ ਤੇ ਇੰਨਾ ਕਰਤਾ, ਇਹੋ ਜਿਹੇ ਕੱਪੜੇ ਲਿਆਤੇ, ਇਹੋ ਜਿਹੇ ਬੈਗ। ਤੇ ਮੈਨੂੰ ਕੁਛ ਮਾੜਾ ਜਿਹਾ ਵੱਜਿਆ, ਤੇ ਪਰ ਮੈਂ ਆਪਦੇ ਆਪ ਨੂੰ ਸੰਭਾਲਿਆ ਵੀ ਇਹ ਗੱਲ ਤਾਂ ਮੈਂ ਪਹਿਲਾਂ ਵੀ ਸੁਣੀ ਹੈ। ਹਾਂ, ਸਹੀ ਗੱਲ। ਉਦੋਂ ਮੈਨੂੰ ਨਹੀਂ ਦੁੱਖ ਲੱਗਿਆ ਕਿਉਂਕਿ ਉਹ ਮੇਰੇ, ਇਹ ਮੈਨੂੰ ਨਹੀਂ, ਇਹ ਦੁੱਖ ਤਾਂ ਲੱਗ ਰਿਹਾ ਕਿਉਂਕਿ ਇਹਨਾਂ ਦੇ ਵੀ ਉਹਨਾਂ ਨੂੰ ਆਪਣਾਪਨ ਲੇਡੀਜ਼ ਦੇ ਵਿੱਚ ਨਹੀਂ ਆਉਂਦਾ। ਉਦੋਂ ਆਪਾਂ ਥੋੜ੍ਹਾ ਜਿਹਾ ਉੱਥੇ ਫੀਲ ਕਰਦੇ ਹਾਂ ਜਿੱਥੇ ਆਪਾਂ ਦੂਜਾ ਸਮਝ ਲਏ। ਜੇ ਉਹਨਾਂ ਨੂੰ ਵੀ ਮੈਂ ਆਪਦੇ ਸਮਝੂੰਗੀ ਤਾਂ ਮੈਨੂੰ ਦੁੱਖ ਨਹੀਂ ਆਊਗਾ। ਜਦੋਂ ਤੁਹਾਡੇ ਵਿੱਚ ਪਤੀ ਪਤਨੀ ਦੇ ਵਿੱਚ ਕੋਈ ਤੀਸਰਾ ਬੰਦਾ ਆ ਗਿਆ ਨਾ, ਚਾਹੇ ਕੋਈ ਵੀ ਹੋਵੇ, ਬੇਸ਼ੱਕ ਮਾਂ ਪਿਓ ਭੈਣ ਭਰਾ ਰਿਸ਼ਤੇਦਾਰ ਫੁੱਫੜ ਭੂਆ, ਜਿਹੜਾ ਵੀ ਉਹ ਆ ਗਿਆ, ਇਹ ਸਮਝੋ ਕਿ ਫਿਰ ਤੁਸੀਂ ਉਹਨੂੰ ਤੂਲ ਦੇਣੀ ਸ਼ੁਰੂ ਕਰਤੀ, ਉਹਨੂੰ ਇੰਪੋਰਟੈਂਸ ਦੇਣੀ ਸ਼ੁਰੂ ਕਰਤੀ। ਉਹ ਕੀ ਕਹਿੰਦਾ ਹੈ ਉਹਨੂੰ ਵੱਧ ਜਿਹੜਾ ਹੈਗਾ ਉਹ ਤੁਸੀਂ ਉੱਤੇ ਰੱਖਣ ਲੱਗ ਗਏ। ਇਹ ਸਮਝੋ ਕਿ ਤੁਹਾਡੇ ਆਪਸ ਦੇ ਵਿੱਚ ਦਰਾਰ ਪੈ ਗਿਆ। ਕਿਉਂਕਿ ਦੇਖੋ, ਮਾਂ-ਬਾਪ ਨੇ ਇੱਕ ਦਿਨ ਚਲੇ ਜਾਣਾ, ਭੈਣਾਂ ਨੇ ਵਿਆਹ ਕੇ ਚਲੇ ਜਾਣਾ, ਭਰਾਵਾਂ ਨੇ ਅੱਡ ਹੋ ਜਾਣਾ, ਬੱਚਿਆਂ ਨੇ ਵਿਆਹ ਕੇ ਚਲੇ ਜਾਣਾ, ਤੇ ਨਾਲ ਕੌਣ ਹੈ ਤੁਹਾਡੇ ਲਾਸਟ ਮੂਮੈਂਟ ਤੱਕ? ਪਤਨੀ। ਤੇ ਪਤਨੀ ਨੂੰ ਤੁਸੀਂ ਨੈਗਲੈਕਟ ਕਰਕੇ ਇੱਕ ਤੀਜੇ ਬੰਦੇ ਦੀ ਜਿਹੜੀ ਹੈ ਉਹਦਾ ਵਿਚਾਰ ਉੱਚਾ ਰੱਖਦੇ ਹੋ, ਤੇ ਤੁਹਾਡਾ ਆਪਣੇ 'ਚ ਤਾਂ ਖਰਾਬ ਹੋ ਹੀ ਗਿਆ ਨਾ ਕੰਮ, ਤੁਹਾਡਾ ਪਰਿਵਾਰ ਤਾਂ ਖਰਾਬ ਹੋ ਹੀ ਗਿਆ। ਇਸ ਕਰਕੇ ਜਿਹੜਾ ਮਰਜ਼ੀ ਹੋਵੇ, ਮੈਂ ਤਾਂ ਕਹਿੰਦਾ ਕਿ ਜੇ ਪਤਨੀ ਦੇ ਵਿਚਾਲੇ, ਪਤੀ ਪਤਨੀ ਦੇ ਵਿਚਾਲੇ ਉਹ ਆਉਂਦਾ ਹੈ, ਉਹਨੂੰ ਕਹੋ ਪਾਸੇ ਹੋ ਕੇ ਬੈਠ ਭਾਈ ਸਾਹਿਬ, ਤੇਰਾ ਕੋਈ ਕੰਮ ਨਹੀਂ, ਸਾਡਾ ਆਪਸ ਮਸਲਾ ਹੈ, ਅਸੀਂ ਆਪੇ ਸੁਲਝਾ ਲਾਂਗੇ, ਤੇਰੀ ਰਾਏ ਦੀ ਸਾਨੂੰ ਕੋਈ ਲੋੜ ਨਹੀਂ ਹੈ, ਤੂੰ ਪਾਸੇ ਹੋ ਕੇ ਬੈਠ। ਤੇ ਤੁਸੀਂ ਦੇਖੋ ਵੀ ਤੁਹਾਡੀਆਂ 99% ਸਮੱਸਿਆਵਾਂ ਜਿਹੜੀਆਂ ਉਹ ਹੱਲ ਹੋ ਜਾਂਦੀਆਂ। ਤੀਜਾ ਬੰਦਾ ਆ ਕੇ ਜਿਹੜਾ ਹਮੇਸ਼ਾ ਉਹ ਤੁਹਾਨੂੰ ਜ਼ਿਆਦਾ ਖਰਾਬ ਕਰਦਾ ਹੈ। ਪਰ ਮੈਨੂੰ ਇੱਕ ਚੀਜ਼ ਇਹ ਵੀ ਲੱਗਦੀ ਹੁੰਦੀ ਹੈ ਵੀ ਤੀਜੇ ਨਾਲੋਂ ਵੀ ਜ਼ਿਆਦਾ ਕਈ ਵਾਰੀ, ਹੈ ਨਾ, ਜਿਵੇਂ ਮਤਲਬ ਦੋ ਆਪੋਜਿਟ ਜੈਂਡਰ ਮਿਲਦੇ ਨੇ ਇੱਕ ਵਿਆਹ ਦੇ ਦੌਰਾਨ, ਹੈ ਨਾ, ਫੀਮੇਲ ਆ ਉਹਨੂੰ ਤੁਸੀਂ ਬਹੁਤ ਈਜ਼ੀਲੀ ਮੋਲਡ ਕਰ ਲੈਂਦੇ ਹੋ, ਕਿਉਂਕਿ ਉਹਦੇ ਜੰਮਣ ਤੋਂ ਲੈ ਕੇ ਜਦੋਂ ਤੱਕ ਉਹਨੂੰ ਪਾਲਿਆ ਜਾਂਦਾ, ਪੜ੍ਹਾਇਆ ਲਿਖਾਇਆ ਜਾਂਦਾ, ਉਹਨੂੰ ਇੱਕ ਚੀਜ਼ ਬਹੁਤ ਸਹਿਜ ਨਾਲ ਸਮਝਾ ਦਿੱਤੀ ਜਾਂਦੀ ਹੈ, ਚਾਹੇ DC ਲੱਗ ਜਾਵੇ, ਜਦੋਂ ਕਿਸੇ ਦੀ ਨੂੰਹ ਬਣ ਗਈ ਝੁਕਣਾ ਪੈਣਾ ਹੀ ਆ, ਹੈ ਨਾ, ਤੈਨੂੰ ਆਹ ਚੀਜ਼ਾਂ 'ਚ ਸਮਝੌਤੇ ਕਰਨੇ ਹੀ ਪੈਣਗੇ, ਤੈਨੂੰ ਮੋਲਡ ਹੋਣਾ ਪੈਣਾ। ਉਹਦੇ ਲਈ ਉਹ ਮੋਲਡ ਹੋਣਾ ਬਹੁਤ ਵੱਡਾ ਇਸ਼ੂ ਨਹੀਂ ਹੁੰਦਾ। ਪਰ ਜੋ ਮੇਲ ਆ, ਜਿਹਨੇ ਕਦੀ ਇਹ ਨਹੀਂ ਦੇਖਿਆ ਹੁੰਦਾ ਕਿ ਮਾਂ ਪਿਓ ਨੂੰ ਕਦੀ ਜਵਾਬ ਦਿੰਦੀ ਘਰ 'ਚ ਦਿਖੀ ਹੋਵੇ, ਭੈਣ ਕਦੀ ਪਿਓ ਨੂੰ ਜਵਾਬ ਦਿੰਦੀ ਦਿਖੀ ਹੋਵੇ, ਜਾਂ ਭੈਣਾਂ 'ਚ ਵੀ ਇੰਨੀ ਹਿੰਮਤ ਨਹੀਂ ਹੁੰਦੀ ਵੀ ਉਹ ਭਰਾ ਨੂੰ ਵੀ ਉੱਠ ਕੇ ਕੱਲ੍ਹ ਨੂੰ ਜਵਾਬ ਦੇ ਦੇਣ, ਹੈ ਨਾ। ਉਹਦੇ ਲਈ ਜਦੋਂ ਇੱਕ ਬਾਹਰੋਂ ਆਈ ਔਰਤ ਉਹਨੂੰ ਸਮਝਾਉਂਦੀ ਆ ਵੀ ਮੇਰੇ ਖੁਸ਼ ਰਹਿਣ ਦੇ ਵੀ ਕੁਛ ਕੁ ਤੌਰ ਤਰੀਕੇ ਨੇ, ਤੈਨੂੰ ਇਹਨਾਂ ਚੀਜ਼ਾਂ 'ਚ ਬਦਲਣਾ ਪਊਗਾ। ਉਹ ਵਾਅਦਾ ਕਰ ਲੂ, ਹਾਂ, ਇੱਕ ਮੋਹ 'ਚ ਕਹਿ ਲਓ, ਚਾਹੇ ਤੁਸੀਂ ਕਿਸੇ ਵੀ ਚੀਜ਼ 'ਚ ਕਹਿ ਲਓ, ਮੈਂ ਬਦਲ ਜਾਊਂਗਾ। ਪਰ ਜਦੋਂ ਉਹਦੀ ਈਗੋ ਉਹਨੂੰ ਅੰਦਰੋਂ ਪਿੰਚ ਕਰਦੀ ਮੇਰੇ ਹੈ, ਮਾਂ-ਪਿਓ ਕੀ ਕਹਿਣਗੇ, ਹਾਂ, ਮੇਰੀ ਸੁਸਾਇਟੀ ਕੀ ਕਹੂਗੀ, ਮੇਰੇ ਮਾਂ-ਪਿਓ ਕਹਿਣਗੇ ਇਹ ਦਬ ਗਿਆ, ਇਹ ਜਨਾਨੀ ਥੱਲੇ ਲੱਗ ਗਿਆ, ਜਦੋਂ ਇਹੋ ਜਿਹੀਆਂ ਚੀਜ਼ਾਂ ਸੁਣਦੇ ਤਾਂ ਉਹ ਦੂਜੇ ਦਿਨ ਆਪਣਾ ਵਾਅਦਾ ਭੁੱਲ ਜਾਂਦਾ, ਹੈ ਨਾ। ਜੇ ਹੁਣ ਉਹੋ ਜਿਹੇ ਹਾਲਾਤ 'ਚ ਕਿਸੇ ਔਰਤ ਨੂੰ ਰਹਿਣਾ ਪੈ ਜਾਵੇ ਤਾਂ ਤੁਹਾਨੂੰ ਕੀ ਲੱਗਦਾ ਕਿ ਉਹ ਐਡਜਸਟ ਕਰੂਗੀ ਫਿਰ? ਜਾਂ ਬੰਦੇ 'ਚ ਇਹ ਈਗੋ ਘਟਾਉਣ ਦਾ ਕਿਹੜਾ ਤਰੀਕਾ ਵੀ, ਉਹ ਜੇ ਆਪਣੀ ਵਾਈਫ ਨੂੰ ਖੁਸ਼ ਰੱਖਣਾ ਚਾਹੁੰਦਾ ਤਾਂ ਉਹਨੂੰ ਕੀ ਬਦਲਾਅ ਨੇ ਜਿਹੜੇ ਆਪਣੇ 'ਚ ਕਰ ਲੈਣੇ ਚਾਹੀਦੇ? ਇਹ ਤਾਂ ਰੱਬ ਹੀ ਸਮੱਤ ਬਖਸ਼ੇ ਚੰਗਾ। ਨਹੀਂ ਤੁਸੀਂ ਕੀਤੇ? ਹਾਂ, ਅਸਲ ਗੱਲ ਇਹ ਹੈ ਕਿ ਬਚਪਨ ਤੋਂ ਮੁੰਡੇ ਨੂੰ ਸਿਖਾਇਆ ਜਾਂਦਾ ਹੈ, ਮਤਲਬ ਦੁੱਧ ਹੈ ਤਾਂ ਵੀ ਮੁੰਡੇ ਨੂੰ ਦਿੱਤਾ ਜਾਂਦਾ ਹੈ, ਘਿਓ ਹੈ ਤਾਂ ਵੀ ਉਹਦੇ ਵਾਸਤੇ ਕੀਤਾ ਜਾਂਦਾ ਹੈ,
ਸਕੂਲੋਂ ਆਉਂਦਾ ਹੈ ਤੇ ਨਾਲ ਕੁੜੀ ਆਈ ਹੁੰਦੀ ਹੈ, ਉਹਦੀ ਭੈਣ ਉਹਨੂੰ ਕਹਿੰਦੇ ਚੱਲ ਨਹੀਂ ਮੁੰਡੇ ਵਾਸਤੇ ਚਾਹ ਬਣਾ ਤੂੰ। ਉਹਨੂੰ ਹਮੇਸ਼ਾ ਸ਼ੁਰੂ ਤੋਂ ਹੀ, ਕਿਉਂਕਿ ਸਮਾਜ ਸ਼ੁਰੂ ਤੋਂ ਇਸ ਤਰ੍ਹਾਂ ਦਾ ਸੀਗਾ ਕਿ ਆਦਮੀ ਅੱਗੇ ਆਉਂਦੇ ਸੀ ਸਮਾਜ ਦੇ ਵਿੱਚ, ਜੇ ਲੜਾਈ ਹੈ ਉਹਦੇ 'ਚ ਤਾਂ ਅੱਗੇ, ਕੰਮ ਦੇ ਵਿੱਚ ਉਹਦੇ ਤਾਂ ਅੱਗੇ, ਕੋਈ ਰੱਖਿਆ ਕਰਨੀ ਹੈ, ਕੋਈ ਹੋਰ ਕੰਮ ਕਰਨੇ, ਉਹ ਸਾਰੇ ਮਰਦਾਂ ਨੇ ਸੰਭਾਲੇ ਹੋਏ ਸੀਗੇ। ਔਰਤਾਂ ਦਾ ਕੰਮ ਸੀ ਘਰਾਂ ਦੇ ਵਿੱਚ ਰਹਿਣਾ। ਸੋ ਉਹ ਚੀਜ਼ ਹੌਲੀ ਹੌਲੀ ਬੇਸ਼ੱਕ ਖਤਮ ਹੋ ਰਹੀ ਹੈ, ਪਰ ਇਹ ਚੀਜ਼ ਸਾਨੂੰ ਸਮਝਣ ਦੀ ਲੋੜ ਹੈ ਕਿ ਸਾਡਾ ਸਮਾਜ ਹੁਣ ਬਦਲ ਗਿਆ ਹੈ। ਜਿਹੜੇ ਮੁੰਡਿਆਂ ਨੂੰ ਅਸੀਂ ਉਹਨਾਂ ਦੀ ਹਰ ਮੰਗ ਪੂਰੀ ਕਰ ਦਿੰਦੇ ਹਾਂ, ਉਹ ਮੁੰਡੇ 20 ਸਾਲ ਤੱਕ ਜਾਂਦੇ ਜਾਂਦੇ ਉਹਨਾਂ ਦਾ ਹਾਲ ਕੀ ਹੁੰਦਾ ਹੈ, ਇਹ ਜਿਹੜੇ ਮਾਪਿਆਂ ਦੇ ਮੁੰਡੇ ਆ ਉਹੀ ਸਮਝ ਸਕਦੇ ਆ। ਕਿਉਂਕਿ ਜੇ ਤੁਸੀਂ ਹਰ ਮੰਗ ਪੂਰੀ ਕਰਨ ਲੱਗ ਗਏ, ਕੱਲ੍ਹ ਨੂੰ ਫਿਰ ਉਹ ਨਜਾਇਜ਼ ਮੰਗਾਂ ਕਰਨੀਆਂ ਸ਼ੁਰੂ ਕਰ ਦੇਣਗੇ। ਅਸੀਂ ਜਿਹੜਾ ਇਸ ਗੱਲ 'ਚ ਸਹਿਮਤ ਹਾਂ ਦੋਨੋਂ, ਆਪਣੇ ਬੱਚਿਆਂ ਨੂੰ ਵੀ ਇਸ ਢੰਗ ਨਾਲ ਪਾਲਿਆ ਸੀ ਕਿ ਜਿਹੜੀ ਚੀਜ਼ ਬੱਚੇ ਨੂੰ ਨਹੀਂ ਲੈ ਕੇ ਦੇਣੀ, ਉਹ ਪਹਿਲੇ ਮੂਮੈਂਟ 'ਤੇ ਕਹਿਣਾ ਵੀ ਨਹੀਂ, ਤੇ ਉਹਦਾ ਮਤਲਬ ਹੈ ਨਹੀਂ। ਫਿਰ ਉਹ ਚਾਹੇ ਰੁੱਸ ਲਏ, ਉਹ ਚਾਹੇ ਰੋ ਲਏ, ਉਹ ਥੱਲੇ ਲਿਟ ਲਏ, ਉਹ ਭੁੱਖ ਹੜਤਾਲ ਕਰਦੇ, ਉਹ ਘਰ ਛੱਡ ਕੇ ਭੱਜੇ, ਅਸੀਂ ਕਹਿੰਦੇ ਵੀ ਜੋ ਮਰਜ਼ੀ ਕਰ। ਕਿਉਂਕਿ ਜੇ ਅਸੀਂ ਉੱਥੇ ਸਮਝੌਤਾ ਕਰ ਗਏ, ਉਸ ਤੋਂ ਬਾਅਦ ਸਾਰੀ ਉਮਰ ਫਿਰ ਸਾਨੂੰ ਉਹਦੇ ਥੱਲੇ ਲੱਗ ਕੇ ਉਹਦੀਆਂ ਹਰ ਮੰਗ ਉਹਦੀ ਪੂਰੀ ਕਰਨੀ ਪੈਣੀ ਹੈ। ਸਾਡੇ ਬੱਚੇ ਵੀ ਇਸ ਗੱਲ ਨੂੰ ਸਮਝਦੇ ਆ। ਉਦੋਂ ਅਗਲੀ ਪੀੜ੍ਹੀ ਹੈ ਜਿਹੜੀ ਤੀਜੀ, ਉਹਨੂੰ ਵੀ ਅਸੀਂ ਇਹੀ ਗੱਲ ਸਮਝਾਈ ਹੈ। ਉਹਦੇ ਵਿੱਚ ਵੀ ਆਪਣੇ ਆਪ 'ਚ ਇਸ ਤਰ੍ਹਾਂ ਦੇ ਗੁਣ ਹੈ ਕਿ ਜੇ ਮੰਮੀ ਡੈਡੀ ਨੇ ਇੱਕ ਵਾਰੀ ਜਾਂ ਨਾਨਾ ਨਾਨੀ ਨੇ ਕਹਿਤਾ ਕਿ ਇਹ ਚੀਜ਼ ਨਹੀਂ ਹੋਣੀ, ਤਾਂ ਇਹਦਾ ਮਤਲਬ ਨਹੀਂ ਹੋਣੀ। ਫਿਰ ਉਹ ਸਮਝੌਤਾ ਕਰ ਜਾਂਦੇ ਵੀ ਠੀਕ ਹੈ, ਚਲੋ ਓਕੇ ਹੈ। ਤੇ ਜੇ ਅਸੀਂ ਸਮਝੌਤਾ ਕਰਨਾ ਸ਼ੁਰੂ ਕਰ ਦਈਏ, ਫਿਰ ਇੱਕ ਦਿਨ ਐਸਾ ਆਉਂਦਾ ਕਿ ਉਹ ਖੂਹ ਦੀ ਬਣ 'ਤੇ ਖੜਾ ਹੁੰਦਾ, ਮੈਂ ਤਾਂ ਛਾਲ ਮਾਰਦਾ ਖੂਹ 'ਚ, ਨਹੀਂ ਤਾਂ ਮੋਟਰਸਾਈਕਲ ਲੈ ਕੇ ਦਿਓ, ਮੈਨੂੰ ਫਲਾਨੀ ਗੱਡੀ ਲੈ ਕੇ ਦਿਓ, ਮੈਨੂੰ ਥਾਰ ਲੈ ਕੇ ਦਿਓ, ਫਿਰ ਤੁਹਾਨੂੰ ਲੈਣੀ ਪੈਂਦੀ ਹੈ। ਸੋ ਇਹ ਚੀਜ਼ਾਂ ਨੂੰ ਮਾਪਿਆਂ ਨੂੰ ਜਿਹੜਾ ਨੋਇੰਗਲੀ ਆਪਣੇ ਬੱਚਿਆਂ ਨੂੰ ਖਾਸ ਤੌਰ 'ਤੇ ਇਹ ਚੀਜ਼ ਜਿਹੜੀ ਹੈ ਉਹਨਾਂ ਦੇ ਅੰਦਰ ਪਾਉਣੀ ਚਾਹੀਦੀ ਹੈ ਕਿ ਬਈ ਤੇਰੇ ਇੱਕ ਖਾਸ ਹੱਦ ਤੱਕ ਅਧਿਕਾਰ ਹੈ, ਉਸ ਤੋਂ ਵੱਧ ਤੇਰਾ ਅਧਿਕਾਰ ਹੈ ਨਹੀਂਗਾ। ਹੁਣ ਇੱਕ ਫਰਜ਼ ਕਰੋ, ਇੱਕ ਬੱਚਾ ਹੈਗਾ, ਕੁੜੀ ਹੈ ਇੱਕ, ਉਹ 18-19 ਸਾਲ ਦੀ ਹੋ ਗਈ, ਉਹਨਾਂ ਦੇ ਇੱਕ ਪਰਿਵਾਰ ਦੇ ਵਿੱਚ ਕੋਠੀ ਹੈ, 1 ਕਰੋੜ ਜਾਂ 2 ਕਰੋੜ ਰੁਪਏ ਦੀ ਹੈ, ਉਹਨਾਂ ਦੀ 50 ਕਿੱਲੇ ਜ਼ਮੀਨ ਹੈ, ਸਾਰੇ ਕਹਿੰਦੇ ਆ ਵੀ 50 ਕਿੱਲੇ ਜ਼ਮੀਨ ਦੀ ਵਾਰਸ ਹੈ ਜੀ, ਆਹ 2 ਕਰੋੜ ਦੀ ਕੋਠੀ ਹੈ, ਇਹ ਵੀ ਇਹਦੀ ਹੈ। ਪਰ 18 ਸਾਲਾਂ ਬਾਅਦ, ਕਿਉਂਕਿ ਅਸੀਂ ਜਿਹੜੇ ਇੰਡੀਅਨ ਲੋਕ ਆ ਉਹ ਦਵਾਈਆਂ ਲੈਣੋਂ ਨਹੀਂ ਹਟਦੇ, 18 ਸਾਲ ਬਾਅਦ ਅਚਾਨਕ ਕੀ ਹੁੰਦਾ ਕਿ ਮੁੰਡਾ ਪੈਦਾ ਹੋ ਜਾਂਦਾ ਉਹਨਾਂ ਦੇ ਘਰੇ, ਉਹ ਰਾਤੇ ਰਾਤ ਉਹ ਮਾਲਕ ਬਣ ਗਿਆ, ਉਹ ਕੁੜੀ ਜ਼ੀਰੋ ਤੇ ਆ ਗਈ। ਉਹ ਜਿਹਨੂੰ 2 ਕਰੋੜ ਦੀ ਕੋਠੀ ਸੀ, 50 ਕਿੱਲੇ ਜ਼ਮੀਨ ਸੀ, ਉਹ ਜ਼ੀਰੋ ਤੇ ਲਿਆਂਦੀ। ਅਸੀਂ ਇਹ ਨਹੀਂ ਸੋਚਦੇ ਵੀ ਉਹਦੀ ਮਾਨਸਿਕ ਹਾਲਤ ਕੀ ਹੋਊਗੀ, ਬਿਲਕੁਲ ਉਹਦੇ ਤੇ ਕੀ ਅਸਰ ਪਿਆ, ਤੁਹਾਡੇ ਘਰ ਦੇ ਵਿੱਚ ਕਿਵੇਂ ਸ਼ਾਂਤੀ ਰਹਿ ਜੂਗੀ ਜਦੋਂ ਤੁਸੀਂ ਇੱਕ ਬੱਚੇ ਨੂੰ ਇੱਥੋਂ ਨੈਗਲੈਕਟ ਕਰਕੇ ਜ਼ਮੀਨ ਤੋਂ ਅਸਮਾਨ ਤੇ ਸੁੱਟਤਾ। ਉਹ ਤੁਹਾਡੇ ਘਰ ਨੂੰ ਕੀ ਸਵਾਰੂਗੀ ਤੇ ਅਗਲੇ ਘਰ ਨੂੰ ਵੀ ਉਹ ਕੀ ਸਵਾਰੂਗੀ ਫਿਰ। ਸੋ ਇਹ ਚੀਜ਼ਾਂ ਜਿਹੜੀਆਂ, ਇਹ ਮਾਨਸਿਕ ਉਲਝਣਾਂ ਜਿਹੜੀਆਂ, ਉਹ ਸਾਡੇ ਪਰਿਵਾਰ ਆਪ ਪਾਉਂਦੇ ਆ। ਅਸੀਂ ਜਦੋਂ ਬਿਨਾਂ ਵਜ੍ਹਾ ਕਿਸੇ ਨੂੰ ਤੂਲ ਦਿੰਦੇ ਹਾਂ, ਪਰਿਵਾਰ 'ਚ ਇੱਕ ਮੈਂਬਰ ਨੂੰ ਤੂਲ ਦੇ ਕੇ ਦੇਖ ਲਓ, ਉਹ ਸਾਰੇ ਪਰਿਵਾਰ ਦਾ ਜਿਉਣਾ ਦੁੱਬਲ ਕਰ ਦੂਗਾ। ਜੇ ਸਭ ਆਪਦੀ ਥਾਂ ਤੇ ਸੈੱਟ ਹੈ, ਠੀਕ ਹੈ, ਉਨੀ ਕੁ ਇੱਜ਼ਤ ਉਹਨੂੰ ਦਿਓ, ਉਨੀ ਕੁ ਇੱਜ਼ਤ ਉਹਨੂੰ ਦਿਓ ਜਿੰਨੀ ਕੁ ਬਣਦੀ ਹੈਗੀ ਹੈ, ਉਹ ਸਾਰੇ ਸੈੱਟ ਰਹਿੰਦੇ ਆ, ਤੁਹਾਡੀ ਵੀ ਇੱਜ਼ਤ ਕਰਨਗੇ, ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਰਹਿਣੀ ਹੈ। ਤੇ ਨਹੀਂ ਤਾਂ ਫਿਰ ਕਲੇਸ਼ ਤਾਂ ਉਹ ਬੰਦਾ ਪਾ ਹੀ ਦਿੰਦਾ ਹੈ। ਸਹੀ ਗੱਲ ਹੈ। ਹੁਣ ਜੇ ਮੈਂ ਚਾਹੂੰਗੀ ਕਿ ਮੇਰੇ ਪਰਿਵਾਰ 'ਚ ਆਇਆ ਇੱਕ ਨਵਾਂ ਜੀ ਸਾਰੇ ਪਰਿਵਾਰ ਨੂੰ ਇੱਜ਼ਤ ਦੇਵੇ, ਤਾਂ ਮੈਨੂੰ ਪਹਿਲਾਂ ਉਸ ਨੂੰ ਪਰਿਵਾਰ ਦਾ ਮੈਂਬਰ ਸਮਝਣਾ ਪਊਗਾ, ਹੈ ਨਾ। ਇਹ ਨਹੀਂ ਕਿ ਮੈਂ ਬਾਰ-ਬਾਰ ਇੱਕ ਮਤਲਬ ਇਨਡਾਇਰੈਕਟ ਇੱਕ ਟੌਰਚਰ ਕਰੀ ਜਾਊਂਗੀ, ਨਹੀਂ ਤੂੰ ਤਾਂ ਬੇਗਾਨੀ ਆ, ਤੂੰ ਤਾਂ ਬਾਹਰੋਂ ਆਈ ਹੋਈ ਆ, ਹੈ ਨਾ। ਜਿਹੜੀ ਕਿ ਤੁਸੀਂ ਉਹ ਥਾਂ ਇਹਨਾਂ ਨੂੰ ਦਿੱਤੀ, ਤੇ ਮੈਨੂੰ ਲੱਗਦਾ ਕਿ ਦੁਨੀਆ ਦੇ ਹਰ ਹਸਬੈਂਡ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ। ਇੱਥੇ ਨਾ ਇੱਕ ਮੈਂ ਹੋਰ ਜ਼ਿਕਰ ਵੀ ਕਰਨਾ ਚਾਹੂੰਗਾ, ਹੈ ਬਹੁਤ ਪਰਸਨਲ ਗੱਲ ਹੈ ਉਹ, ਪਰ ਹੋ ਸਕਦਾ ਕਿਸੇ ਦੇ ਕੰਮ ਆ ਜੇ ਉਹ ਚੀਜ਼। ਅਸੀਂ ਜਦੋਂ ਪਹਿਲੀ ਵਾਰੀ ਅਸੀਂ ਮਿਲੇ ਆ, ਪਹਿਲੀ ਰਾਤ ਜਿਹੜੀ ਸਾਡੀ ਕਹਿੰਦੇ ਉਹ, ਅਸੀਂ ਸਾਰੀ ਰਾਤ ਗੱਲਾਂ ਕਰਦੇ ਰਹੇ ਹਾਂ। ਉਹ ਗੱਲਾਂ ਕੀ ਸੀਗੀਆਂ, ਮੈਂ ਇਹਨਾਂ ਨੂੰ ਦੱਸਦਾ ਰਿਹਾ ਕਿ ਮੇਰਾ ਭਰਾ ਫਲਾਨਾ, ਉਹਦਾ ਵਿਚਾਰ ਆ ਹੈ, ਉਹਦੀ ਘਰ ਵਾਲੀ ਹੈ, ਉਹਦਾ ਉਹਦਾ ਪੇਕਿਆਂ ਦਾ ਆਹ ਸੁਭਾਅ ਹੈ, ਉਹਦਾ ਆਹ ਸੁਭਾਅ ਹੈਗਾ, ਉਹਦੇ ਨਾਲ ਇਉਂ ਵਰਤਣਾ ਹੈ, ਫਲਾਨਾ ਚਾਚੇ ਦਾ ਮੁੰਡਾ ਉਹਦੇ ਨਾਲ ਆਹ ਵਰਤਣਾ ਹੈ, ਉਹ ਫਲਾਨਾ ਫੁੱਫੜ ਹੈ, ਉਹਦੇ ਨਾਲ ਇਸ ਢੰਗ ਨਾਲ ਵਰਤਣਾ ਹੈ। ਇਹ ਮੈਨੂੰ ਦੱਸਦੇ ਰਹੇ ਕਿ ਮੇਰੇ ਫੈਮਿਲੀ ਦੇ ਵਿੱਚ ਆਹ ਬੰਦੇ ਆ, ਇਹਨਾਂ ਦੇ ਇਸ ਤਰ੍ਹਾਂ ਦੇ ਸੁਭਾਅ ਹੈਗੇ ਆ, ਤੇ ਸਾਨੂੰ ਸੁਭਾਅ ਹੋਗੀ। ਸੋ ਇਹ ਚੀਜ਼ ਜਿਹੜੀ ਹੋਣੀ ਚਾਹੀਦੀ ਹੈ, ਅੰਡਰਸਟੈਂਡਿੰਗ ਹੈ ਜਿਹੜੀ ਪਹਿਲੇ ਦਿਨ ਹੀ ਤੁਸੀਂ ਨਵੇਂ ਬੰਦਾ ਜਿਹੜਾ ਤੁਹਾਡੇ ਪਰਿਵਾਰ ਦੇ ਵਿੱਚ ਆਇਆ, ਤੁਸੀਂ ਉਹਦੇ ਵਾਸਤੇ ਨਵੇਂ ਹੋ, ਉਹ ਤੁਹਾਡੇ ਵਾਸਤੇ ਨਵਾਂ ਹੈ, ਉਹਨੂੰ ਆਪਣੀ ਫੈਮਿਲੀ ਬਾਰੇ, ਆਪਣੇ ਰਿਸ਼ਤੇਦਾਰਾਂ ਬਾਰੇ, ਸਾਰਿਆਂ ਬਾਰੇ ਕਲੀਅਰ ਦੱਸ ਦਿਓ, ਕੋਈ ਪ੍ਰੋਬਲਮ ਨਹੀਂ ਆਉਂਦੀ। ਤੇ ਜੇ ਦੱਸਿਆ ਨਾ ਹੋਵੇ, ਫਿਰ ਇਹ ਹੈ ਵੀ ਕੋਈ ਰਿਸ਼ਤੇਦਾਰ ਆ ਕੇ ਤੁਹਾਡੇ ਦਖਲਅੰਦਾਜ਼ੀ ਕਰਨ ਲੱਗ ਜੂਗਾ, ਫਿਰ ਤੁਹਾਨੂੰ ਅਲੱਗ-ਅਲੱਗ ਤਾਂ ਕਰ ਹੀ ਦੇਊਗਾ ਫਿਰ। ਤੇ ਇਹ ਜਿਹੜਾ ਹੁਣ ਤੁਸੀਂ ਇਸ ਸਟੇਜ ਤੇ ਆ ਕੇ, ਹੈ ਨਾ, ਟਰੈਵਲ ਕਰਨਾ ਸ਼ੁਰੂ ਕੀਤਾ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਤਾਂ ਬਹੁਤ ਲੰਮੇ ਸਮੇਂ ਤੋਂ ਕਰ ਰਹੇ ਹੋ, ਹੈ ਨਾ। ਤੁਸੀਂ ਮਤਲਬ ਜਦੋਂ ਤੋਂ ਜੌਬ ਤੇ ਹੋਵੋਗੇ ਉਦੋਂ ਤੋਂ ਤੁਹਾਨੂੰ, ਅਸੀਂ ਦੋਨੋਂ ਪਹਿਲਾਂ ਵੀ ਕਰਦੇ ਰਹੇ, ਅਸੀਂ ਵਿਆਹ ਤੋਂ ਬਾਅਦ ਹੀ ਮੋਟਰਸਾਈਕਲ ਤੇ ਬਹੁਤ ਟਰੈਵਲ ਕੀਤਾ ਹੈ। ਫਿਰ ਬੱਚੇ ਜਦੋਂ ਵੱਡੇ ਹੋ ਗਏ, ਇਹਨਾਂ ਦੀ ਜ਼ਿੰਮੇਵਾਰੀ ਬੱਚਿਆਂ ਵੱਲ ਵੱਧ ਹੋ ਗਈ, ਤੇ ਮੈਂ ਟਰੈਵਲ ਵੱਲ ਵੱਧ ਹੋ ਗਿਆ। ਫਿਰ ਕੁੜੀਆਂ ਮੇਰੀਆਂ ਬੇਟੀਆਂ ਨਾਲ ਕਰਨ ਲੱਗ ਪਈਆਂ ਮੇਰੇ ਟਰੈਵਲ। ਫਿਰ ਉਸ ਤੋਂ ਬਾਅਦ ਇੱਕ ਬੇਟੀ ਘਰੇ ਹੁੰਦੀ ਸੀ, ਉਹਦੀ ਇਹਨਾਂ ਨੇ ਸਾਂਭ ਸੰਭਾਲ ਕਰਨੀ ਹੁੰਦੀ ਸੀ। ਫਿਰ ਉਹ ਜਦੋਂ ਦੋਨੋਂ ਵਿਆਹ ਕੇ ਚਲੀਆਂ ਗਈਆਂ, ਹੁਣ ਫਿਰ ਇਹਨਾਂ ਦੀ ਵਾਰੀ ਹੈ ਜਿਹੜੀ ਉਹ ਆਈ ਹੈ,
ਤੇ ਹੁਣ ਅਸੀਂ ਲੰਬੇ ਲੰਬੇ ਟੂਰ ਆ ਜਿਹੜੇ ਉਹ ਕਰਨੇ ਸ਼ੁਰੂ ਕੀਤੇ ਆ। ਇਸ ਬਾਰੇ ਨਹੀਂ ਗੱਲਾਂ ਹੋਈਆਂ ਵੀ ਹੁਣ ਇਹਨਾਂ ਨੇ ਇਸ ਉਮਰ 'ਚ ਆਹ ਕੀ ਕੰਮ ਫੜ ਲਿਆ? ਨਹੀਂ, ਫਿਰ ਕੁਝ % ਨੈਗੇਟਿਵ ਵਿਚਾਰ ਮੇਰੇ ਤੱਕ ਸਿੱਧੇ ਨਹੀਂ ਪਹੁੰਚੇ, ਪਰ ਮੈਨੂੰ ਫੀਲ ਹੁੰਦੇ ਸੀ ਵੀ ਆਹ ਬੰਦਾ ਆਹ ਵਾਲੇ ਵਿਚਾਰ ਭੇਜ ਰਿਹਾ। ਆਪਾਂ ਨੂੰ ਨਾ ਅਗਲੇ ਦੀਆਂ ਫੇਸ ਇੰਪ੍ਰੈਸ਼ਨ ਤੋਂ ਮੈਂ ਜੱਜ ਲਾ ਲੈਣੀ, ਆਪਾਂ ਗੱਲਾਂ ਤੋਂ ਸਿੱਧੀ ਗੱਲ ਇਹ ਹੈ ਵੀ ਜਦੋਂ ਅਸੀਂ ਟਰੈਵਲ ਤੇ ਕਿਤੇ ਗਏ ਆ, ਜਿਹੜਾ ਖਾਸ ਰਿਸ਼ਤੇਦਾਰ ਸਾਡਾ ਹਾਲ ਚਾਲ ਨਹੀਂ ਪੁੱਛਦਾ ਸ਼ਾਮ ਨੂੰ, ਸਾਨੂੰ ਇਹ ਲੱਗਦਾ ਵੀ ਇਹਦੇ ਮਨ 'ਚ ਕੋਈ ਕਲਾਵਟ ਆ ਕਿਤੇ, ਫਿਰ ਅਸੀਂ ਉਹਨੂੰ ਫੋਨ ਕਰ ਲੈਂਦੇ ਹਾਂ, ਭਾਈ ਤੂੰ ਫੋਨ ਨਹੀਂ ਕਰਦਾ, ਸਾਨੂੰ ਲੱਗਦਾ ਪਤਾ ਲੱਗ ਜਾਂਦਾ ਹੈ ਵੀ ਜਦੋਂ ਆਪਾਂ ਇਹ ਚਾਹੁੰਦੇ, ਹਰੇਕ ਹੀ ਬੰਦਾ ਇਹ ਚਾਹੁੰਦਾ, ਤੇ ਫਿਰ ਕਿਤੇ ਨਾ ਕਿਤੇ ਮਤਲਬ ਮੈਂ ਸੋਚਿਆ ਇਹ ਗੱਲਾਂ ਨੂੰ ਮੈਂ ਥੋੜ੍ਹੀ ਦੇਰ ਫੀਲ ਕੀਤਾ, 2-4 ਦਿਨ 10 5-7 ਦਿਨ ਮੈਂ ਇਹਨਾਂ ਨੂੰ ਕਿਹਾ ਮੈਂ ਤਾਂ ਇਸ ਤਰ੍ਹਾਂ ਮੈਸੇਜ ਕਰਦੀ, ਮੈਂ ਉਹਨੂੰ ਵੀ ਐਂ ਕਰਿਆ ਆਹ ਵੀ ਕਰਿਆ, ਤੇ ਮੈਨੂੰ ਕੋਈ ਅੱਗੋਂ ਵਧੀਆ ਰਿਸਪੌਂਸ ਨਹੀਂ ਮਿਲਦਾ। ਜੀ ਇਹ ਮੈਨੂੰ ਕਹਿੰਦੇ ਮੈਸੇਜ ਪੜ੍ਹਨ ਨਹੀਂ ਆਈ ਤੂੰ ਇੱਥੇ, ਨਾ ਹੀ ਕਿਸੇ ਦੇ ਵਿਚਾਰ ਲੈਣ ਆਈ ਹੈ, ਤੂੰ ਜਿਹੜੇ ਕੰਮ ਆਈ ਹੈ ਨਾ ਉਸ ਦਾ ਇੰਜੋਏ ਕਰ, ਤੂੰ ਘੁੰਮਣ ਆਈ ਹੈ ਫੋਨ ਬੰਦ ਕਰ ਦੇ। ਉਸ ਤੋਂ ਬਾਅਦ ਮੈਂ ਰਿਲੈਕਸ ਨਾ ਫਿਰ ਬਹੁਤ ਸਾਰੀਆਂ ਕੁੜੀਆਂ ਦਾ ਨਾ ਸੁਪਨਾ ਹੁੰਦਾ ਵੀ ਵਿਆਹ ਤੋਂ ਬਾਅਦ ਇਦਾਂ ਘੁੰਮਾਂਗੇ, ਉੱਥੇ ਜਾਵਾਂਗੇ, ਜਿਵੇਂ ਤੁਸੀਂ ਕਿਹਾ ਵੀ ਕੁਛ ਕੁ ਸਮਾਂ ਆਪਾਂ ਜ਼ਿੰਮੇਵਾਰੀਆਂ 'ਚ ਫਸ ਜਾਂਦੇ ਹਾਂ ਨਾ, ਬਾਅਦ 'ਚੋਂ ਕਹਿਣ ਲੱਗ ਜਾਂਦੇ ਹੁਣ ਸਰੀਰ ਸਾਥ ਨਹੀਂ ਦਿੰਦਾ ਹੈ ਨਾ। ਇਹ ਚੀਜ਼ਾਂ ਦੇ ਅਸੀਂ ਅਸਲ 'ਚ ਅਸੀਂ ਐਕਸਕਿਊਜ਼ ਦੇ ਰਹੇ ਹੁੰਦੇ ਹਾਂ ਹੈ ਨਾ, ਆਪਣੀ ਉਸ ਨਾ ਹਿੰਮਤ ਕਰਨ ਵਾਲੀ ਜਿਹੜੀ ਆਦਤ ਦੀ ਵੀ ਨਹੀਂ, ਮੈਂ ਨਹੀਂ ਨਿਕਲ ਸਕਦਾ। ਹਾਂ ਸਹੀ ਗੱਲ ਹੈ। ਪਰ ਤੁਸੀਂ ਇੱਥੇ ਆ ਕੇ ਇਹ ਚੀਜ਼ਾਂ ਸ਼ੁਰੂ ਕੀਤੀਆਂ ਨਾ, ਇੰਨੇ ਜ਼ਿਆਦਾ ਪੋਜ਼ਿਟਿਵ ਤੁਸੀਂ ਲੱਗਦੇ ਹੋ ਇਸ ਉਮਰ 'ਚ ਵੀ, ਤੇ ਕੁੜੀਆਂ ਦਾ ਤਾਂ ਹਮੇਸ਼ਾ ਸੁਪਨਾ ਹੁੰਦਾ ਵੀ ਵਿਆਹ ਹੋਊਗਾ ਘਰ ਵਾਲਾ ਮੈਨੂੰ ਉੱਥੇ ਘੁਮਾਉਣ ਲੈ ਕੇ ਜਾਊ, ਉੱਥੇ ਘੁਮਾਉਣਾ ਨਾ। ਹੁਣ ਤੁਸੀਂ ਇੰਨਾ ਜ਼ਿਆਦਾ ਇਕੱਠੇ ਅਸੀਂ ਸੋਚਦੇ ਹੋਣਗੇ ਵੀ ਰਿਟਾਇਰ ਹੋਊਗਾ ਤਾਂ ਫੇਰ ਇਹ ਲੈ ਕੇ ਜਾਊਗਾ। ਮੈਂ ਸੋਚਦੀ ਸੀ, ਮਤਲਬ ਮੇਰੀਆਂ ਛੁੱਟੀਆਂ ਬਹੁਤ ਜ਼ਿਆਦਾ ਟੂਰਾਂ ਤੇ ਹੀ ਲੱਗੀਆਂ ਵੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਪਹਿਲਾਂ, ਤੇ ਮੈਂ ਜਿਵੇਂ ਚੰਬੇ ਤੱਕ ਇਹਨਾਂ ਦੀ ਪੋਸਟਿੰਗ ਹੋ ਜਾਂਦੀ, ਅਸੀਂ ਇੱਥੋਂ ਸਵੇਰੇ ਚੱਲਣਾ, ਸ਼ਾਮ ਜਿਹਨੂੰ ਚੱਲਣਾ ਜਲੰਧਰ, ਰਾਤ ਰੁਕਣੀ, ਸਵੇਰ ਤੋਂ 5 ਵਜੇ ਨਿਕਲ ਜਾਣਾ, ਚੰਬੇ ਜੁਆਇਨ ਕਰਨਾ, ਨਵੀਂ ਛੁੱਟੀ ਲੈਣੀ, ਵਾਪਸ ਰਾਤ ਤੱਕ। ਮਤਲਬ ਅਸੀਂ ਬਹੁਤ ਸਫ਼ਰ ਕਾਰ ਤੇ ਮੋਟਰਸਾਈਕਲ ਤੇ ਬਹੁਤ ਕੀਤਾ, ਤੇ ਬੱਚਿਆਂ ਨੂੰ ਵੀ ਅਸੀਂ ਬਹੁਤ ਘੁਮਾਇਆ। ਮੇਰੀਆਂ ਮਤਲਬ ਬੇਟੀਆਂ ਜਦੋਂ ਸਕੂਲ ਜਾਂਦੀਆਂ ਤੇ ਟੀਚਰ ਕਹਿੰਦੇ ਹੁੰਦੇ ਸੀ ਤੇਲ ਲਿਆਓ ਢਾਲੋ, ਕਿਉਂਕਿ ਉਹ ਵੀ ਤੋਰੇ ਫੇਰੇ ਦੀਆਂ ਸ਼ੌਕੀਨ ਜ਼ਿਆਦਾ ਸੀਗੀਆਂ। ਕਦੇ ਕਿਸੇ ਕੈਂਪ ਤੇ ਚਲੇ ਜਾਣਾ ਉਹਨਾਂ ਨੇ, ਕਦੇ ਕਿਸੇ ਕੈਂਪ ਤੇ ਚਲੇ ਜਾਣਾ, ਤੇ ਅਸੀਂ ਕੋਈ ਪੜ੍ਹਾਈ ਨੂੰ ਬਹੁਤੀ ਵੀ ਅਹਿਮੀਅਤ ਨਹੀਂ ਦਿੱਤੀ, ਕਿਉਂਕਿ ਅਸੀਂ ਆਲ ਰਾਊਂਡਡ ਬੱਚਿਆਂ ਨੂੰ ਬਣਾਇਆ, ਕਿਤਾਬੀ ਕੀੜਾ ਨਹੀਂ ਬਣਾਇਆ। ਅਸੀਂ ਜੇ ਅੱਜ 10 ਦਿਨ ਦਾ ਕੈਂਪ ਹੈ, ਛੱਡੋ ਪੇਪਰ, ਛੱਡੋ ਪੜ੍ਹਾਈ, 10 ਦਿਨ ਤੱਕ ਹੈ। ਮਤਲਬ ਮੇਰੀ ਬੇਟੀ ਵੱਡੀ ਜਿੰਦਪ੍ਰੀਤ, ਉਹਨੂੰ ਉਹ 18 ਸਾਲ ਤੇ 3 ਮਹੀਨਿਆਂ ਦੀ ਸੀ ਜਦੋਂ ਉਹ ਫੈਸ਼ਨ ਡਿਜ਼ਾਈਨਿੰਗ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਫਸਟ ਈਅਰ ਦਾ ਪੇਪਰ ਦੇ ਰਹੀ ਸੀ। ਪੇਪਰ ਸੀ, ਸੈਕੰਡ ਈਅਰ ਦੀ ਫੀਸ ਭਰੀ ਹੋਈ ਸੀ। ਹਾਂਜੀ, ਜਾਪਾਨ ਟੂਰ ਆ ਗਿਆ ਇੱਕ, ਉਹਦੇ ਵਿੱਚ ਅਸੀਂ ਅਪਲਾਈ ਕੀਤਾ, ਇਕੱਲੀ ਬੱਚੀ ਸਿਲੈਕਟ ਹੋਈ। 20 ਸਾਲਾਂ ਦਾ ਰਿਕਾਰਡ ਸੀ ਵੀ ਪੰਜਾਬ 'ਚੋਂ ਕੋਈ ਕੁੜੀ ਸਿਲੈਕਟ ਹੀ ਨਹੀਂ ਸੀ ਹੋਈ, ਤੇ ਉਹਦੇ ਅਸੀਂ ਪੇਪਰ ਛਡਵਾਤੇ। ਅੱਛਾ, ਟੀਚਰ ਕਹਿਣ ਕਿ ਇਹੋ ਜਿਹੇ ਮਾਂ-ਬਾਪ ਹੈ, ਅਗਲੀ ਫੀਸ ਭਰੀ ਬੈਠੇ ਆ, ਇੰਨੀ ਯੂਨੀਵਰਸਿਟੀ ਦੀ ਇੰਨੀਆਂ ਪੈਸੇ ਲਾਈ ਬੈਠੇ, ਪੇਪਰ ਛਡਵਾ ਕੇ ਜਾਪਾਨ ਭੇਜੀ ਜਾਂਦੇ ਆ। ਇਹ ਕਹਿੰਦੇ ਪੰਮੀ ਇਹਨੂੰ ਜ਼ਿੰਦਗੀ 'ਚ ਇਦੋਂ ਬਾਅਦ ਇਹ ਮੌਕਾ ਨਹੀਂ ਮਿਲਣਾ, ਪੇਪਰ ਅਗਲੇ ਸਾਲ ਦੇ ਲੂਗੀ, ਇਹਨੂੰ ਜਾਣ ਦਿਓ। ਉਸ ਟੂਰ ਦੇ ਵਿੱਚ 500 ਬੱਚਾ ਸੀਗਾ, ਜਿਹੜੇ ਉਹਨਾਂ ਨੇ 5 ਦੇਸ਼ਾਂ ਦਾ ਦੌਰਾ ਕਰਾਇਆ। 1 ਕਰੋੜ ਰੁਪਈਆ ਮੇਰੀ ਬੇਟੀ ਜਿੰਦਪ੍ਰੀਤ ਉਹਨਾਂ ਨੇ ਖਰਚ ਕੀਤਾ। ਤੇ ਵਰਲਡ ਦਾ ਸਭ ਤੋਂ ਵਧੀਆ ਜਿਹੜਾ ਉਹ ਪ੍ਰੋਗਰਾਮ ਹੈ ਜਾਪਾਨ ਸਰਕਾਰ ਦਾ, ਇੰਟਰਨੈਸ਼ਨਲ ਪ੍ਰੋਗਰਾਮ ਹੈ, ਉਹ ਬਹੁਤ ਜ਼ਬਰਦਸਤ ਹੈ। ਤੇ ਹੁਣ ਉਹੀ ਸ਼ਿਪ ਫਾਰ ਵਰਲਡ ਯੂਥ ਪ੍ਰੋਗਰਾਮ, ਉਹੀ ਪ੍ਰੋਗਰਾਮ ਦੁਬਾਰਾ ਜਹਾਜ਼ ਆਸਟ੍ਰੇਲੀਆ ਵਿੱਚ ਦੀ ਲੰਘਿਆ, ਤੇ ਉਹਨਾਂ ਨੇ ਉਹਨੂੰ ਇਨਵਾਈਟ ਫਿਰ ਕੀਤਾ ਉਸੇ ਜਹਾਜ਼ ਦੇ ਵਿੱਚ, ਮਤਲਬ 5 ਸਟਾਰ ਉਹ ਮਤਲਬ ਹਾਂ। ਤੇ ਉਹਨਾਂ ਨੂੰ 1 ਮਹੀਨਾ ਰੱਖਿਆ, 1 ਕਰੋੜ ਰੁਪਈਆ ਉਹਦੇ 'ਤੇ ਖਰਚ ਕੀਤਾ। ਤੇ ਉਹ ਜਿਹੜੀਆਂ ਉਹਦੇ ਕੋਲ ਨੌਲੇਜ, ਜਿਹੜੀਆਂ ਉਹਦੇ ਕੋਲ ਪ੍ਰਾਪਤੀਆਂ, ਹਾਂ, ਜੋ ਐਕਸਪੀਰੀਅੰਸ ਤੁਹਾਨੂੰ ਹੋਏ ਨਾ, ਉਹ ਨਾ ਇੱਕ ਵਾਰੀ ਪੈਸੇ ਉਹ ਲੈ ਕੇ ਆਈ, ਆਪਣਾ ਡਿਟੇਲ ਮਾਰਕਸ ਲੈ ਕੇ ਆਈ, ਰਿਜ਼ਲਟ ਆਇਆ ਉਹਦਾ, ਛੋਟੀ ਬੇਟੀ ਵਿਪੂ ਕਹਿੰਦੀ ਡੈਡੀ ਨੰਬਰ ਬਹੁਤ ਘੱਟ ਆਏ ਆ। ਮੈਂ ਕਿਹਾ ਕਿੰਨੇ ਆ ਗਏ ਬੇਟਾ? ਕਹਿੰਦੀ 80% ਆ ਗਏ। ਮੈਂ ਕਿਹਾ ਬਹੁਤ ਹੈ ਤਾਂ। ਕਹਿੰਦੀ ਕਿਉਂ? ਮੈਂ ਕਿਹਾ ਮੇਰੇ 2 ਕਲਾਸਾਂ 'ਚ ਆਉਂਦੇ ਹੁੰਦੇ ਸੀ ਇੰਨੇ, ਕਹਿੰਦੇ ਜੋੜ ਕੇ ਆਉਂਦੇ ਸੀ, ਤੂੰ ਕੱਲੀ ਚੋਂ ਲੈ ਕੇ ਫਿਰ ਉਹ ਕਹਿੰਦੀ ਮੈਂ ਆਪਾਂ ਤਾਂ ਕਹਿੰਦੇ ਬਾਬਾ ਆਪਾਂ ਉਹਨਾਂ ਨੂੰ ਇੰਨੇ ਤੂੰ ਆ ਨਹੀਂ। ਜਦੋਂ ਓਲੰਪਿਕ ਗੇਮਸ ਹੁੰਦੀਆਂ ਜਾਂ ਏਸ਼ੀਅਨ ਗੇਮਸ ਹੁੰਦੀਆਂ, ਰਾਤ ਨੂੰ ਕਈ ਵਾਰੀ ਟੈਲੀਕਾਸਟ ਹੁੰਦਾ, ਤੇ ਮੈਂ ਉਹਨਾਂ ਨੂੰ ਕਹਿੰਦਾ ਵੀ ਜਿਹੜਾ ਸਾਰਾ ਦੇਖੂਗਾ ਨਾ ਇਹਦਾ ਓਪਨਿੰਗ, ਰਾਤ ਨੂੰ ਦੇਖੂਗਾ, ਤੜਕੇ ਸਕੂਲ ਨਹੀਂ ਜਾਊਗਾ, ਛੁੱਟੀ ਕਰੋ। ਸਾਰੀ ਰਾਤ ਉਹਨਾਂ ਦੀ ਓਪਨਿੰਗ ਕਲੋਜ਼ਿੰਗ ਹੈ ਜਿਹੜੀ ਉਹ ਦੇਖਦੇ ਬੱਚੇ, ਤੇ ਸਵੇਰ ਸਕੂਲੋਂ ਛੁੱਟੀ। ਟੀਚਰ ਝਿੜਕਦੇ, ਉਹ ਕਹਿ ਦਿੰਦੀ ਮੰਮੀ ਮੈਨੂੰ ਝਿੜਕਾਂ, ਇਹ ਕਹਿੰਦੇ ਉਹਨਾਂ ਨੂੰ ਪਤਾ ਨਹੀਂ ਬੇਟਾ ਤੁਸੀਂ ਕੀ ਕੁਛ ਹਾਸਲ ਕਰੀ ਜਾਂਦੇ ਹੋ, ਉਹਨਾਂ ਦਾ ਲੈਵਲ ਸਿਰਫ ਪੜ੍ਹਾਈ ਤੱਕ ਹੀ ਹੈ, ਆਪਾਂ ਉਹੋ ਜਿਹੇ ਬੱਚੇ ਨਹੀਂ ਬਣਨਾ। ਮਤਲਬ ਇਹ ਇੱਦਾਂ ਦੀ ਉਹਨਾਂ ਨੂੰ ਅਸੀਂ ਜ਼ਬਰਦਸਤ ਨੌਲੇਜ ਦਿੱਤੀ, ਜ਼ਬਰਦਸਤ। ਬੜੀ ਛੋਟੀ ਉਮਰ ਦੇ ਵਿੱਚ ਦੋਵਾਂ ਨੇ ਸਟੇਟ ਅਵਾਰਡ ਜਿਹੜੇ ਉਹ ਲਏ, ਸ਼ਹੀਦ ਭਗਤ ਸਿੰਘ ਮਤਲਬ ਇਹ ਪੰਜਾਬ ਦਾ ਮੈਨੂੰ ਲੱਗਦਾ ਪਹਿਲਾ ਹੀ ਘਰ ਹੈ ਸਾਡਾ ਜਿਹਦੇ 3 ਅਵਾਰਡ ਸਟੇਟ ਅਵਾਰਡ ਹੈ, ਦੋਨੋਂ ਬੇਟੀਆਂ ਦੇ ਤੇ ਇੱਕ ਮਾਨ ਸਾਹਿਬ ਦਾ। ਮੈਂ ਤਾੜੀਆਂ ਮਾਰਨ ਵਾਸਤੇ
ਮੈਂ ਕਹਿੰਦੀ ਕਾਰੀ ਸਰ ਕਮਾਈ ਸਰ ਕਮਾਈ ਇਹਨਾਂ ਨੇ ਹੈ, ਅਸਲ ਦੇ ਵਿੱਚ ਗੱਲ ਇਹ ਹੈ। ਜਦੋਂ ਤੁਸੀਂ ਦੇਖੋ ਵੀ ਅਸੀਂ ਛੋਟੀ ਬੇਟੀ ਨੂੰ ਨਾ ਉਹ ਸਿਖਾ ਰਹੇ ਸੀ ਰੈਪਲਿੰਗ, ਤੇ ਉਹ ਗਵਰਨਮੈਂਟ ਕਾਲਜ ਮੁਕਤਸਰ ਦੀ ਨਾ ਇੱਕ ਬਿਲਡਿੰਗ ਦੇ ਉੱਪਰ ਰੱਸੇ ਨਾਲ ਲਮਕ ਕੇ ਥੱਲੇ ਆਉਣਾ ਸੀ। ਹੁਣ ਉਹਨੂੰ ਉੱਤੇ ਚੜਵਾਤਾ, ਬਨੇਰੇ ਤੇ ਖੜੀ ਹੈ, ਪਾਇਆ ਹਾਰਨਸ, ਥੱਲੇ ਉਤਰਨਾ। ਹੁਣ ਇੱਕ ਮਾਂ ਤਾਂ ਥੱਲੇ ਵੀ ਆਹ ਕੀ ਵੀ ਉਤਰੂ ਕਿਵੇਂ ਹੋਊਗਾ ਨਾ। ਮੈਨੂੰ ਥਾਪੀ ਦੇ ਕੇ ਤੋਰਿਆ, ਬੇਟਾ ਉੱਤਰ ਕੇ ਹੀ ਆਉਣਾ ਆਪਾਂ ਨਾ, ਜ਼ਬਰਦਸਤ ਤਾੜੀਆਂ ਵੱਜਣਗੀਆਂ ਜਦੋਂ ਆਏਂਗੀ, ਹੌਂਸਲੇ ਨਾਲ ਉਤਰਨਾ। ਉੱਪਰ ਜਾ ਕੇ ਉਹਨੂੰ ਚੜਾ ਕੇ ਤੇ ਮੈਂ ਭੱਜ ਕੇ ਪੌੜੀਆਂ ਵੀ ਥੱਲੇ ਆ ਗਈ। ਜਦ ਤੱਕ ਉਹ ਉੱਪਰ ਖੜੀ ਹੈ, ਥੱਲੜਿਆਂ ਨੇ ਤਾੜੀਆਂ ਮਾਰਦੇ, ਮੈਂ ਕਿਹਾ ਜ਼ੋਰ ਦੀ ਤਾੜੀਆਂ ਮਾਰ ਦੋ। ਉਹ ਤਾੜੀਆਂ ਉਹਨੂੰ ਕਹਿੰਦੀਆਂ, ਆਪਦੇ ਮਨ 'ਚ ਆਇਆ ਵੀ ਜੇ ਮੈਂ ਨਾ ਉਤਰੀ ਇਹ ਤਾੜੀਆਂ ਤਾਂ ਬੇਕਾਰ ਜਾਣਗੀਆਂ, ਵੀ ਇਹਨਾਂ ਨੇ ਤਾਂ ਮੈਨੂੰ ਪਹਿਲਾਂ ਹੀ ਮਾਰ ਕੇ ਤਾੜੀਆਂ ਮੇਰਾ ਹੌਸਲਾ ਵਧਾਤਾ। ਤੇ ਉਹ ਐਡਾ ਸੋਹਣਾ ਰੈਪਲਿੰਗ ਕਰਦੀ, ਮਤਲਬ 3 ਮੰਜ਼ਲੀ ਹੈਗੀ ਬਿਲਡਿੰਗ, ਉਹ ਰੱਸੀ ਦੇ ਸਹਾਰੇ ਉਤਰਦੀ ਉਹ ਨੀਚੇ ਤੱਕ ਜਦੋਂ ਪਹੁੰਚੀ। ਤੇ ਫਿਰ ਉਸ ਤੋਂ ਬਾਅਦ 20-15 ਕੁੜੀਆਂ ਕੈਂਪ 'ਚ ਸੀਗੀਆਂ, ਤੇ ਸਾਰੀਆਂ ਮਿੰਟੋ ਮਿੰਟ ਮਗਰ ਹੁਣ ਸਾਰੀਆਂ ਜਦੋਂ ਫੋਟੋ ਦੇਖਦੀਆਂ ਹੋਣਗੀਆਂ ਖੁਸ਼ ਤਾਂ ਹੁੰਦੀਆਂ ਹੀ ਹੋਣੀਆਂ ਨਾ ਵੀ ਸਾਡੇ ਹੌਸਲੇ, ਮਤਲਬ ਹਰੇਕ ਬੱਚੇ ਨੂੰ ਇਹ ਧੱਕਾ ਲਾਉਣਾ ਪੈਂਦਾ, ਤੇ ਲਾਇਆ ਵੀ ਹੈ ਜ਼ਬਰਦਸਤ। ਕੱਲ ਨਾ ਅਸੀਂ ਕੋਈ ਗੱਲਾਂ ਕਰ ਰਹੇ ਸੀ ਤਾਂ ਕਿਸੇ ਨੇ ਕਿਹਾ ਵੀ ਜੇ ਬੱਚੇ 'ਚ ਅਸੀਂ ਬਹੁਤ ਜ਼ਿਆਦਾ ਡਰ ਹੈ ਨਾ ਜਾਂ ਭਰ ਦਿੰਦੇ ਹਾਂ, ਜਾਂ ਬੱਚੇ ਨੂੰ ਬਹੁਤ ਜ਼ਿਆਦਾ ਨਲਾਇਕ ਕਰ ਦਿੰਦੇ ਹਾਂ ਕਿ ਉਹ ਕੁਝ ਵੀ ਅਚੀਵ ਨਹੀਂ ਕਰ ਸਕਦਾ, ਤਾਂ ਉਹਦੇ 'ਚ ਬਹੁਤ ਜ਼ਿਆਦਾ ਰੋਲ ਆ ਜਿਹੜਾ ਮਾਂ ਨਿਭਾਉਂਦੀ ਆ, ਕਿਉਂਕਿ ਉਹਨੂੰ ਇੰਨਾ ਪੈਂਪਰ ਕਰਦੀ ਹੈ, ਇੰਨਾ ਡਰਾ ਕੇ ਰੱਖਦੀ ਆ ਨਾ। ਤੇ ਮੈਨੂੰ ਲੱਗਦਾ ਤੁਹਾਡੇ ਦਿੱਤੇ ਹੌਸਲੇ ਨਾਲ ਇਹ ਸਾਰਾ ਆਪ ਤਾਂ ਮੈਂ ਡਰਦੀ ਬਹੁਤ। ਹਾਂਜੀ, ਕਈ ਲਾਉਣ ਜਾਂਦੀ। ਇੱਕ ਵਾਰੀ ਹੋਇਆ ਕਿ ਉਹਨੂੰ ਮੋਪੜ ਲੈ ਕੇ ਦਿੱਤੀ ਸੀ, ਸਕੂਟਰੀ ਨਵੀਂ, ਤੇ ਰਾਤ ਨੂੰ ਮੈਂ ਉਹਨੂੰ, ਹਨੇਰਾ ਹੋ ਗਿਆ ਥੋੜ੍ਹਾ ਜਿਹਾ, ਬੁਖਾਰ ਵੀ ਪੁਣਾ, ਤੇ ਉਹਨੂੰ ਮੈਂ ਕਿਹਾ ਬੇਟਾ ਬਾਜ਼ਾਰੋਂ ਆਹ ਚੀਜ਼ ਲੈ ਕੇ ਆ। ਇਹ ਕਹਿੰਦੇ ਰਾਤ ਨੂੰ ਕੁੜੀ ਹੈਗੀ ਆ ਬਾਜ਼ਾਰ ਜਾਊਗੀ। ਮੈਂ ਕਿਹਾ ਵੀ ਜੇ ਰਾਤ ਨੂੰ ਬਾਜ਼ਾਰ ਨਹੀਂ ਜਾਊਗੀ, ਇਹਨੂੰ ਪਤਾ ਕੀ ਲੱਗੂ ਵੀ ਕੀ ਪ੍ਰੋਬਲਮ ਆਉਣਗੀ, ਲਾਈਟਾਂ 'ਚ ਰਾਤ ਨੂੰ ਇਹ ਲਾਈਟਾਂ ਚਲਾਉਣ ਕਿਵੇਂ ਸਿੱਖੂਗੀ, ਤੂੰ ਜਾਓ। ਉਹ ਗਈ, ਸਮਾਨ ਲੈ ਕੇ ਉਹ ਵਾਪਸ ਆ ਗਈ। ਡਰ ਚੱਕਿਆ ਗਿਆ ਉਸ ਗੱਲ ਨਾਲ। ਤੇ ਉਹ ਇੰਨੀਆਂ ਮਤਲਬ ਬੋਲਡ ਹੈ ਉਹ, ਕੋਈ ਗੱਲ ਹੋ ਜੇ ਐ ਨਹੀਂ ਹੈ ਵੀ ਕਿਸੇ ਦੀ ਮਜਾਲ ਵੀ ਉਹਨਾਂ ਕਨੀ ਝਾਕ ਵੀ ਜਾਵੇ ਕੋਈ, ਉਹਨਾਂ 'ਚ ਇੰਨਾ ਗਟਸ ਹੈਗੇ ਆ। ਇੱਥੇ ਬਾਜ਼ਾਰ 'ਚ ਇੱਕ ਵਾਰੀ ਮੇਲੇ 'ਚ ਤੁਸੀਂ ਅਸੀਂ ਮੇਲਾ ਦੇਖਣ ਆਏ, ਤੇ ਉਹ ਭੀੜ ਕਾਫੀ ਹੁੰਦੀ ਹੈ ਨਾ, ਉਹ ਸ਼ਾਪਸ ਦੇ ਨੇੜੇ ਖੜ ਕੇ ਆਪਾਂ ਚੀਜ਼ਾਂ ਦੇਖਦੇ, ਤੇ ਮੈਂ ਵੀ ਦੇਖੀ ਜਾਵਾਂ, ਤੇ ਮੇਰੇ ਨਾਲ ਉਹ ਖੜੀ। ਤੇ ਹੁਣ ਕੋਈ ਲੜਕੇ ਨੇ ਮਤਲਬ ਜਿਵੇਂ ਉਹਦੇ ਪੈਰ ਦੇ ਉੱਤੇ ਪੈਰ ਰੱਖਤਾ, ਤੇ ਉਹਨੇ ਪੈਰ ਖਿੱਚਿਆ, ਤੇ ਫਿਰ ਉਹਨੇ ਫੇਰ ਰੱਖਤਾ, ਤੇ ਉਹਨੇ ਖਾਲ ਗੱਡੀ। ਫਿਰ ਮਤਲਬ ਉੱਚੀ ਦਿਨ ਜਦੋਂ ਬੋਲੀ, ਤੇ ਮੈਂ ਕਿਹਾ ਬਿੱਪੂ ਕੀ ਹੋ ਗਿਆ? ਕਹਿੰਦੀ ਮੰਮੀ ਉਹਨੇ ਮੇਰੇ ਪੈਰ ਤੇ ਪੈਰ ਰੱਖਤਾ। ਮੈਂ ਕਿਹਾ ਨਹੀਂ ਬੇਟਾ, ਵੀ ਮੇਰਾ ਸੁਭਾਅ ਨਰਮ ਟਾਈਪ ਹੀ ਹੈ, ਮੈਨੂੰ ਹਾਲੇ ਵੀ ਪਤਾ ਵੀ ਆਪਦੇ ਆਪ ਨੂੰ, ਮੈਨੂੰ ਲੱਗਦਾ ਪਤਾ ਨਹੀਂ ਕਮਜ਼ੋਰੀ ਹੈ ਕਿ ਕੀ ਹੈ, ਵੀ ਮੈਂ ਪਹਿਲਾਂ ਅਗਲੇ 'ਤੇ ਇਲਜ਼ਾਮ ਛੇਤੀ ਕਿਤੇ ਲਾ ਨਹੀਂ ਸਕਦੀ। ਮੈਂ ਕਿਹਾ ਨਹੀਂ ਬੇਟਾ ਭੀੜ ਹੈ, ਉਹਦਾ ਅਚਾਨਕ ਪੈਰ ਲੱਗ ਗਿਆ ਹੁਣ। ਕਹਿੰਦੀ ਮੰਮੀ ਮੈਨੂੰ ਪਤਾ ਹੈ ਵੀ ਅਚਾਨਕ ਹੈ ਕਿ ਜਾਣ ਕੇ ਹੈ। ਮਤਲਬ ਜਦੋਂ ਉਹਨੇ 1-2 ਗਾਲਾਂ ਹੀ ਹੋਰ ਕੱਢੀਆਂ ਤਾਂ ਪਤਾ ਨਹੀਂ ਲੱਗਿਆ ਮੁੰਡਾ ਉਹ ਕਿੱਧਰ ਚਲਿਆ ਗਿਆ। ਆਸ-ਪਾਸ ਦੇ ਲੋਕ ਐ ਦੇਖਣ ਲੱਗ ਗਏ। ਮੈਂ ਤਾਂ ਘਰੇ ਆ ਕੇ ਮੈਂ ਕਿਹਾ ਵੀ ਹੁਣ ਤਾਂ ਨਹੀਂ ਆਪਾਂ ਮੇਲੇ ਜਾਂਦੇ, ਵੀ ਸਾਨੂੰ ਤਾਂ ਐਂ ਜੇ ਹੋਇਆ ਅੱਜ। ਮੈਂ ਕਿਹਾ ਵਿਪੂ ਨੇ ਤਾਂ ਉੱਥੇ ਸਿੱਧਾ ਹੀ ਦਿੱਤਾ ਆਪਣੇ ਇੱਥੇ ਨੂੰ, ਵੀ ਐਂ ਜੇ ਕਰਕੇ ਹੱਸਣ ਲੱਗ ਗਏ ਨਾ। ਮੈਂ ਕਿਹਾ ਹੁਣ ਨਹੀਂ ਆਪਾਂ ਜਾਂਦੇ। ਤੇ ਉਦੋਂ ਮਤਲਬ ਕਾਫੀ ਛੋਟੀਆਂ ਸੀਗੀਆਂ, ਤੇ ਉਦੋਂ 100 ਰੁਪਏ ਦੀ ਬੜੀ ਕੀਮਤ ਹੈ, ਤੇ ਇਹਨਾਂ ਨੇ ਕੱਢਿਆ 100 ਰੁਪਇਆ। ਕਹਿੰਦੇ ਕੱਲ ਨੂੰ ਫਿਰ ਜਾਣਾ ਵਿਪੂ। ਮੈਂ ਕਿਹਾ ਅਗਲੀ ਵਾਰੀ ਗਾਲ ਨਹੀਂ ਕੱਢਣੀ, ਘਸੁੰਨ ਮਾਰਨਾ ਹੈ। ਕਹਿੰਦੇ ਆਪਾਂ ਜਾਣਾ ਜ਼ਰੂਰ ਹੈ। ਕਹਿੰਦੇ ਮੰਮੀ ਕਹਿੰਦੇ ਨਹੀਂ ਜਾਣਾ, ਆਪਾਂ ਜਾਣਾ ਹੈ। ਤੇ ਹੁਣ ਅਸੀਂ ਡਰਾਉਣਾ ਸ਼ੁਰੂ ਕਰ ਦਿੰਦੇ, ਕੱਲ ਨੂੰ ਤੂੰ ਫਲਾਣੀ ਜਗ੍ਹਾ ਨਾ ਜਾਈਂ, ਉੱਥੋਂ ਨਾ ਲੰਘੀ, ਰਸਤਾ ਬਦਲ ਲਈ। ਗਲਤੀ ਕਿਸੇ ਦੀ ਹੋਰ ਹੈ, ਸਜ਼ਾ ਅਸੀਂ ਆਪਣੇ ਬੱਚਿਆਂ ਨੂੰ, ਟੌਰਚਰ ਅਸੀਂ ਆਪਣੇ ਬੱਚੇ ਨੂੰ। ਫਿਰ ਮੈਂ ਇਨਡਾਇਰੈਕਟ ਗੱਲਾਂ ਸਿੱਖਦੀ ਤਾਂ ਇਹਨਾਂ ਤੋਂ, ਪਰ ਮੈਂ ਅਪਲਾਈ ਛੇਤੀ ਕਰ ਦਿੰਨੀ। ਨਹੀਂ ਬਹੁਤ ਚੰਗੀ ਗੱਲ ਹੈ, ਕ੍ਰੈਡਿਟ ਵੀ ਦਿੰਦੇ ਹੋ ਤੁਸੀਂ। ਮਤਲਬ ਹੁਣ ਸਿੱਖਣ ਦੇ ਮਤਲਬ ਮੈਨੂੰ ਕੀ ਚੰਗਾ ਲੱਗਦਾ ਸੀ ਵੀ ਜਦੋਂ ਇਹ ਕਾਰ ਚਲਾਉਂਦੇ, ਤੇ ਪਾਪਾ ਜੀ ਸਾਡੇ ਦੋਵਾਂ, ਚਾਹੇ ਪਿੰਡ ਵਾਲੇ ਪਾਪਾ ਜੀ ਹੁੰਦੇ ਚਾਹੇ ਇੱਥੋਂ ਵਾਲੇ ਪਾਪਾ ਜੀ ਹੁੰਦੇ, ਉਹਨਾਂ ਨੇ ਸਾਡੇ ਨਾਲ ਬੈਠਣਾ ਤੇ ਉਹ ਅੱਗੇ ਬੈਠਣ। ਇਹ ਮੈਨੂੰ ਚੰਗਾ ਲੱਗਦਾ ਵੀ ਮੈਂ ਪਹਿਲਾਂ ਹੀ ਅੱਗੇ ਬਹਿ ਜਾ ਇਹਨਾਂ ਦੇ ਨਾਲ, ਉਹ ਪਿੱਛੇ ਬੈਠਣ। ਮੈਨੂੰ ਨਹੀਂ ਸੀ ਚੰਗਾ ਲੱਗਦਾ। ਤੇ ਹੁਣ ਇੰਨੀ ਉਮਰ ਬੀਤ ਗਈ ਸੀ, ਜਦੋਂ ਕਿਤੇ ਉਹਨਾਂ ਨੇ ਨਾਲ ਆਉਣਾ ਜਾਣਾ ਉਹ ਅੱਗੇ ਬਹਿੰਦੇ ਰਹੇ। ਜਿੰਦਪ੍ਰੀਤ ਦੀ ਜਦੋਂ ਮੈਰਿਜ ਹੋਈ, ਉਹ ਸਹੁਰੇ ਘਰ ਗਈ, ਉਹਨਾਂ ਨੇ ਫੋਨ ਕੀਤਾ ਸੰਦੀਪ ਨੇ, ਮੰਮੀ ਆਪਾਂ ਪਿਕਚਰ ਦੇਖਣ ਜਾਣਾ, ਤੁਸੀਂ ਸਕੂਲੋਂ ਡੈਡੀ ਤੁਹਾਨੂੰ ਲੈ ਕੇ ਸਿੱਧੇ ਕੋਟਕਪੂਰੇ ਪਹੁੰਚ ਜਾਣਗੇ, ਅਸੀਂ ਇੱਧਰੋਂ ਪਹੁੰਚਦੇ ਹਾਂ। ਸਾਡੀਆਂ ਗੱਡੀਆਂ ਬਰਾਬਰ ਕ੍ਰਾਸ ਕੀਤੀਆਂ ਕੋਟਕਪੂਰ ਤੋਂ, ਨੇੜੇ ਪਿੰਡ ਤੋਂ। ਸੰਦੀਪ ਚਲਾ ਰਿਹਾ ਸੀ, ਜਿੰਦੂ ਦੇ ਨਾਲ ਬੈਠੀ ਸੀ, ਉਹਦੇ ਮੰਮੀ ਡੈਡੀ ਪਿੱਛੇ ਬੈਠੇ ਸੀ। ਜਦੋਂ ਹੀ ਸਾਡੇ ਨਾਲ ਐਂ ਕਾਰ ਲੰਘੀ, ਮੈਂ ਕਿਹਾ ਜਿੰਦਪ੍ਰੀਤ ਨੂੰ ਇੰਨਾ ਹੀ ਨਹੀਂ ਪਤਾ ਵੀ ਮੈਂ ਡੈਡੀ ਨੂੰ ਅੱਗੇ ਪਾਉਣਾ।
ਇਹ ਮੈਨੂੰ ਕਹਿੰਦੇ ਚੱਲੀ ਤੂੰ ਪਿਕਚਰ ਦੇਖਣ ਹੈ ਤੇ ਕਰੀ ਤੂੰ ਕੀ ਜਾਨੀ ਹੈ ਨਾ। ਮੈਂ ਕਿਹਾ ਨਹੀਂ, ਉਹਨੇ ਮੈਥੋਂ ਆਹੀ ਨਹੀਂ ਸਿੱਖਿਆ ਵੀ ਜੇ ਉਹਦੇ ਡੈਡੀ ਨਾਲ ਜਾ ਰਹੇ ਆ ਤੇ ਅੱਗੇ ਉਹਨਾਂ ਨੇ ਬਹਿਣਾ। ਬਸ ਮੈਨੂੰ ਤਾਂ ਪਿਕਚਰ ਦਾ ਸਵਾਦ ਹੀ ਨਾ ਆਵੇ ਵੀ ਜਿੰਦਪ੍ਰੀਤ ਨੇ ਮੈਨੂੰ ਕਿਉਂ ਨਹੀਂ ਵਾਚ ਕੀਤਾ। 22 ਸਾਲ ਬੱਚੇ ਨੇ ਮੈਨੂੰ ਵੇਖਿਆ ਹੀ ਨਹੀਂ। ਜਦੋਂ ਥੀਏਟਰ 'ਚ ਵੜਨ ਲੱਗੀ ਮੈਂ ਉਹਦੀ ਬਾਂਹ ਜੰਦਪ੍ਰੀਤ ਤੇਰੇ ਨਾਲ ਗੱਲ ਕਰਨੀ ਹੈ, ਇਹਨਾਂ ਨੇ ਮੇਰੀ ਬਾਂਹ ਫੜ ਲਈ। ਉਹਦੀ ਪਿਕਚਰ ਨਹੀਂ ਖਰਾਬ ਕਰਨੀ। ਮੈਨੂੰ ਪਿਕਚਰ ਦੀ ਮੈਂ ਕਹਿੰਦਾ ਮੈਂ ਇਹਦੇ ਨਾਲ ਗੱਲ ਕਰਕੇ ਜਾਊਂਗੀ, ਮੈਨੂੰ ਤਾਂ ਸਵਾਦ। ਪਰ ਇਹਨਾਂ ਨੇ ਮੈਨੂੰ ਧੱਕਾ ਲਾ ਕੇ ਮੈਨੂੰ ਕਹਿੰਦੇ ਚੱਲ ਪਿਕਚਰ ਦੇਖ ਪਹਿਲਾਂ, ਬਾਅਦ 'ਚ ਗੱਲ ਕਰੀ। ਮੈਂ ਆਰਾਮ ਨਾਲ ਬੈਠੀ ਰਹੀ, ਮੈਨੂੰ ਕੋਈ ਐ ਨਹੀਂ ਵੀ ਕਿਹੜੀ ਗੱਲ ਨਾਲ ਜਿੰਦੂ ਨੂੰ ਹੋਰ ਵਧੀਆ ਸਮਝਾਇਆ ਜਾਵੇ। ਮੈਂ ਪਲੈਨਿੰਗ ਪਹਿਲਾਂ ਨਾ ਜਦੋਂ ਵੀ ਕਰਦੀ ਮੈਂ ਕਾਫੀ ਪਲੈਨਿੰਗ ਕਰਦੀ ਹਾਂ, ਦਿਮਾਗ ਮੇਰਾ ਬਹੁਤ ਚੱਲਦਾ ਰਹਿੰਦਾ। ਮੈਂ ਸੋਚ ਕੇ ਉਸ ਪੁਆਇੰਟ 'ਤੇ ਪਹੁੰਚਣਾ ਵੀ ਅਗਲੇ ਨੂੰ ਸਿੱਧਾ ਟਾਰਗੇਟ ਹੀ ਬਣੇ। ਮੈਨੂੰ ਬੁਲਾਇਆ, ਮੈਂ ਕਿਹਾ ਜੰਦਪ੍ਰੀਤ ਬੇਟਾ ਤੈਨੂੰ ਵਧੀਆ ਲੱਗਿਆ ਵੀ ਤੂੰ ਅੱਗੇ ਬਹਿ ਕੇ ਡੈਡੀ ਪਿੱਛੇ ਬੈਠੇ, ਕਿੱਦਾਂ ਗੰਦਾ ਫੀਲ ਹੋ ਰਿਹਾ? ਕਹਿੰਦੀ ਮੰਮੀ ਤੁਹਾਨੂੰ ਕੀ ਲੱਗਿਆ ਹੋਊਗਾ? ਮੈਂ ਕਿਹਾ ਮੈਨੂੰ ਗੰਦਾ ਲੱਗਿਆ। ਕਹਿੰਦੀ ਮੈਂ ਉਹਨਾਂ ਨੂੰ ਕਿਹਾ ਸੀ ਪਰ ਉਹ ਨਹੀਂ ਮੰਨੇ, ਉਹ ਕਹਿੰਦੇ ਅਸੀਂ ਪਿੱਛੇ ਬੈਠਣਾ। ਅਗਲੇ ਦਿਨ ਅਸੀਂ ਉਹਨਾਂ ਨੂੰ ਇੱਥੇ ਖਾਣੇ 'ਤੇ ਬੁਲਾਇਆ, ਪਰ ਮੈਨੂੰ ਤਾਂ ਉਹ ਕੁਲਝਣਾ ਲੱਗੀ, ਭਾਵੇਂ ਉਹਨੇ ਮੈਨੂੰ ਦੱਸਤਾ ਪਰ ਮੈਨੂੰ ਵਿਸ਼ਵਾਸ ਆ ਵੀ ਗਿਆ ਤੇ ਨਹੀਂ ਵੀ ਸੀ। ਮੈਂ ਕਿਹਾ ਵੀਰ ਜੀ ਮੈਨੂੰ ਇਹ ਗੰਦਾ ਲੱਗਿਆ ਵੀ ਕੱਲ੍ਹ ਤੁਸੀਂ, ਮੈਂ ਉਹਨਾਂ ਨਾਲ ਵੀ ਫਿਰ ਗੱਲ ਕੀਤੀ ਵੀ ਕੱਲ੍ਹ ਤੁਸੀਂ ਪਿੱਛੇ ਬੈਠੇ ਤੇ ਜਿੰਦਪ੍ਰੀਤ ਅੱਗੇ ਬੈਠੀ। ਉਹ ਕਹਿੰਦੇ ਭੈਣ ਜੀ ਮੇਰੇ ਪੁੱਤ ਨੇ ਮੈਨੂੰ ਬੜਾ ਮਾਣ ਦਿੱਤਾ, ਮੈਨੂੰ ਇਹਨੇ ਬਹੁਤ ਮਾਣ ਦਿੱਤਾ, ਮੈਨੂੰ ਅੱਗੇ ਬਿਠਾਇਆ, ਮੈਂ ਬੈਠਾ। ਪਰ ਉਸ ਤੋਂ ਬਾਅਦ ਫਿਰ ਮੈਂ ਵੀ ਤਾਂ ਆਪਦੇ ਪੁੱਤ ਨੂੰ ਮਾਣ ਦੇਣਾ ਹੀ ਸੀ ਨਾ। ਕਹਿੰਦੇ ਫਿਰ ਮੈਂ ਉੱਠ ਕੇ ਪਿੱਛੇ ਆ ਕੇ ਬੈਠਾ ਤੇ ਉਹਨੂੰ ਉੱਥੇ ਬਿਠਾਤਾ। ਫਿਰ ਮੈਨੂੰ ਉਹ ਗੱਲ ਜਿਹੜਾ ਕਹਿੰਦੇ ਆ ਨਾ ਵੀ ਦਿਮਾਗ ਚੱਲਦਾ ਰਹਿੰਦਾ ਹੈ, ਬਹੁਤ ਦਿਮਾਗ ਦਾ ਇਸਤੇਮਾਲ ਕਰਦੀਆਂ। ਇੱਕ ਵਾਰੀ ਨਾ ਇਹਨਾਂ ਨੂੰ ਪ੍ਰੋਬਲਮ ਹੋ ਗਈ ਕੋਈ, ਅਸੀਂ ਇੱਥੇ ਡਾਕਟਰ ਜਿੰਦਲ ਆ ਉਹਨਾਂ ਦੇ ਚਲੇ ਗਏ, ਉਹਨਾਂ ਨੇ ਲਾ ਕੇ ਟੂਟੀਆਂ ਟਾਟੀਆਂ ਵੇਖ ਵੂਖ ਕੇ ਨਾ ਪਤਾ ਨਹੀਂ ਕੀ ਕੁਛ ਕੀਤਾ, ECG ਕੀਤੀ, GC ਪਤਾ ਨਹੀਂ ਕੀ ਕੀਤਾ, ਲਾ ਲੂ ਕੇ ਕਹਿੰਦੇ ਮਾਨ ਸਾਹਿਬ ਸਿਰ 'ਚ ਤਾਂ ਕੁਛ ਹੈ ਨਹੀਂ। ਮੈਂ ਕਿਹਾ ਡਾਕਟਰ ਸਾਹਿਬ ਮੈਨੂੰ ਤਾਂ 30 ਸਾਲ ਪਹਿਲਾਂ ਦਾ ਪਤਾ, ਤੁਹਾਨੂੰ ਅੱਜ ਪਤਾ ਲੱਗਿਆ। ਡਾਕਟਰ ਹੱਸ ਕੇ ਬੈਠ ਗਿਆ ਕੁਰਸੀ ਤੇ, ਕਹਿੰਦਾ ਤੁਸੀਂ ਬੰਦੇ ਕਿਹੋ ਜਿਹੇ ਹੋ? ਇਹ ਜਦੋਂ ਮਤਲਬ ਮੈਂ ਉੱਥੇ ਬੈਠੀ ਹਾਂ ਮਸ਼ੀਨ ਜੀ ਤੇ ਉਹ ਮੈਨੂੰ ਲੱਗਦਾ ਰਿਪੋਰਟ 'ਚ ਤੇ ਵੀ ਸਿਰ 'ਚ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਕਿ ਖਾਲੀ ਨਾ ਸਿਰ 'ਚ ਤਾਂ ਕੁਛ ਠੀਕ ਨਹੀਂ, ਕੁਛ ਹੈ ਨਹੀਂਗਾ। ਤੇ ਇਹ ਕਹਿੰਦੇ ਮੈਨੂੰ ਤਾਂ ਬਹੁਤ ਪਹਿਲਾਂ ਦਾ ਪਤਾ, ਚੱਲ ਤੁਸੀਂ ਅੱਜ ਦੱਸਦਾ, ਅੱਜ ਤੁਸੀਂ ਸਰਟੀਫਿਕੇਟ ਦਿੱਤਾ ਕਿ ਨਹੀਂ। ਇਸੇ ਤਰ੍ਹਾਂ ਦੇ ਚੁਟਕਲੇ ਸਾਡੇ ਨਾ ਬਣ ਜਾਂਦੇ ਆ ਜ਼ਿੰਦਗੀ ਦੇ ਵਿੱਚ। ਹੁਣੇ ਅਸੀਂ ਟੂਰ ਤੇ ਗਏ ਤੇ ਅਹਿਮਦਾਬਾਦ ਇੱਕ ਝੀਲ ਦੇ ਕਿਨਾਰੇ ਸੀਗੇ ਖੜੇ। ਮੈਂ ਕਿਹਾ ਵੀ ਆਪਾਂ ਨਾ ਇੱਥੇ ਫਾਸਟ ਮੋਟਰ ਬੋਟ ਹੈਗੀ ਆ ਤੇ ਉਹਦੇ ਤੇ ਆਪਾਂ ਚੱਲਦੇ ਹਾਂ। ਕਹਿੰਦੇ ਨਹੀਂ ਆਪਾਂ ਨਹੀਂ ਜਾ ਸਕਦੇ। ਮੈਂ ਕਿਉਂ? ਕਹਿੰਦੀ ਮੈਨੂੰ ਤਾਂ ਤੈਰਨਾ ਨਹੀਂ ਆਉਂਦਾ, ਡੁੱਬ ਜਾਾਂਗੇ। ਮੈਂ ਕਿਹਾ ਘਬਰਾ ਨਾ, ਤੂੰ ਮੈਨੂੰ ਤੈਰਨਾ ਆਉਂਦਾ। ਮੈਂ ਕਿਹਾ ਮੈਂ ਤੂੰ ਤਾਂ ਆਉਂਦਾ, ਮੇਰਾ ਕੀ ਹੋ? ਮੈਂ ਕਿਹਾ ਮੈਂ ਤਾਂ ਆਪ ਦੀ ਗੱਲ ਕਰਦੀ ਹਾਂ। ਫਿਰ ਮੈਂ ਫਿਰ ਸੰਭਲ ਕੇ ਮੈਂ ਕਿਹਾ ਵੀ ਨਹੀਂ ਮੈਂ ਤੈਨੂੰ ਕੱਢ ਲਿਆਉਂਗਾ, ਤੂੰ ਡਰ ਨਾ। ਦੇਖੋ ਇੱਕ ਤਾਂ ਇਹੀ ਹੈ ਨਾ ਤੁਹਾਡੀ ਤੰਦਰੁਸਤੀ ਤੇ ਇੰਨੀ ਸੋਹਣੀ ਸਿਹਤ ਦਾ ਰਾਜ ਆ ਵੀ ਤੁਸੀਂ ਮਤਲਬ ਜ਼ਿੰਦਗੀ 'ਚ ਕੋਈ ਉਲਝਣ ਰੱਖੀ ਹੋਈ ਨਹੀਂ ਹੈ ਨਾ। ਅਸੀਂ ਉਦੋਂ ਹੀ ਸ਼ੇਅਰ ਕਰ ਲੈਂਦੇ ਹਾਂ, ਉਦੋਂ ਹੀ ਸਾਂਝੀ ਕਰ ਲਈ, ਜਾਂ ਫਿਰ ਜਿਵੇਂ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਦੂਜੇ ਨੂੰ ਇੰਨੀ ਤਰੀਕੇ ਨਾਲ ਸੰਭਾਲਦੇ ਹਾਂ ਜਾਂ ਸਮਝਾ ਦਿੰਦੇ ਹਾਂ ਕਿ ਉਹ ਚੀਜ਼ ਵੱਡੀ ਨਹੀਂ ਹੋਣ ਦਿੰਦੇ ਹੈ ਨਾ। ਪਰ ਉੱਦਾਂ ਤੁਸੀਂ ਆਪਣੀ ਫਿਟਨੈਸ ਲਈ, ਆਪਣੀ ਤੰਦਰੁਸਤੀ ਲਈ ਕੀ ਕਰਦੇ ਹੋ ਦੋਵੇਂ? ਬਸ ਇੱਕੋ ਹੀ ਗੱਲ ਮੈਂ ਤਾਂ ਕਰਦੀ ਹਾਂ, ਰਾਤ ਨੂੰ ਸੌਣ ਵੇਲੇ ਪਰਮਾਤਮਾ ਵਾਹਿਗੁਰੂ ਤੇਰਾ ਬਹੁਤ ਬਹੁਤ ਸ਼ੁਕਰੀਆ ਮੇਰੇ ਸਰੀਰ ਦੇ ਇੱਕ ਇੱਕ ਸੈੱਲ ਨੂੰ ਤੰਦਰੁਸਤ ਰੱਖਣ ਲਈ। ਕਿੰਨੇ ਵਾਰੀ ਇਹ ਲਾਈਨ ਮੈਂ ਤਾਂ ਬੋਲਦੀ ਤੇ ਫਿਰ ਮੈਨੂੰ ਨੀਂਦ ਆ ਜਾਂਦੀ, ਤੇ ਜਦੋਂ ਮੈਂ ਉੱਠਦੀ ਹਾਂ ਤੇ ਮੇਰਾ ਸਰੀਰ ਇੱਕ ਇੱਕ ਸੈੱਲ ਤੰਦਰੁਸਤ, ਇੱਕ ਇੱਕ ਪੁਆਇੰਟ ਤੱਕ ਆਪਾਂ ਦਾ ਸ਼ੁਕਰੀਆ ਕਰਦੇ ਹਾਂ। ਕਹਿੰਦੇ ਅੱਖਾਂ ਸਾਰਾ ਦਿਨ ਦੇਖਦੀਆਂ ਰਹਿੰਦੀਆਂ, ਅਸੀਂ ਕਦੇ ਸ਼ੁਕਰੀਆ ਕੀਤਾ ਹੀ ਨਹੀਂ। ਦਿਲ ਤਾਂ ਸਾਰਾ ਦਿਨ ਰਾਤ ਧੜਕਦਾ ਰਹਿੰਦਾ, ਅਸੀਂ ਇਹਦਾ ਕਦੀ ਸ਼ੁਕਰੀਆ ਹੀ ਨਹੀਂ ਕੀਤਾ। ਤੇ ਫਿਰ ਅਸੀਂ ਪਰਮਾਤਮਾ ਨੂੰ ਸ਼ੁਕਰੀਆ ਕਰਨਾ ਵੀ ਮੇਰਾ ਤੂੰ ਇੱਕ ਇੱਕ ਪੁਆਇੰਟ ਤੰਦਰੁਸਤ ਰੱਖ ਛੱਡਿਆ ਹੈ, ਇਹਦੇ ਦੇ ਲਈ ਮੈਂ ਤੇਰਾ ਇਹਦੇ 'ਚ ਬਹੁਤ ਵੱਡੀ ਸ਼ਕਤੀ ਹੈ। ਹੁਣ ਜੇ ਕਹੀਏ ਅਸੀਂ, ਲੋਕ ਕਹਿੰਦੇ ਅਸੀਂ ਸੈਰ ਕਰਦੇ ਹਾਂ ਜੀ 10 ਕਿਲੋਮੀਟਰ 15 ਕਿਲੋਮੀਟਰ, ਅਸੀਂ ਕਦੇ ਸੈਰ ਕਰ ਨਹੀਂ ਗਏ, ਅਸੀਂ ਕਦੇ ਕੋਈ ਜਿਮ ਨਹੀਂ ਗਏ ਲਗਾਤਾਰ, ਕਦੇ ਕੋਈ ਇਸ ਤਰ੍ਹਾਂ ਦਾ ਨਹੀਂ ਕੀਤਾ। ਪਰ ਜਦੋਂ ਮੈਂ ਸਾਈਕਲਿੰਗ ਕਰਦਾ, ਸਾਈਕਲਿੰਗ ਦਾ ਸ਼ੌਕ ਮੈਨੂੰ ਹੈਗਾ, ਤੇ ਘਰੋਂ ਮੈਂ ਸਾਈਕਲ ਕੱਢ ਲਿਆ, ਮੈਂ 50 ਕਿਲੋਮੀਟਰ ਕਰਕੇ ਆਉਣਾ, 100 ਕਰ ਲਾਂ ਤਾਂ ਵੀ ਕੋਈ ਗੱਲ ਨਹੀਂ, ਜੇ ਲਗਾਤਾਰ ਕਰਦਾ ਰਹਾਂ ਤਾਂ ਵੀ ਮੈਂ ਕਰਦਾ ਰਹਿਣਾ, ਕੋਈ ਪ੍ਰੋਬਲਮ ਨਹੀਂ ਹੈ। ਪਰ ਰੈਗੂਲਰਲੀ ਕੋਈ ਮਤਲਬ ਕੋਈ ਡਾਈਟ 'ਤੇ ਸਾਡਾ ਕੋਈ ਹੈ ਨਹੀਂਗਾ। ਪਰ ਡਾਈਟ ਇਹ ਤਾਂ ਬਹੁਤ ਜ਼ਿਆਦਾ ਸੰਭਲ ਕੇ ਖਾਂਦੇ ਆ, ਅਤੇ ਮੈਂ ਵੀ ਉਨੀ ਕੁ ਡਾਈਟ ਖਾਂਦਾ ਜਿੰਨੀ ਕੁ ਮੇਰਾ ਸਰੀਰ ਦੀ ਮੈਨੂੰ ਲੋੜ ਹੈ। ਇਹ ਨਹੀਂ ਵੀ ਇਹਨੂੰ ਭਰ ਲਓ ਡਸਟਬਿਨ ਵਾਂਗੂ ਅਤੇ ਬਾਅਦ 'ਚ ਮੁੜ ਕੇ ਫਿਰ ਜੇ ਅਸੀਂ ਜ਼ਿਆਦਾ ਖਾਵਾਂਗੇ ਤਾਂ ਉਹ ਸਾਡੇ ਸਰੀਰ 'ਚ ਬਿਮਾਰੀਆਂ ਪੈਦਾ ਕਰੂਗਾ। ਹੁਣ ਡਸਟਬਿਨ ਦੇ ਵਿੱਚ ਸਾਰੀਆਂ ਚੀਜ਼ਾਂ ਆਪਾਂ ਇੱਧਰੋਂ ਸੁੱਟਤੀ ਉੱਧਰੋਂ ਸੁੱਟਤੀ, ਦੂਸਰੇ ਦਿਨ ਉਹਦੇ 'ਚੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਬਾਥਰੂਮ ਵਾਲੀਆਂ ਬਾਲਟੀਆਂ 'ਚ ਕਿਉਂ ਨਹੀਂ ਆਉਂਦੀ? ਕਿਉਂਕਿ ਪਾਣੀ ਨਿਕਲਿਆ, ਕੱਢਿਆ, ਸਾਫ਼ ਹੋਇਆ, ਚਲੋ ਗੱਲ ਖਤਮ ਹੋ ਗਈ। ਇਹੀ ਸਰੀਰ ਹੈ ਸਾਡਾ। ਸਰੀਰ ਨੂੰ ਅਸੀਂ ਡਸਟਬਿਨ ਸਮਝਾਂਗੇ
ਫਿਰ ਇਹ ਸਾਨੂੰ ਡਸਟਬਿਨ ਬਣਾ ਦੂਗਾ। ਫਿਰ ਮੋਟਾ ਵੀ ਹੋ ਜਾਂਦਾ ਬੰਦਾ, ਬਿਮਾਰੀਆਂ ਵੀ ਲੱਗ ਜਾਂਦੀਆਂ ਹੈਗੀਆਂ। ਤੇ ਦੂਸਰੀ ਗੱਲ ਇਹ ਹੈ ਕਿ ਇੱਕ ਸ਼ੁਕਰੀਆ ਜਿਹੜਾ ਉਹ ਕੁਦਰਤ ਦਾ, ਕਿ ਸਾਨੂੰ ਇੰਨੀ ਵਧੀਆ ਜ਼ਿੰਦਗੀ ਦਿੱਤੀ ਹੈ, ਇੰਨੀ ਸ਼ਾਨਦਾਰ ਜ਼ਿੰਦਗੀ ਦਿੱਤੀ ਹੈ, ਤੇਰਾ ਸ਼ੁਕਰੀਆ। ਇੰਨਾ ਵਧੀਆ ਸਰੀਰ ਦਿੱਤਾ ਹੈ, ਤੇਰਾ ਬਹੁਤ ਬਹੁਤ ਸ਼ੁਕਰੀਆ, ਤੇਰਾ ਧੰਨਵਾਦ। ਆਹੀ ਚੀਜ਼ ਹੈ ਮੇਨ ਚੀਜ਼। ਕੁਦਰਤ ਦਾ ਸ਼ੁਕਰੀਆ ਅਦਾ ਕਰਾਂਗੇ ਤਾਂ ਉਹ ਸਾਨੂੰ ਹੋਰ ਵੀ ਨਿਆਮਤਾਂ ਨਾਲ ਬਖਸ਼ਦੀ ਹੈ। ਤੇ ਜੇ ਕੁਦਰਤ ਨੂੰ ਅਸੀਂ ਗਿਣੀਏ ਹੀ ਨਾ, ਅੱਜ ਰੋਟੀ ਇਹਨਾਂ ਨੇ ਚੌਲ ਬਣਾਏ ਸੀ, ਤੁਸੀਂ ਦੇਖਿਆ ਕਿ ਮੈਂ ਕਿਹਾ ਸੀ ਸੇਵੀਆਂ ਬਹੁਤ ਵਧੀਆ, ਤੁਸੀਂ ਬਹੁਤ ਸਵਾਦ ਬਣਾਇਆ। ਇਹਨਾਂ ਨੇ ਫਿਰ ਕਿਹਾ ਵੀ ਤੂੰ ਸਬਜ਼ੀ ਵਧੀਆ ਬਣਾਈ ਹੈ। ਆਹੀ ਚੀਜ਼ ਹੈ, ਕੁਦਰਤ ਸਾਡੀ ਮਾਂ ਹੈ, ਅਸੀਂ ਉਹਦੀ ਤਾਰੀਫ ਕਰਾਂਗੇ, ਉਹ ਸਾਨੂੰ ਹੋਰ ਚੀਜ਼ ਦੇਊਗੀ। ਇਹ ਨਾ ਗੱਲਾਂ ਕਹਿਣੀਆਂ ਪੈਂਦੀਆਂ। ਆਪਾਂ ਨਾ ਕਈ ਵਾਰੀ ਕਹਿੰਦੇ ਹਾਂ, ਮੈਂ ਆਪਦੇ ਬੱਚਿਆਂ ਨੂੰ ਪਹਿਲਾਂ ਨਹੀਂ ਸੀ ਕਹਿੰਦੀ, ਜਦੋਂ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਵੀ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ। ਮੈਂ ਸਕੂਲ ਦੇ ਵਿੱਚ ਲੈਕਚਰ ਵੀ ਲਾਉਂਦੀ ਹੁੰਦੀ ਸੀ ਬੱਚਿਆਂ ਤੇ, +2 ਵਾਲਿਆਂ ਤੇ ਜ਼ਿਆਦਾ, ਵੀ ਤੁਸੀਂ ਪਿਆਰ ਕਰਦੇ ਹੋ ਕਰੋ। ਕਦੇ ਉਹਦੀ ਮਾਂ ਨੂੰ ਕਿਹਾ ਵੀ ਮੰਮੀ ਮੈਂ ਤੈਨੂੰ ਬਹੁਤ ਪਿਆਰ ਕਰਦਾ। ਸਹੀ ਗੱਲ ਹੈ। ਜੱਫੀ ਪਾ ਤਾਂ ਉਹਨੂੰ ਕਹਿ। ਤੂੰ ਆਪਦੇ ਡੈਡੀ ਨੂੰ ਕਦੀ ਕਿਹਾ? ਜਿਵੇਂ ਸਾਡੀ ਵਿਪੂ ਤੁਹਾਨੂੰ ਮੈਂ ਕਿਹਾ ਸੀ, ਜਦੋਂ ਵੀਡੀਓ ਬਣਾਉਣ ਲੱਗੀ ਮੈਰਿਜ ਵੇਲੇ ਤੇ ਕਹਿੰਦੇ ਐਕਸ਼ਨ ਕਰੋ ਕਿਸ ਦੇ, ਉਹ ਕਹਿੰਦੀ ਮੈਂ ਤੁਹਾਡੇ ਡੈਡੀ ਨੂੰ ਕਰਦੀ ਹਾਂ। ਉਹਨੇ ਕੁੱਟ ਕੇ ਜੱਫੀ ਪਾਈ, ਮਤਲਬ ਉਹਦੇ ਵਿੱਚ ਇਮੋਸ਼ਨਲ ਆਈ ਤੇ ਉਹ ਵਾਲੇ ਸੀਨ ਰਿਐਲਿਟੀ ਨਿਕਲੀ। ਤੇ ਇਹ ਵਾਲੇ ਤੁਸੀਂ ਹਰੇਕ ਬੰਦੇ ਨੂੰ, ਜਿਵੇਂ ਹੁਣ ਮੈਂ ਉਹਨੂੰ ਫੋਨ ਕਰੂੰਗੀ, ਬੇਟਾ ਆਈ ਲਵ ਯੂ, ਇਹ ਤਾਂ ਕਹਿਣਾ ਹੀ ਕਹਿਣਾ। ਉਹ ਕਹਿਣਗੇ ਆਈ ਲਵ ਯੂ 2 3 4 5, ਮਤਲਬ ਕਿੰਨਾ ਕੁਛ ਕਹਿ ਹੈ ਨਾ। ਇਹ એનર્ਜੀ ਵਾਲੇ ਲਫ਼ਜ਼ ਇਹ ਦੇਣੇ ਚਾਹੀਦੇ। ਆਮ ਸਾਡੇ ਸਮਾਜ 'ਚ ਕੀ ਹੈ ਕਿ ਲੜਦੇ ਤਾਂ ਗਲੀ 'ਚ ਖੜ ਕੇ ਹੈ, ਤੇ ਜੇ ਪਿਆਰ ਦੀ ਕੋਈ ਗੱਲ ਕਰਨੀ ਹੋਵੇ ਫਿਰ ਅੰਦਰ ਵੜ ਕੇ ਕਰਦੇ ਆ। ਘਰ ਵਾਲੇ ਨੂੰ ਵੀ ਦੂਜਿਆਂ ਦੇ ਸਾਹਮਣੇ ਕੋਈ ਨਹੀਂ ਕਹਿ ਸਕਦਾ ਆਈ ਲਵ ਯੂ। ਸਾਡੇ ਇਹ ਹੈਗਾ, ਉਹ ਵੀ ਜਿਹੜਾ ਹੈਗਾ ਉਹ ਲੁੱਕ ਕੇ ਕਹਿਣਾ ਪੈਂਦਾ ਕਿਤੇ। ਹਾਂ ਵੀ ਇਹ ਹੈ, ਪਰ ਇਹਦੀ ਮਤਲਬ ਕਿ ਇਹ ਵਾਲਾ ਲਫ਼ਜ਼ ਹੈ ਨਾ ਜਿਹੜੇ ਪਿਆਰ ਵਾਲੇ, ਇਹ એનર્ਜੀ ਇਹੀ ਹੀ ਦਿੰਦੇ ਵੀ ਤੁਸੀਂ ਝਿੜਕੀ ਜਾਓ, ਤੁਸੀਂ ਉੱਚੀ ਬੋਲੀ ਜਾਓ। ਇਹ ਹਰੇਕ ਬੰਦੇ ਨੂੰ ਇਸ ਗੱਲ ਦਾ ਪਤਾ ਵੀ ਹੈ ਵੀ ਆਪਾਂ ਨੂੰ ਹਾਰਡ ਕਰਦੇ, ਫਿਰ ਵੀ ਆਪਾਂ ਬੋਲੀ ਜਾਂਦੇ। ਤੇ ਜੇ ਇਹੀ ਲਫ਼ਜ਼ ਆਪਾਂ ਵਧੀਆ ਪਿਆਰ ਨਾਲ ਹਰੇਕ ਨੂੰ ਕਵਾਂਗੇ ਮੈਂ ਤਾਂ ਤੈਨੂੰ ਬਹੁਤ ਐ, ਤੇ ਫਿਰ ਉਹ ਬੰਦੇ ਨੇ ਤਾਂ ਤੁਹਾਨੂੰ ਵਾਪਸ ਉਵੇਂ ਹੀ ਦੇਣਾ ਨਾ ਜਿਵੇਂ ਤੁਸੀਂ ਕੀਤੇ। ਬਿਲਕੁਲ। ਮੈਨੂੰ ਇਸ ਗੱਲ ਤੋਂ ਮਤਲਬ ਕਿੰਨੇ ਖਿਆਲ ਆਉਣ ਲੱਗ ਜਾਂਦੇ ਕਿ ਜਦੋਂ ਤੁਸੀਂ, ਬਹੁਤ ਸਾਰੇ ਲੋਕ ਕਹਿ ਦਿੰਦੇ ਆ ਕਿ ਜਦੋਂ ਕੋਈ ਹੱਥ 'ਚ ਹੱਥ ਪਾ ਕੇ ਜਾ ਰਿਹਾ ਜਾਂ ਇੱਕ ਵਿਆਹ 'ਚ ਇਕੱਠੇ ਖਾਣਾ ਖਾ ਰਹੇ, ਕਹਿਣਗੇ ਵੀ ਨਵਾਂ ਵਿਆਹ ਹੋਇਆ ਹੋਣਾ। ਮੰਨ ਲਓ ਹੁਣ ਹੋ ਸਕਦਾ ਤੁਸੀਂ ਹੁਣ ਖਾਣ ਲੱਗ ਜਾਓ ਤਾਂ ਅਗਲਾ ਕਹੇਗਾ ਇਹਨਾਂ ਨੂੰ ਅਜੇ ਵੀ ਸ਼ਰਮ। ਅਸੀਂ ਖਾ ਲੈਂਦੇ, ਮੈਂ ਤੁਹਾਨੂੰ ਦੱਸਦੀ ਅਸੀਂ ਹੁਣ ਟੂਰ ਦੇ ਉੱਤੇ ਜਾਂਦੇ ਸੀਗੇ, ਇੱਕ ਥਾਲੀ ਲੈਂਦੇ ਸੀ, ਉਹਦੇ 'ਚ ਖਾਂਦੇ ਸੀ, ਲੋਕ ਝਾਕਦੇ ਸੀ ਵੀ ਇਹ ਕੀ ਹੈ। ਅਸਲ ਗੱਲ ਉਹਦੇ 'ਚ ਇਹ ਵੀ ਸੀਗਾ ਕਿ ਉਹ ਥਾਲੀ ਇੰਨੀ ਜ਼ਿਆਦਾ ਸੀ, ਨਾ ਮੈਂ ਇਕੱਲਾ ਖਾ ਸਕਦਾ ਸੀ ਨਾ ਇਹ। ਉਹ ਲੋਕ ਇਹ ਸੋਚਦੇ ਸੀ ਵੀ ਇਹਨਾਂ ਦਾ ਪਿਆਰ ਹੀ ਇੰਨਾ ਹੈ। ਅਸੀਂ ਕਿਹਾ ਵੀ ਆਹ ਵੀ ਠੀਕ ਹੈ ਗੱਲ, ਸਮਝ ਲੈਣ ਦਿਓ। ਸਮਝਣ ਵਾਲਿਆਂ ਨੂੰ ਭੁਲੇਖੇ। ਜਿਵੇਂ ਨਾ ਅਸੀਂ ਰੋਹਣ ਗਏ ਇਹਨਾਂ ਦੇ ਨਾਨਕੇ, ਤੇ ਉੱਥੇ ਮੇਜ਼ ਤੇ ਇਦਾਂ ਹੀ ਬਹਿ ਕੇ ਜਦੋਂ ਖਾਣ ਲੱਗੇ, ਤੇ ਉਧਰੋਂ ਸਾਡੇ ਪਾਪਾ ਜੀ ਆ ਗਏ ਤੇ ਕਹਿੰਦੇ ਬੈਠੇ ਸੀ ਅਸੀਂ ਸਾਰੇ, ਤੇ ਲੇਡੀਜ਼ ਨਾ ਐ ਬਿਰਲਾਂ ਵਿੱਚ ਦੀ ਜਿਹੜੀਆਂ ਕਨਾਤਾਂ ਜਿਹੀਆਂ ਲੱਗੀਆਂ ਉਹਦੇ ਵਿੱਚ ਦੀ ਦੇਖਣ ਵੀ ਨਾਲ ਬੈਠੀ ਖਾਣਾ ਖਾ ਰਹੀ ਹੈ। ਮਤਲਬ ਉੱਥੇ ਵੀ ਉਹਨਾਂ ਨੂੰ ਹੈਰਾਨੀ ਹੋ ਰਹੀ ਸੀ। ਦੇਖੋ ਸਭ ਤੋਂ ਕਲੋਜ਼ ਰਿਲੇਸ਼ਨ ਇਹ ਹੁੰਦਾ ਹੈ ਨਾ, ਤੇ ਉਹਨੂੰ ਵੀ ਪਬਲਿਕਲੀ ਦਿਖਾਉਣ ਲਈ, ਮਤਲਬ ਤੁਸੀਂ ਜੇ ਕੁਝ ਦਿਖਾ ਨਹੀਂ ਰਹੇ ਹੁੰਦੇ ਅਸਲ 'ਚ, ਜਿਵੇਂ ਤੁਸੀਂ ਬਹੁਤ ਨੇੜੇ ਹੋ ਇੱਕ ਦੂਜੇ ਦੇ ਨਾ, ਜੇ ਉਹ ਵਿਹਾਰ ਨੂੰ ਤੁਸੀਂ ਪਬਲਿਕਲੀ ਵੀ ਕਰ ਰਹੇ ਹੋ ਤਾਂ ਲੋਕਾਂ ਲਈ ਕਿੱਡੀ ਅਸਚਰਜ ਵਾਲੀ ਚੀਜ਼ ਹੈ ਨਾ। ਕਿਉਂਕਿ ਉਹ ਆਪ ਨਹੀਂ ਕਰਦੇ ਨਾ, ਉਹ ਰਿਐਕਟ ਕਰਦੇ ਇਸ ਗੱਲ ਤੇ, ਹੁੰਦਾ ਆਹ ਕੁਛ ਕਰੀ ਜਾਂਦਾ ਹੈ, ਤੇ ਜੀ ਉਹਨਾਂ ਦਾ ਵੀ ਕਰਦਾ ਹੁੰਦਾ, ਪਰ ਉਹ ਕਰਦੇ ਨਹੀਂ, ਕਿਸੇ ਹੋਰ ਦੇ ਡਰ ਤੋਂ ਨਹੀਂ ਕਰਦੇ। ਉਹ ਦਿਲ ਕਰਦਾ ਹੁੰਦਾ ਵੀ ਮੈਂ ਆਪਦੀ ਘਰ ਵਾਲੀ ਦਾ ਹੱਥ ਫੜ ਕੇ ਬਾਜ਼ਾਰ ਜਾਵਾਂ, ਉਹਨੂੰ ਕਹਾਂ ਵੀ ਆਈ ਲਵ ਯੂ, ਪਰ ਉਹ ਕਹਿ ਨਹੀਂ ਸਕਦੇ ਕਿਉਂਕਿ ਮਾਂ-ਬਾਪ ਸਾਹਮਣੇ ਹੈ, ਬੱਚੇ ਦੇ ਸਾਹਮਣੇ ਇਹੋ ਜਿਹੀਆਂ ਗੱਲਾਂ, ਫਿਰ ਉਹ ਡਰ ਹੁੰਦੇ ਆ ਦਿਮਾਗ ਦੇ ਵਿੱਚ। ਇਹ ਬੱਚਿਆਂ ਨੂੰ ਵੀ ਤਾਂ ਤੁਹਾਡੀ ਕੀ ਪੋਜੀਸ਼ਨ ਹੈ, ਇਹ ਬੱਚੇ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਮੇਰੀ ਮੰਮੀ ਦੀ ਘਰ ਦੇ ਵਿੱਚ ਆ ਪੋਜੀਸ਼ਨ ਹੈ, ਫਿਰ ਹੀ ਬੱਚਾ ਰਿਸਪੈਕਟ ਕਰੂਗਾ। ਜਦੋਂ ਤੁਹਾਨੂੰ ਆਪਣੀਆਂ ਫੀਲਿੰਗਸ ਐਕਸਪ੍ਰੈਸ ਕਰਨ ਦੀ ਫਰੀडम ਮਿਲਦੀ ਆ ਨਾ ਕਿਸੇ ਨਾਲ ਵੀ, ਚਾਹੇ ਉਹ ਬੱਚੇ ਨੂੰ ਫਾਦਰ ਨਾਲ ਆ ਜਾਂ ਮਦਰ ਨਾਲ ਆ ਜਾਂ ਹਸਬੈਂਡ ਵਾਈਫ ਨੂੰ ਆਪਸ ਵਿੱਚ ਆ, ਫਿਰ ਮੈਨੂੰ ਲੱਗਦਾ ਤੁਸੀਂ ਪ੍ਰੋਬਲਮਸ ਵੀ ਓਨੀ ਸ਼ਿੱਦਤ ਨਾਲ ਹੀ ਸ਼ੇਅਰ ਕਰ ਸਕਦੇ ਹੋ, ਹੈ ਨਾ। ਤੇ ਜੇ ਤੁਸੀਂ ਇੱਕ ਮੁਹੱਬਤ ਵਾਲੇ ਸ਼ਬਦ ਖੁੱਲ੍ਹੇਪਣ 'ਚ ਨਹੀਂ ਕਹਿ ਸਕਦੇ ਤਾਂ ਸਮੱਸਿਆ ਕਿੱਦਾਂ ਇੱਕ ਦੂਜੇ ਨੂੰ ਖੁੱਲ੍ਹੇ ਦਿਲ ਨਾਲ ਕਹਿ ਸਕੋਗੇ ਨਾ। ਹੁਣ ਮੈਂ ਬਹੁਤ ਘੱਟ ਦੇਖਿਆ, ਜਿਵੇਂ ਹੁਣ ਸੰਦੀਪ ਤੇ ਅਮਨਦੀਪ ਨੂੰ ਵੀ ਆਮ, ਜਿਵੇਂ ਹੁਣ ਮੈਂ ਉਹ ਤਾਂ ਮੈਨੂੰ ਜੱਫੀ ਪਾ ਕੇ ਜਦੋਂ ਮਿਲਦੇ ਮਿਲਣਗੇ, ਤੇ ਅਲੱਗ ਜਵਾਈਆਂ ਨੂੰ ਤਾਂ ਕੋਈ ਅੱਜ ਕੱਲ੍ਹ ਅਲੱਗ ਨੂੰ ਲੈ, ਮੈਨੂੰ ਤਾਂ ਕੋਈ ਹੈ ਨਹੀਂ। ਇੱਥੋਂ ਫੋਨ 'ਤੇ ਬੇਟਾ ਆਈ ਲਵ ਯੂ ਬੇਟਾ ਸੌਂ ਜਾਓ, ਉਹ ਕਹਿਣਗੇ ਮੰਮੀ ਲਵ ਯੂ ਟੂ। ਮਤਲਬ ਇਹ ਲਾਈਨ ਜਦੋਂ ਪਹੁੰਚਦੀ ਹੈ ਤਾਂ ਉਹ ਭਾਵੇਂ ਕਿਵੇਂ ਸੁਣਦਾ ਬੰਦਾ, ਹੈ ਨਾ, ਵੀ ਦੂਰ ਬੈਠੇ ਜਾਂ ਨੇੜੇ ਬੈਠੇ ਕੁਛ ਵੀ ਸਮਝ ਲਓ। ਤੇ ਇੱਕ ਟੱਚ ਥੈਰੇਪੀ, ਜਿਵੇਂ ਆਪਾਂ ਕਿਸੇ ਨੂੰ ਟੱਚ ਕਰਕੇ ਵੀ ਆਪਾਂ ਇਹ ਕੋਈ ਲਫ਼ਜ਼ ਬੋਲਦੇ ਹਾਂ ਤੇ ਦੂਜੇ ਦੇ ਸਰੀਰ ਦੇ ਵਿੱਚ ਇਹ ਲਫ਼ਜ਼ ਉਵੇਂ ਦਾ ਅਹਿਸਾਸ ਕਰਾਉਂਦੇ। ਪੁਰਾਣੇ ਜ਼ਮਾਨੇ ਦੇ ਵਿੱਚ ਆਸ਼ੀਰਵਾਦ ਲੈਂਦੇ ਸੀ ਬਜ਼ੁਰਗਾਂ ਤੋਂ, ਜਾ ਕੇ ਪੈਰੀਂ ਹੱਥ ਲਾਏ, ਉਹਨੇ ਸਿਰ ਤੇ ਹੱਥ ਰੱਖਿਆ, ਉਹ ਚੀਜ਼ ਇੱਕ ਟੱਚ ਥੈਰੇਪੀ ਸੀਗੀ, ਜਿਹਦੇ ਨਾਲ ਪਤਾ ਨਹੀਂ ਉਹ ਕੀ ਕੁਛ ਤੁਹਾਨੂੰ ਦੇ ਦਿੰਦਾ ਸੀਗਾ। ਅੱਜ ਕੱਲ੍ਹ ਜੇ ਕਿਸੇ ਨੂੰ ਕਹੋ ਵੀ ਐ 2 ਸ਼ਬਦ ਕਹਿਣ ਨਾਲ ਕੀ ਫਰਕ ਪੈਂਦਾ, ਫਰਕ ਪੈਂਦਾ। ਸਾਰੇ ਆਪਦੀ એનર્ਜੀ ਆਪਦੇ ਹੱਥ ਦੇ ਰਾਹੀਂ ਤੁਹਾਡੇ ਸਿਰ ਤੱਕ
ਦਿੰਦੇ ਹਾਂ, ਸੀ। ਹੁਣ ਵਾਹਿਗੁਰੂ ਵਾਹਿਗੁਰੂ ਵੀ ਤਾਂ ਸ਼ਬਦ ਹੀ ਹੈ ਨਾ। ਜੇ ਕੋਈ ਕਵੇ ਵੀ ਆਈ ਲਵ ਯੂ ਕਹਿਣ ਨਾਲ ਜਾਂ ਆਈ ਹੇਟ ਯੂ ਕਹਿਣ ਨਾਲ ਕਿੰਨਾ ਕੁ ਫਰਕ ਪਊਗਾ। ਵਾਹਿਗੁਰੂ ਵੀ ਤਾਂ ਸ਼ਬਦ ਹੈ, ਲੋਕ ਪਰਮਾਤਮਾ ਨੂੰ ਪਾ ਲੈਂਦੇ ਆ ਇਹਦੇ ਰਾਹੀਂ। ਤੇ ਜੇ ਕੋਈ ਵਾਹਿਗੁਰੂ ਦੋ ਸ਼ਬਦ ਹੀ ਹੈ, ਕੀ ਫਰਕ ਹੈ? ਤੇ ਫਿਰ ਵਾਕਈ ਉਹਦੇ ਵਾਸਤੇ ਕੋਈ ਫਰਕ ਹਾਂ, ਨਹੀਂ ਕੋਈ ਫਰਕ ਨਹੀਂ, ਬਿਲਕੁਲ। ਜਿੱਦਾਂ ਤੁਸੀਂ ਬਹੁਤ ਸੋਹਣੀ ਜ਼ਿੰਦਗੀ ਜਿਉਈ ਹੈ ਨਾ, ਜਦੋਂ ਜਿਉ ਰਹੇ ਹਾਂ, ਬੇਟੀਆਂ- ਹਾਲੇ ਵੀ ਜਿਉਵਾਂਗੇ ਵੀ। ਬਿਲਕੁਲ। ਮੈਂ ਤਾਂ ਵਧੀਆ ਮਤਲਬ ਜਿਉਂ। ਤੁਹਾਡੇ ਕੋਲ 1.5 ਘੰਟਾ ਲਾਇਆ ਤਾਂ ਮੈਨੂੰ ਲੱਗਦਾ ਇਸੇ ਚੀਜ਼ ਕਰਕੇ। 1.5 ਘੰਟਾ ਹੋ ਗਿਆ? ਹਾਂ, ਬਿਲਕੁਲ। ਤੇ ਜਦੋਂ ਤੁਸੀਂ ਆਪਣੀਆਂ ਬੇਟੀਆਂ ਲਈ ਹੈ ਨਾ ਘਰ ਪਰਿਵਾਰ ਦੇਖੇ, ਜਾਂ ਤੁਹਾਡੀ ਚੁਆਇਸ ਸੀ ਕਿ ਸਾਡਾ ਬੱਚਾ ਇਹੋ ਜਿਹੇ ਘਰ ਜਾਵੇ ਹੈ ਨਾ, ਜਾਂ ਇਹੋ ਜਿਹਾ ਉਹਦਾ ਪਾਰਟਨਰ, ਤਾਂ ਉਹਨਾਂ ਵਿੱਚ ਤੁਸੀਂ ਕੀ ਲੱਭਿਆ ਆਪਣੇ ਦੋਵਾਂ ਦੇ ਮੁਕਾਬਲੇ? ਵਾਹ ਵਾਹ ਵਾਹ, ਬਹੁਤ ਵਧੀਆ, ਐਪਰੀਸ਼ੀਏਟ ਕੁਐਸਚਨ, ਬਹੁਤ ਵਧੀਆ ਤੁਹਾਡਾ। ਅਸੀਂ ਕੀ ਲੱਭਿਆ? ਮੈਂ ਜਦੋਂ ਛੋਟੇ ਬਚਪਨ ਤੋਂ ਹੀ ਉਹਨਾਂ ਨੂੰ ਇੱਕ ਚੀਜ਼ ਅਸੀਂ ਟ੍ਰੇਨਡ ਕਰਦੇ ਰਹੇ। ਅਸੀਂ ਆਖਿਆ ਬੇਟਾ ਦੇਖੋ, ਜ਼ਰੂਰੀ ਨਹੀਂ ਕਿ ਤੁਹਾਡੇ ਵਾਸਤੇ ਵਰ ਅਸੀਂ ਲੱਭੀਏ, ਤੁਸੀਂ ਆਪਦੇ ਵਾਸਤੇ ਮੁੰਡੇ ਆਪੇ ਲੱਭ ਸਕਦੇ ਹੋ। ਸਾਨੂੰ ਕਿਸੇ ਜਾਤ ਨਾਲ ਨਹੀਂ, ਬਰਾਦਰੀ ਨਾਲ ਨਹੀਂ, ਧਰਮ ਨਾਲ ਨਹੀਂ, ਸਟੇਟ ਨਾਲ ਨਹੀਂ, ਤੁਸੀਂ ਜਿਹਦੇ ਨਾਲ ਮਰਜ਼ੀ, ਚਾਹੇ ਅੰਗਰੇਜ਼ ਵੀ ਲੱਭ ਕੇ ਲਿਆਓ, ਅਸੀਂ ਉਹਦੇ ਨਾਲ ਵੀ ਤੁਸੀਂ ਕਹੋਗੇ ਵੀ ਇਹ ਸਾਨੂੰ ਪਸੰਦ ਹੈ ਤੇ ਅਸੀਂ ਕਰ ਦਿਆਂਗੇ। ਪਰ ਇੱਕ ਗੱਲ ਦਾ ਖਿਆਲ ਰੱਖਣਾ ਹੈ ਕਿ ਉਹਦਾ ਜਿਹੜਾ ਪਰਿਵਾਰ ਦਾ ਸਟੇਟਸ ਹੈ ਉਹ ਆਪਣੇ ਲਗਭਗ 19-21 ਦੇ ਫਰਕ ਨਾਲ ਬਰਾਬਰ ਹੋਵੇ। ਵੀ ਇਹ ਨਾ ਹੋਵੇ ਵੀ ਆਪਣੇ ਘਰੇ ਸੋਫਾ ਹੈ ਤੇ ਅਗਲੇ ਦੇ ਘਰੇ ਦਰੀ ਵੀ ਨਾ ਹੋਵੇ, ਤੁਸੀਂ ਉੱਥੇ ਐਡਜਸਟ ਨਹੀਂ ਕਰ ਸਕਣਾ। ਗਰੀਬ ਅਮੀਰੀ, ਗਰੀਬੀ ਦਾ ਫਰਕ ਨਹੀਂ ਹੈ। ਇਹ ਨਾ ਹੋਵੇ ਵੀ ਆਪਾਂ ਜਿਹੜਾ ਹੈਗਾ ਆਪਣੇ ਘਰੇ ਸਿਰਫ ਟੈਲੀਵਿਜ਼ਨ ਹੈ ਤੇ ਅਗਲੇ ਦੇ ਘਰੇ ਇੰਨਾ ਗੱਲ ਹੋਵੇ ਵੀ ਤੁਸੀਂ ਉੱਥੇ ਜਾ ਕੇ ਉਹ ਹੀ ਭੁੰਚਲ ਜਾਓ ਵੀ ਮੈਂ ਆ ਕਿੱਥੇ ਗਈ। ਤੁਸੀਂ ਉੱਥੇ ਵੀ ਐਡਜਸਟ ਨਹੀਂ ਕਰ ਸਕਦੇ। ਆਰਥਿਕ ਤੌਰ ਤੇ ਇੱਕ ਜਿਹੜਾ ਪਰਿਵਾਰਕ ਤੌਰ ਤੇ 19-21 ਦਾ ਫਰਕ ਹੋਵੇ ਉਹ ਚੱਲ ਜਾਂਦਾ। ਪਰ ਜੇ 19 ਤੇ 2 ਦਾ ਫਰਕ ਪੈ ਗਿਆ, ਉੱਥੇ ਬੰਦਾ ਐਡਜਸਟ ਨਹੀਂ ਹੋ ਸਕਦਾ। ਇਹ ਉਹਨਾਂ ਦੇ ਦਿਮਾਗ 'ਚ ਪਾਈ ਸੀ। ਤੁਸੀਂ ਐਡਜਸਟ ਕਰਨਾ, ਸਾਨੂੰ ਕੋਈ ਫਰਕ ਬਿਲਕੁਲ। ਨਹੀਂ। ਮੈਂ ਤਾਂ ਇਸ ਗੱਲ ਨਾਲ ਐ ਵੀ ਮੇਰੇ ਬੱਚੇ ਨੇ ਪਿਆਰ ਕੀਤਾ। ਮੈਨੂੰ ਤਾਂ ਲਵ ਮੈਰਿਜ ਵਾਲਿਆਂ ਤੋਂ ਕੋਈ ਐਲਰਜੀ ਨਹੀਂ ਹੁੰਦੀ, ਨਾ ਹੀ ਮੈਨੂੰ ਕੋਈ ਗੰਦੇ ਲੱਗਣ। ਜੇ ਮੈਂ ਉਹਨਾਂ ਨੂੰ ਕਹਿੰਦਾ ਬੇਟਾ ਤੁਹਾਡੀਆਂ ਗੱਲਾਂ ਸਾਨੂੰ ਕੋਈ ਤੀਜਾ ਨਾ ਆ ਕੇ ਦੱਸੇ, ਜੇ ਤੁਹਾਨੂੰ ਕੋਈ ਮੁੰਡਾ ਪਸੰਦ ਹੈ ਤੁਸੀਂ ਸਾਨੂੰ ਦੱਸ ਦੇਣਾ ਵੀ ਮੰਮੀ ਆਹ ਗੱਲ ਇੰਝ ਹੈ। ਕੋਈ ਬਾਹਰ ਲਾ ਕੇ ਕਹਿ ਦੇ ਵੀ ਤੁਹਾਡੀ ਕੁੜੀ ਉੱਥੇ ਇੱਧਰ ਨੂੰ ਆ ਫਿਰਦੀ ਸੀ, ਆਹ ਕਰਦੀ ਸੀ, ਆਹ ਗੱਲਾਂ, ਤੁਹਾਡੇ ਡੈਡੀ ਵਾਸਤੇ ਇਹ ਸੁਣਨਾ ਔਖਾ ਹੋ ਜਾਊਗਾ। ਸਾਨੂੰ ਤੁਹਾਨੂੰ ਮਤਲਬ ਹੋ ਗਈ ਅੰਡਰਸਟੈਂਡਿੰਗ, ਸਾਨੂੰ ਪਤਾ ਲੱਗ ਜੇ, ਅਸੀਂ ਉਹਨੂੰ ਆਪੇ ਵਿਆਹ ਕਰਾਂਗੇ, ਜਿਵੇਂ ਮਰਜ਼ੀ ਸੈੱਟ ਕਰੀਏ, ਪਰ ਅਸੀਂ ਕਰ ਦਾਂਗੇ। ਇਹ ਮਤਲਬ ਸਾਡੇ ਨਾਲ ਉਹਨਾਂ ਦੀ ਇਹ ਗੱਲ ਵਾਸਤੇ ਪੂਰੇ ਫਰੈਂਕ, ਮਤਲਬ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਸੀ ਵੀ ਮੰਮੀ ਡੈਡੀ ਲਵ ਮੈਰਿਜ ਵਾਸਤੇ ਕੋਈ ਇੱਦਾਂ ਕਰਨਗੇ। ਅਤੇ ਦੋਨੇ ਜਵਾਈ ਸਾਨੂੰ ਸਾਡੇ ਕੈਂਪਾਂ 'ਚ ਵੀ ਮਿਲੇ। ਜਦੋਂ ਅਸੀਂ ਮੁੰਡਾ ਵੇਖਣ ਗਏ ਵੱਡੀ ਵਾਸਤੇ, ਤੇ ਅਸੀਂ 1-2 ਥਾਵਾਂ ਤੇ ਮੁੰਡੇ ਦੇਖੇ ਤੇ ਸਾਨੂੰ ਇਹ ਲੱਗਿਆ ਵੀ ਇਹਨੂੰ ਥੋੜ੍ਹੀ ਜਿਹੀ ਟੈਨਸ਼ਨ ਹੈ। ਦੱਸ ਬਈ ਕੀ ਗੱਲ ਹੈ, ਤੇ ਤੇਰਾ ਪਸੰਦ ਹੈਗਾ ਤਾਂ ਸਾਨੂੰ ਦੱਸ, ਸਾਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਸ਼ਰਤ ਉਹ ਮੇਰੀ ਬਰਾਬਰ ਹੋਣੀ ਚਾਹੀਦੀ ਹੈ। ਉਹਨੇ ਦੱਸਿਆ ਵੀ ਕੈਂਪ 'ਚ ਫਲਾਨਾ ਮੁੰਡਾ ਸੀਗਾ ਇੱਕ, ਤੇ ਤੁਸੀਂ ਇਹ ਦੇਖ ਲਓ। ਮਨਜ਼ੂਰ ਕਹਿੰਦੀ ਜੇ ਤੁਹਾਨੂੰ ਹੋਇਆ ਫੇਰ ਹੈ, ਤੇ ਨਹੀਂ ਮੇਰੇ ਵੱਲੋਂ ਕੋਈ ਉਹ ਨਹੀਂ ਹੈਗਾ, ਮੈਨੂੰ ਠੀਕ ਲੱਗਦਾ ਸੀ ਉਹ। ਅਸੀਂ ਦੇਖਿਆ, ਠੀਕ ਹੈ, ਓਕੇ ਹੈ, ਅਸੀਂ ਕਰਤਾ। ਇਸੇ ਤਰ੍ਹਾਂ ਹੀ ਛੋਟੀ ਨੂੰ ਪੁੱਛਿਆ, ਉਹ ਕਹਿੰਦੀ ਵੀ ਇੱਕ ਕੈਂਪ 'ਚ ਫਲਾਨਾ ਮੁੰਡਾ ਆਇਆ ਸੀਗਾ। ਅਸੀਂ ਆਖਿਆ ਵੀ ਠੀਕ ਹੈ, ਵੇਖ ਲੈਂਦੇ ਆਪਾਂ। ਦੇਖਿਆ ਤੇ ਉਹ ਅਸੀਂ ਉਹਨਾਂ ਦੇ ਕੀ ਦੇਖੇ, ਉਹਨਾਂ ਦੀਆਂ ਫੇਸਬੁੱਕ ਆਈਡੀ ਦੇਖ ਕੇ ਖੋਲ ਕੇ ਭੰਗੜਾ ਪਾਉਂਦਾ, ਚੱਕ ਦਿਓ। ਇਹਦੀ ਐਕਟੀਵਿਟੀ ਕੀ ਹੈ? ਵੀ ਇਹ ਤਾਂ ਨਹੀਂ ਵੀ ਫੇਸਬੁੱਕ ਤੇ ਗਾਲਾਂ ਹੀ ਕੱਢੀ ਜਾਂਦਾ ਲੋਕਾਂ ਨੂੰ। ਕਿਉਂਕਿ ਅਸੀਂ ਇਹ ਕੋਈ ਹਥਿਆਰ ਲਈ ਬੈਠਾ ਹੋਵੇ ਫੇਸਬੁੱਕ ਤੇ, ਉਹਨਾਂ ਦੀ ਨਮਾਇਸ਼ ਕਰਦਾ ਹੋਵੇ, ਜਾਂ ਇਹਦਾ ਫੇਸਬੁੱਕ ਤੇ ਫਰੈਂਡ ਕਿਹੜੇ ਇਹਦੇ ਕਿਸ ਟਾਈਪ ਦੇ, ਉਹ ਚੀਜ਼ਾਂ ਚੈੱਕ ਕੀਤੀਆਂ ਸੀ। ਉੱਥੋਂ ਪਤਾ ਲੱਗ ਗਿਆ ਵੀ ਉਹ ਕੀ ਚੀਜ਼ ਹੈ। ਅਸੀਂ ਉਹਦਾ ਮਾਂ ਨਹੀਂ ਵੇਖਿਆ ਵੀ ਕੀ ਨੌਕਰੀ ਕਰਦਾ, ਉਹਦਾ ਪਿਓ ਨਹੀਂ ਵੇਖਿਆ ਕੀ ਨੌਕਰੀ ਕਰਦਾ, ਅਸੀਂ ਜ਼ਮੀਨ ਨਹੀਂ ਪੁੱਛੀ, ਅਸੀਂ ਕੁਛ ਨਹੀਂ। ਠੀਕ ਹੈ ਵੀ ਓਕੇ। ਅਸੀਂ ਮਤਲਬ ਇੱਕ ਕੁਐਸਚਨ ਜ਼ਰੂਰ ਕੀਤਾ ਸੀ ਦੋਨਾਂ ਬੇਟਿਆਂ ਨਾਲ, ਸੰਦੀਪ ਨਾਲ ਵੀ ਕੀਤਾ ਸਭ ਤੋਂ ਪਹਿਲਾ ਕੁਐਸਚਨ ਮੈਂ ਇਹ, ਅਤੇ ਅਮਨਦੀਪ ਨਾਲ ਵੀ। ਮੈਂ ਕਿਹਾ ਬੇਟਾ ਅੱਜ ਕੱਲ੍ਹ ਦੇ ਜਿਹੜੇ ਬੱਚੇ ਹੁੰਦੇ ਆ ਨਾ, ਉਹ ਆਪਦੇ ਮਾਂ ਪਿਓ 'ਚ ਹੀ ਨਹੀਂ ਇੰਨਾ ਇੰਟਰਸਟ ਲੈਂਦੇ, ਅਤੇ ਕੁੜੀ ਦੇ ਮਾਂ-ਬਾਪ 'ਚ ਲੈਣਾ ਤਾਂ ਬਹੁਤ ਦੂਰ ਦੀ ਗੱਲ ਹੈ। ਅੱਜ ਕੱਲ੍ਹ ਥੋੜ੍ਹੇ ਜਿਹੇ ਫਰੈਂਕ ਬੱਚੇ ਜ਼ਿਆਦਾ ਹੁੰਦੇ, ਸਾਥੋਂ ਨਹੀਂ ਬੋਝ ਚੱਲਿਆ ਜਾਂਦਾ ਜੇ ਉਹ। ਅਸੀਂ 50% ਆਵਾਜ਼ ਜਿੰਦਪ੍ਰੀਤ ਨੂੰ ਮਾਰਾਂਗੇ ਜਦੋਂ ਸਾਨੂੰ ਲੋੜ ਪਈ। ਕੀ ਤੂੰ ਇਸ ਗੱਲ ਨਾਲ ਸਹਿਮਤ ਹੋਏਗਾ? ਇਹਦੇ ਨਾਲ ਰਿਸ਼ਤਾ ਕਰਕੇ ਜਦੋਂ ਤੈਨੂੰ ਆਵਾਜ਼ ਮਾਰਾਂਗੇ ਆਏਗਾ, ਸਾਡੀ ਗੱਲ ਸੁਣੇਗਾ? ਤਾਂ ਹਾਂ ਹੈ, ਕਿਉਂਕਿ ਆਵਾਜ਼ ਤਾਂ ਸਾਨੂੰ ਮਾਰਨੀ ਪੈਣੀ ਹੈ, ਕਿਸੇ ਬੱਚੇ ਨੂੰ ਤਾਂ ਮਾਰਨੀ ਪੈਣੀ ਹੈ ਨਾ। ਉਹ ਉਹਦਾ ਸੀ ਵੀ ਤੁਸੀਂ ਇੱਕ ਵਾਰੀ ਹਾਂ ਕਰਕੇ ਮੇਰੇ ਨਾਲ ਵਰਤ ਕੇ ਫਿਰ ਦੇਖੋ, ਤੁਸੀਂ ਇੱਕ ਵਾਰੀ ਹਾਂ ਤਾਂ ਕਹੋ। ਅਤੇ ਉਹ ਮੈਨੂੰ ਐਂ ਲੱਗਦਾ ਵੀ ਸਾਡੀ ਜਿਹੜੀ ਹਾਂ ਹੈ ਨਾ, ਉਹ ਅਸੀਂ ਤਾਂ ਵੀ ਇੰਨਾ ਕੁ ਜ਼ਿਆਦਾ ਬੱਚਾ ਮਿਲਣਸਾਰ, ਇੰਨਾ ਕੁ ਜ਼ਿਆਦਾ ਮਿਲਣਸਾਰ ਹੈ। ਮਤਲਬ ਕੋਈ ਉਹਨੇ 2-4 ਦਿਨਾਂ ਬਾਅਦ ਗੱਲ ਕਰਕੇ ਹਾਲ ਚਾਲ ਉਹਨੇ ਅਲੱਗਾ ਪੁੱਛਣਾ ਜਿੰਦਪ੍ਰੀਤ ਤੋਂ,
ਇਹ ਨਹੀਂ ਵੀ ਜਿੰਦੂ ਦੇ ਫੋਨ ਤੇ ਗੱਲ ਕਰ ਲਈ ਤੇ ਗੱਲ ਖਤਮ ਹੋ ਗਈ। ਉਹਨੇ ਅਲੱਗਾ ਆਪਦੇ ਕੰਮ ਤੋਂ ਫੋਨ ਕਰਨਾ ਤੇ ਗੱਲ ਕਰਨੀ ਸਾਡੇ ਨਾਲ, ਟੂ ਦੀ ਪੁਆਇੰਟ ਗੱਲ। ਉਹਨੇ ਹਾਲ ਚਾਲ ਪੁੱਛਣਾ, ਚੱਲ ਕੰਮ ਖਤਮ। ਫਿਰ ਛੋਟੇ ਵੀਰ ਜਦੋਂ ਅਸੀਂ ਉਹਦਾ ਵੇਖਣ ਗਏ, ਅਸੀਂ ਦੋਨੋਂ ਗਏ, ਅਸੀਂ ਕਿਹਾ ਵੀ ਕਈ ਵਾਰੀ ਆਪਾਂ ਜ਼ਿਆਦਾ ਜਾਣੇ ਜਾਂਦੇ, ਉਹ ਵਿਚਾਰ ਨਹੀਂ ਰਲਦੇ, ਕੋਈ ਕੁਛ ਸੋਚਦਾ, ਆਪਣੇ ਬੱਚੇ ਬਾਰੇ ਆਪਾਂ ਸੋਚਣਾ ਵੀ ਕੀ ਚਾਹੁੰਦੇ। ਜਦੋਂ ਅਸੀਂ ਉਹਨਾਂ ਨੂੰ ਦੇਖਿਆ, ਅਸੀਂ ਕੁਛ ਨਹੀਂ ਦੇਖਿਆ ਵੀ ਘਰ-ਬਾਰ ਲਟਰਾਂ ਪਟਰਾਂ। ਅਸੀਂ ਉਹਦੇ ਨਾਲ ਉਹਨਾਂ ਦੇ ਘਰੇ ਬੈਠਿਆਂ ਨੇ ਵੀਡੀਓ ਕਾਲ ਕੀਤੀ। ਮੈਂ ਉਹਦੀ ਮੰਮਾ ਨੂੰ ਕਿਹਾ ਵੀ ਜਿਹੜਾ ਇੱਕ ਮੁੰਡਾ ਸੀ ਜਿਹੜਾ ਸਾਨੂੰ ਮਤਲਬ ਕੈਂਪ 'ਤੇ ਜਿਹਨੇ ਮਿਲਾਇਆ ਸੀਗਾ, ਅਤੇ ਉਹ ਉੱਥੇ ਵਿਚਾਲੇ ਆ ਗਿਆ ਸੀਗਾ, ਮੋਹਾਲੀ ਤੋਂ ਸੁਖਪਾਲ, ਅਤੇ ਉਹ ਵਿਚੋਲਾ ਬਣਿਆ ਸੀ। ਉਹਨੇ ਗੱਲਬਾਤ ਕਰਾਈ, ਬੁਲਾ ਲਿਆ, ਵੀਡੀਓ ਕਾਲ ਕਰਾਈ। ਇਹੀ ਕੁਐਸਚਨ ਉਹਨੂੰ ਕੀਤਾ ਵੀ ਕੀ ਤੂੰ ਸਾਡੀ ਆਵਾਜ਼ ਸੁਣੇਗਾ? ਅਤੇ ਉਹ ਕਹਿੰਦਾ ਯੈਸ ਮੈਂ ਸੁਣੂੰਗਾ, ਬਸ ਤੁਸੀਂ ਹਾਂ ਕਰੋ। ਸੇਮ ਪਤਾ ਨਹੀਂ ਕਿਵੇਂ ਜਵਾਬ ਦੋਹਾਂ ਕੁਦਰਤ ਨੇ ਇਹੋ ਜਿਹੇ ਬੱਚੇ ਭੇਜਣੇ ਸੀ ਸਾਡੇ ਘਰ ਵਾਸਤੇ। ਅਤੇ ਬਸ ਸਾਨੂੰ ਫਿਕਰ ਸੀ ਛੋਟੇ ਵੀਰ ਵੀ ਵੱਡਾ ਤਾਂ ਇੰਨਾ ਖੁਸ਼ ਮਿਜਾਜ, ਇੰਨਾ ਮਿਕਸਅਪ ਇੰਨਾ ਹੈ ਕਿ ਛੋਟਾ ਸਾਡੇ ਪਰਿਵਾਰ 'ਚ ਇੱਕ ਵੀ ਬੰਦਾ ਜੇ ਇਹੋ ਜਿਹਾ ਆ ਗਿਆ, ਸਾਰਿਆਂ ਨੂੰ ਭੰਗਣਾ ਡਰਨ ਲੱਗ ਜਾਂਦਾ। ਹਾਂ ਵੀ ਕੀ ਬਣੂਗਾ। ਅਤੇ ਜਦੋਂ ਉਹਨੇ ਯੈਸ ਕਰਤੀ, ਉਹਦੀਆਂ ਫੋਟੋਆਂ ਦੇਖੀਆਂ, ਐਡਾ ਜ਼ਬਰਦਸਤ ਭੰਗੜਾ, ਮੈਲਬਰਨ ਭੰਗੜੇ ਦੀ ਟੀਮ ਦੇ ਵਿੱਚ ਸੀ ਬੱਚਾ, ਅਤੇ ਇੰਨਾ ਜ਼ਿਆਦਾ, ਅਤੇ ਐਂ ਲੱਗਿਆ ਵੀ ਪਤਾ ਨਹੀਂ ਖਜ਼ਾਨਾ ਹੀ ਮਿਲ ਗਿਆ ਹੈ ਨਾ। ਅਤੇ ਹੁਣ ਤਾਂ ਉਹ ਇੰਨੇ ਕੁ ਜ਼ਿਆਦਾ ਫਰੈਂਕ ਟਾਈਪ ਸਾਨੂੰ ਬੇਫਿਕਰਾਂ ਸੀ, ਜ਼ਿੰਦਗੀ ਤੋਂ ਬੇਫਿਕਰਾਂ, ਬਸ ਬਹੁਤ ਕੁਛ ਦਿੱਤਾ ਹੈ ਜ਼ਿੰਦਗੀ ਵੀ ਰੱਬ ਨੇ ਨਾ ਬਹੁਤ ਨੇੜੇ ਹੋ ਕੇ ਸੁਣਿਆ। ਅਤੇ ਗਾਂ ਵਾਲੇ ਆਉਣ ਵਾਲੇ ਸਮੇਂ 'ਚ ਮੈਂ ਸੋਚਦੀ, ਜੇ ਕਹਿੰਦੇ ਨਾ ਮੁੰਡੇ ਹੋਣਗੇ ਜਾਂ ਨੂੰਹਾਂ ਸਾਂਭਣਗੀਆਂ, ਪਰ ਮੈਂ ਇੱਕ ਗੱਲ ਸੋਚਦੀ ਹਾਂ, ਇਸ ਗੱਲ ਨੂੰ ਲੈ ਕੇ ਮੈਂ ਕਦੀ ਦੁਖੀ ਨਹੀਂ ਹੁੰਦੀ ਵੀ ਮੇਰੇ ਕੋਈ ਮੁੰਡਾ ਨਹੀਂ ਜਾਂ ਨੂੰਹ ਨਹੀਂ। ਮੈਂ ਸੋਚਦੀ ਨਹੀਂ ਵੀ ਰੱਬ ਨੇ ਐਂਡ ਹਰੇਕ ਦਾ ਹੀ ਲਿਖਿਆ, ਅਤੇ ਮੇਰਾ ਵੀ ਲਿਖਿਆ, ਅਤੇ ਐਂਡ 'ਤੇ ਮੇਰੇ ਕੋਲ ਕੌਣ ਹੈ ਇਹ ਵੀ ਰੱਬ ਨੇ ਲਿਖਿਆ ਹੋਇਆ। ਬਿਲਕੁਲ। ਅਤੇ ਮੈਂ ਉਹਨੇ ਡਿਸਾਈਡ ਕਰਨਾ ਹੈ, ਕੋਈ ਜ਼ਰੂਰੀ ਨਹੀਂ ਵੀ ਅਸੀਂ ਸਾਂਭਣ 'ਤੇ ਹੀ ਨਿਰਭਰ ਹੋਈਏ। ਹੋ ਸਕਦਾ ਤੁਰੇ ਜਾਂਦੇ ਕਿਤੇ, ਕੁਛ ਵੀ ਹੋਵੇ, ਨਹੀਂ ਹੋ ਸਕਦਾ ਵੀ ਮੈਂ ਹੁਣੇ ਕਿਉਂ ਫਿਕਰ ਕਰੀ ਜਾਵਾਂ ਇਸ ਗੱਲਾਂ ਦਾ। ਜਿਵੇਂ ਹੁਣ ਮੈਂ ਤੁਹਾਨੂੰ ਕਹਿੰਦੀ ਪਿਆਰ, ਮਤਲਬ ਇੱਕ ਤੁੰਗ ਵਾਲੀ ਜਦੋਂ ਅਸੀਂ ਗਏ ਅਤੇ ਉਹਦੀ ਛੋਟੀ ਬੇਟੀ ਹੋਈ, ਅਤੇ ਉਹ ਕਹਿੰਦੇ ਫਲਾਨੇ ਦੇ ਮੁੰਡਾ ਹੋ ਗਿਆ, ਚਲੋ ਪੈਰ ਲੱਗ ਗਏ। ਅਤੇ ਮੈਂ ਸੋਚਿਆ ਵੀ ਮੇਰੇ ਤਾਂ 2 ਬੇਟੀਆਂ ਹੋਈਆਂ, ਇਹਦਾ ਮਤਲਬ ਮੇਰੇ ਤਾਂ ਹਲੇ ਪੈਰ ਹੀ ਨਹੀਂ ਲੱਗੇ ਨਾ। ਅਤੇ ਮੈਨੂੰ ਬੜਾ ਪੈਰ ਲੱਗਣ ਦਾ ਮਤਲਬ ਕੀ ਆਪਦੇ ਦਿਮਾਗ 'ਚ ਚਾਈ ਜਾਵੇ। ਹੁਣ 30 ਸਾਲਾਂ ਬਾਅਦ ਅਸੀਂ ਦੁਬਾਰਾ ਫਿਰ ਪਿੰਡ 'ਚ ਜਾ ਕੇ ਘਰ ਬਣਾ ਰਹੇ ਹਾਂ, ਉਹੀ ਆਦਮੀ ਦੀ ਦੁਬਾਰਾ। ਹੁਣ ਉਹਨੇ ਦੀ ਕੁੜੀ ਵਿਆਹਤੀ ਅਤੇ ਕੁੜੀ ਦੇ ਮੁੰਡਾ ਹੋ ਗਿਆ ਗਾ, ਅਤੇ ਉਹ ਕਹਿੰਦਾ ਚਲੋ ਬਹੁਤ ਸੋਹਣਾ ਘਰ ਹੈ, ਜੇ ਉਹ ਹੈ, ਜਾਂਦੀ ਦੀ ਮੁੰਡਾ ਹੋ ਗਿਆ, ਅਤੇ ਚਲੋ ਪੈਰ ਲੱਗ ਗਏ, ਕੁੜੀ ਦੇ ਪੈਰ ਲੱਗ ਗਏ। ਮੈਂ ਕਿਹਾ ਜਗਜੀਤ ਵੀ ਨਾ ਤਾਂ ਇਹਦਾ ਮਤਲਬ ਜਿੰਦਪ੍ਰੀਤ ਦੇ ਵਾਲੇ ਪੈਰ ਲੱਗੇ ਆ, ਕਿਉਂਕਿ ਉਹਦੇ ਵੀ ਤਾਂ ਅੰਦਾਜ਼ ਹੈ, ਅਤੇ ਨਾ ਹੀ ਮੇਰੇ। ਅਤੇ ਮੈਂ ਕਿਹਾ ਲੋਕਾਂ ਦੀ ਸੋਚ ਕਿੱਥੇ ਪਈ ਹੈ ਨਾ ਵੀ ਐਡੀ। ਅਤੇ ਮੈਂ ਪਰ ਚੰਗਾ ਹੋ ਗਿਆ, ਮੈਂ ਕਿਹਾ ਮੇਰੇ ਨਹੀਂ ਲੱਗੇ, ਤਾਂ ਮੈਂ ਕਦੀ ਕਿਤੇ ਤੁਰੀ ਫਿਰਦੀ, ਕਦੀ ਕਿਤੇ। ਉਹ ਜਿਹੜਾ ਦੇ ਲੱਗੇ ਉਹ ਜੰਮੀਆਂ ਹੀ ਪਈਆਂ ਇੱਕੋ ਥਾਂ 'ਤੇ, ਕਦੀ ਘਰੋਂ ਬਾਹਰ ਨਿਕਲ ਜੋਗੀਆਂ ਨਹੀਂ। ਜਦੋਂ ਮੋਟਰਸਾਈਕਲ 'ਤੇ ਬੈਠਣੇ ਅਗਲੀਆਂ ਵੇਖਦੀਆਂ, ਮੈਂ ਕਿਹਾ ਭਾਵੇਂ ਇੱਕ ਵਾਰੀ ਵੇਖਿਆ ਇੰਨਾ ਹੀ ਬਹੁਤ ਹੈ, ਬਸ ਰੱਬ ਨੇ ਬਹੁਤ ਦੇਤਾ। ਮੈਂ ਬਿਨਾਂ ਪੈਰਾਂ ਤੋਂ ਠੀਕ, ਬਿਨਾਂ ਪੈਰਾਂ ਤੋਂ ਠੀਕ ਹੈ ਨਾ। ਮਤਲਬ ਇਹਨਾਂ ਗੱਲਾਂ ਦੇ ਵਿੱਚ ਜੇ ਹੁਣ ਮੈਂ ਸੋਚਾਂ ਵੀ ਮੁੰਡਾ ਹੁੰਦਾ, ਮੈਨੂੰ ਆਹ ਹੁੰਦਾ, ਜਾਂ ਮਤਲਬ ਇਹ ਮੇਰੇ ਬੱਚੀ ਵਿਪੂ ਨੇ ਕਹਿਣਾ ਮੰਮੀ, ਇੱਕ ਪਾਸੇ ਵਿਪੂ ਸੌਂਦੀ, ਇੱਕ ਪਾਸੇ ਜਿੰਦਪ੍ਰੀਤ ਸੌਂਦੀ। ਜਦੋਂ ਇਹ ਚਲੇ ਜਾਂਦੇ ਮੇਰੇ ਮੰਮੀ ਡੈਡੀ ਮੇਰੇ ਕੋਲ ਰਹਿੰਦੇ, ਜਾਂ ਮੈਂ ਇਹਨਾਂ ਵੱਲ ਆ ਕੇ ਰਹਿ ਪੈਂਦੀ। ਅਤੇ ਜਦੋਂ ਪਾਪਾ ਜੀ ਨੇ ਕਹਿਣਾ ਪੰਮੀ ਇੱਕ ਬਾਂਹ 'ਤੇ ਵਿਪੂ ਸੁੱਤੀ, ਇੱਕ 'ਤੇ ਜਿੰਦੂ ਸੁੱਤੀ। ਜਦੋਂ ਸੁਣਨੇ ਉਦੋਂ ਵੀ ਤੇਰੀ ਆਹੀ ਪੋਜੀਸ਼ਨ ਸੀ। ਜਦੋਂ ਮੈਂ ਸਵੇਰੇ ਉੱਠ ਕੇ ਇੱਥੋਂ ਲੰਘ ਕੇ ਜਾਣਾ, ਤੂੰ ਐਂ ਪਈ ਹੁੰਨੀ ਹੈ, ਤੂੰ ਰਾਤ ਨੂੰ ਪਾਸਾ ਵੀ ਨਹੀਂ ਲੈਂਦੀ ਵੀ ਇਹਨਾਂ ਦੋਹਾਂ ਨੂੰ। ਅਤੇ ਉਹਨੇ ਕਹਿਣਾ ਜੱਫੀ ਜੀ ਉੱਤੋਂ ਦੀ ਲੱਤ ਰੱਖ ਕੇ ਪੈਣਾ, ਮੰਮੀ ਤੁਹਾਨੂੰ ਕੋਈ ਫਿਕਰ ਨਹੀਂ, ਜੇ ਕੋਈ ਮੇਰੀ ਥਾਂ 'ਤੇ ਸਾਡੀ ਥਾਂ 'ਤੇ ਮੁੰਡਾ ਹੁੰਦਾ ਨਾ, ਤੁਹਾਨੂੰ ਫਿਕਰ ਹੋਣੀ ਸੀ ਮੋੜ 'ਤੇ ਖੜਾ, ਕੋਈ ਆਹ ਨਾ ਕਰਦਾ ਹੋਵੇ, ਉਹ ਨਾ ਕਰਦਾ ਹੋਵੇ, ਤੁਸੀਂ ਕਿੰਨੇ ਆਰਾਮ ਨਾਲ ਪਏ ਹੋ ਵੀ ਤੁਹਾਡੇ ਕੋਲ ਅਸੀਂ ਪਏ। ਅਤੇ ਫਿਰ ਮੈਨੂੰ ਇਹ ਗੱਲਾਂ ਬੜੀਆਂ ਐਨਰਜੀ ਦਿੰਦੀਆਂ ਸੀ। ਮੈਂ ਉਹੀ ਕਹਿ ਰਹੀ ਹਾਂ, ਜੇ ਕਿਸੇ ਦੇ ਮੁੰਡੇ ਨਾਲ ਵਿਆਹ ਕਰਾ ਕੇ ਤੁਸੀਂ ਕਿਸੇ ਘਰ 'ਚ ਆਏ ਹੋ, ਉਸ ਮੁੰਡੇ ਨਾਲ ਤੁਹਾਡੇ ਪੈਰ ਨਹੀਂ ਲੱਗੇ, ਤਾਂ ਫਿਰ ਅਗਾਂਹ ਤੁਸੀਂ ਮਤਲਬ ਸਾਰੀ ਉਮਰ ਉਡੀਕਦੇ ਹੀ ਰਹੋਗੇ। ਸਾਡੀ ਇੱਕ ਮੈਡਮ ਸੀ, ਉਹਦੇ 2 ਬੇਟੀਆਂ ਹੋ ਗਈਆਂ, ਅਤੇ ਉਹਦੀ ਸੱਸ ਬਹੁਤ ਲੜਿਆ ਕਰੇ, ਮੈਂ ਤਾਂ ਅੱਜ ਮੁੰਡੇ ਦਾ ਵਿਆਹ ਕਰ ਦੂੰਗੀ ਹੋਰ, ਅਤੇ 2 ਕੁੜੀਆਂ ਹੋ ਗਈਆਂ। ਉਹ ਕਹਿੰਦੀ ਦੇਖ ਮੈਂ ਤਾਂ ਬੱਚਾ ਦੇਣਾ ਸੀ, ਦੇ ਤਾ, ਵਿਆਹ ਤਾਂ ਮੈਨੂੰ ਕਰਾਉਣਾ ਚਾਹੀਦਾ ਵੀ ਇਹਨੇ ਮੁੰਡਾ ਨਹੀਂ ਦਿੱਤਾ। ਉਹੀ ਲਾਈਨ ਜਦੋਂ ਬੋਲੀ ਤੇ ਸੱਸ ਨੂੰ ਤਾਂ ਸਮਝ ਨਹੀਂ ਆਈ। ਮੈਂ ਕਿਹਾ ਤਾਂ ਸਾਇੰਸ ਹੈ, ਜਿਨ੍ਹਾਂ ਨੂੰ ਇਸ ਗੱਲਾਂ ਦੀ ਸਾਇੰਸ ਦੀ ਲੇਡੀਜ਼ ਨੂੰ ਪਤਾ ਹੀ ਨਹੀਂ। ਉਹ ਕਹਿੰਦੀ ਵਿਆਹ ਤਾਂ ਮੈਂ ਕਰਾਵਾਂ। ਜਦੋਂ ਉਹਨੂੰ ਫਿਰ ਸਮਝਾਇਆ ਤੇ ਉਸ ਤੋਂ ਬਾਅਦ ਵਧੀਆ ਰਹਿਣ ਲੱਗ ਗਈਆਂ। ਫਿਰ ਵੀ ਇਹ ਗਲਤੀਆਂ ਕਿੱਥੇ ਹੁੰਦੀਆਂ ਤੁਹਾਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਹੈਗਾ। ਬਿਲਕੁਲ ਐਜੂਕੇਸ਼ਨ ਨਾ ਹੋਣੀ ਵੀ ਇਹ ਨਹੀਂ ਆਪਾਂ ਕਹਿ ਸਕਦੇ ਵੀ ਕਿਸੇ ਨੂੰ ਅਕਲ ਨਹੀਂ ਹੁੰਦੀ, ਪਰ ਇਹ ਚੀਜ਼ ਵੀ ਤੁਹਾਨੂੰ ਬਹੁਤ ਕੁਝ ਸਿਖਾਉਂਦੀ। ਕੋਲੂ ਤੇ ਬੈਲ ਵਾਂਗੂ ਨਾ, ਜਿਹੜੀ ਚੀਜ਼ ਸਿਖਾਤੀ ਵੀ ਮਾਂ ਨੇ ਕਿਹਾ ਸੀ, ਉਹਦੀ ਮਾਂ ਨੇ ਕਿਹਾ ਸੀ, ਉਹਦੀ ਮਾਂ ਨੇ ਉਹੀ ਚੀਜ਼ਾਂ ਪੀੜ੍ਹੀ ਦਰ ਪੀੜ੍ਹੀ ਗਾਂਹ ਦੀ ਗਾਂਹ ਦੂਜਿਆਂ ਨੂੰ ਸਿਖਾਈ ਜਾਂਦੀਆਂ। ਸਿਖਾਈ ਜਾਂਦੀਆਂ।
ਉਹ ਆਪਣੇ ਆਪ ਨੂੰ ਸਿਕਿਉਰ ਕਰਨ ਵਾਸਤੇ ਦੂਜੇ ਨੂੰ ਇਲਜ਼ਾਮ ਲਾਉਂਦੇ ਆ। ਇੱਕ ਅਖੀਰੀ ਸਵਾਲ ਮੈਂ ਤੁਹਾਨੂੰ ਕਰੂੰਗੀ ਵੀ ਆਖਰੀ ਜੇ ਕਿਉਂ, ਤੁਸੀਂ ਜਿੰਨੇ ਮਰਜ਼ੀ ਨਹੀਂ ਮੇਰਾ ਤਾਂ ਮਨ ਨਹੀਂ ਕਰਦਾ ਨਾ, ਪਰ ਕੈਮਰੇ ਇਜਾਜ਼ਤ ਨਹੀਂ ਦਿੰਦੇ ਹੁੰਦੇ ਵੀ ਹੁਣ ਤੁਸੀਂ ਸਾਡੀ ਬੱਸ ਕਰਾ ਦਿਓ। ਤੇ ਇਹਨਾਂ ਲਈ ਤੁਸੀਂ ਹੈ ਨਾ, ਜਿਵੇਂ ਇਹ ਕਿਸੇ ਘਰ ਚੋਂ ਆ ਕੇ ਉਹਨਾਂ ਨੇ ਮਤਲਬ ਇੱਕ ਘਰ ਨੂੰ ਆਪਣਾ ਬਣਾਇਆ ਕਿੰਨੀ ਸ਼ਿੱਦਤ ਨਾਲ, ਫਿਰ ਜਿਵੇਂ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਵੈਸੇ ਚਾਹੇ ਆਪਾਂ ਮਤਲਬ ਕਹੀਏ ਬਹੁਤ ਮਾਈਨਰ ਨੇ, ਪਰ ਮੈਨੂੰ ਲੱਗਦਾ ਕਿਸੇ ਘਰ 'ਚ ਆ ਕੇ ਇਹ ਸਮਝਣੇ ਵੀ ਬਹੁਤ ਔਖੀਆਂ ਨੇ ਵੀ ਜੇ ਮੇਰੇ ਮਾਂ ਪਿਓ ਨੇ ਝਿੜਕ ਲਿਆ ਜਾਂ ਤੇਰਿਆਂ ਨੇ ਝਿੜਕ ਲਿਆ ਕੀ ਗੱਲ ਹੈ, ਇੱਕੋ ਗੱਲ ਹੈ ਨਾ। ਦੂਜੀ ਪਰਿਵਾਰ ਦੀ ਖੁਸ਼ੀ ਲਈ ਛੋਟੇ ਛੋਟੇ ਸਮਝੌਤੇ ਕਰਨੇ ਵੀ ਤੁਹਾਡੇ ਲਈ ਕਈ ਵਾਰ ਬਹੁਤ ਵੱਡੇ ਹੁੰਦੇ ਆ, ਤੇ ਜਦੋਂ ਹੱਸ ਕੇ ਕਰਦੇ ਹੋ ਤਾਂ ਉਹ ਮਤਲਬ ਹੁੰਦਾ ਕਿ ਮੈਂ ਇਸ ਘਰ ਨੂੰ ਅਪਣਾ ਲਿਆ ਨਾ। 30 ਸਾਲ ਦਾ ਸਫ਼ਰ ਇਹਨਾਂ ਨੇ ਤੁਹਾਡੇ ਨਾਲ ਤੈਅ ਕੀਤਾ, ਤਾਂ ਉਹਦੇ ਲਈ ਤੁਸੀਂ ਇਹਨਾਂ ਨੂੰ ਕੀ ਕ੍ਰੈਡਿਟ ਦੇਣਾ ਚਾਹੋਗੇ? ਕੀ ਸ਼ਬਦ ਨੇ ਜਿਹੜੇ ਤੁਹਾਨੂੰ ਲੱਗਦਾ ਕਿ ਦੁਨੀਆ ਦੇ ਹਰ ਹਸਬੈਂਡ ਨੂੰ ਆਪਣੀ ਵਾਈਫ ਨੂੰ ਇੱਕ ਨਾ ਇੱਕ ਦਿਨ ਬੋਲਣੇ ਚਾਹੀਦੇ ਨੇ? ਅੱਛਾ, ਮੈਂ ਤਾਂ ਇਹ ਕਹਿੰਦਾ ਸ਼ੁਕਰੀਆ। ਨਾ ਵੀ ਇਹ ਬਹੁਤ ਛੋਟੇ ਸ਼ੁਕਰੀਆ ਸ਼ਬਦ ਸਭ ਤੋਂ ਵੱਡਾ ਹੈ, ਇਹ ਤੋਂ ਵੱਡਾ ਕੋਈ ਸ਼ਬਦ ਨਹੀਂ ਹੈ। ਨਹੀਂ ਮੈਨੂੰ ਲੱਗਦਾ ਤੁਸੀਂ ਜ਼ਿਆਦਾ ਸੁਣਨ ਦੀ ਉਮੀਦ ਰੱਖਦੇ ਹੋ ਨਾ। ਨਹੀਂ, ਮੈਂ ਤਾਂ ਆਪਦੇ ਸੂਟਾਂ ਨੂੰ ਪਾਉਣਾ ਚਾਹੁੰਦੀ ਹਾਂ। ਨਹੀਂ ਵੀ ਉਹ ਪੀੜੇ ਨਾ ਹੋ ਜਾਣ ਕਿਤੇ, ਇੰਨੀ ਜ਼ਿਆਦਾ ਹਵਾ ਦੇ ਦੇਵੇ। ਸੂਟਾਂ ਲਈ ਆਪਾਂ 2 ਦਿਨ ਡਾਈਟਿੰਗ ਕਰਾਂਗੇ ਤੇ ਇਹਨਾਂ ਹਾਂ, ਇਹ ਚੀਜ਼ ਜਿਹੜੀ ਹੈ ਨਾ ਵੀ ਕਿ ਇੱਕ ਮੈਨੂੰ ਮਤਲਬ ਕਿਸੇ ਦੇ ਘਰ 'ਚ ਆ ਕੇ, ਕਿਸੇ ਦਾ ਨਹੀਂ ਹੈਗਾ ਅਸਲ ਦੇ ਵਿੱਚ ਘਰ, ਕੁੜੀ ਦਾ ਘਰ ਤਾਂ ਉਹੀ ਹੈ ਜੋ ਉਹਦੇ ਘਰ ਵਾਲੇ ਦਾ ਹੈ, ਦੋਹਾਂ ਦਾ ਸਾਂਝਾ ਘਰ ਹੁੰਦਾ ਹੈ। ਇਹ ਨਹੀਂ ਕਿ ਮਤਲਬ ਇਹ ਘਰ ਮੇਰਾ ਹੋ ਗਿਆ ਉਹ ਘਰ ਇਹਨਾਂ ਦਾ, ਨਾ ਉਹ ਇਹਨਾਂ ਦਾ ਨਹੀਂ ਸੀ ਜਿੱਥੇ ਇਹਨਾਂ ਦਾ ਜਨਮ ਲਿਆ, ਜਿੱਥੇ ਮੈਂ ਜਨਮ ਲਿਆ ਉਹ ਵੀ ਮੇਰਾ ਨਹੀਂ ਸੀਗਾ, ਉਹ ਵੀ ਅਸੀਂ ਛੱਡਿਆ ਏ। ਹੁਣ ਇਹ ਸਾਡਾ ਦੋਹਾਂ ਦਾ ਘਰ ਹੈ, ਬਰਾਬਰ ਦਾ ਇਹਦੇ 'ਚ ਇਹਨਾਂ ਦਾ ਵੀ ਓਨਾ ਹੀ ਹੈ, ਮੇਰਾ ਵੀ ਓਨਾ ਹੀ ਹੈ, ਇਹਨਾਂ ਦਾ ਜ਼ਿਆਦਾ ਹੈ ਸਗੋਂ। ਮੇਰਾ ਘੱਟ ਹੈ, ਇਹਨਾਂ ਦਾ ਜ਼ਿਆਦਾ, ਕਿਉਂਕਿ ਇਹਨਾਂ ਦਾ ਪਿੰਡ ਮੁਕਤਸਰ ਹੈ ਤੇ ਮੈਂ ਇਹਨਾਂ ਦੇ ਘਰੇ ਆ ਕੇ ਰਿਹਾ ਸਗੋਂ। ਮਤਲਬ ਇਹਨਾਂ ਦਾ ਘਰ ਦੂਜਾ ਹੈ, ਇਹ ਸਾਡਾ ਆਪਣਾ ਘਰ ਹੈ, ਇਹਨਾਂ ਦੇ ਪੇਕਿਆਂ ਦਾ ਘਰ ਤਾਂ ਅਲੱਗ ਹੈ। ਮਤਲਬ ਇਹ ਸਮਝੋ ਵੀ ਇਹਨਾਂ ਦੇ ਸ਼ਹਿਰ 'ਚ ਆ ਕੇ ਮੈਂ ਰਿਹਾ, ਤੇ ਸ਼ੁਕਰੀਆ ਤਾਂ ਮੈਨੂੰ ਕਰਨਾ ਹੀ ਚਾਹੀਦਾ ਇਹਨਾਂ ਦਾ, ਇਹਨਾਂ ਨੇ ਸ਼ਹਿਰ 'ਚ ਰਹਿਣ ਦੀ ਇਜਾਜ਼ਤ ਦੇਤੀ ਮੈਨੂੰ। ਚਲੋ ਇੱਕ ਸਵਾਲ ਮੈਂ ਹੋਰ ਕਰੂੰਗੀ ਜ਼ਰੂਰ, ਕਿ ਜਿਵੇਂ ਤੁਸੀਂ ਕਿਹਾ ਕਿ ਆਫਟਰ ਰਿਟਾਇਰਮੈਂਟ ਹੈ ਨਾ ਬਹੁਤ ਜੋੜੇ ਫਰਸਟ੍ਰੇਸ਼ਨ 'ਚ ਆ ਜਾਂਦੇ ਆ ਕਿ ਹੁਣ ਕੀ ਕਰਾਂਗੇ ਹੈ ਨਾ, ਜਦੋਂ ਕਿ ਉਸ ਵਕਤ ਤੁਹਾਡੇ ਕੋਲ ਪੈਸਾ ਵੀ ਹੁੰਦਾ, ਜਾਂ ਰਿਟਾਇਰਮੈਂਟ ਵੀ ਨਹੀਂ, ਮੈਂ ਕਹਿੰਦੀ ਵੀ ਹਰ ਕੋਈ ਜੌਬ ਵੀ ਨਹੀਂ ਕਰ ਰਿਹਾ ਹੁੰਦਾ, ਪਰ ਉਦੋਂ ਜਦੋਂ ਅਸੀਂ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਕਰਕੇ ਉਹਨਾਂ ਨੂੰ ਵਿਆਹ ਚੁੱਕੇ ਹੁੰਦੇ ਆ ਤੇ ਸਾਡੇ ਕੋਲ ਆਪਣੇ ਲਈ ਵਕਤ ਹੁੰਦਾ, ਉਹ ਵਕਤ ਆ ਜਿਹੜਾ ਇੱਕ ਮੀਆਂ ਬੀਬੀ ਨੂੰ ਕਿਵੇਂ ਕੱਢਣਾ ਚਾਹੀਦਾ ਵੀ ਉਹ ਸਰੀਰਕ ਤੌਰ 'ਤੇ ਵੀ ਤੰਦਰੁਸਤ ਰਹਿਣ, ਤੇ ਪੂਰੀ ਉਮਰ ਜਿਹੜੀਆਂ ਜ਼ਿੰਮੇਵਾਰੀਆਂ 'ਚ ਉਹਨਾਂ ਨੇ ਇੱਕ ਦੂਜੇ ਨੂੰ ਸਮਾਂ ਨਹੀਂ ਦੇ ਸਕੇ ਹੁੰਦੇ ਹੈ ਨਾ, ਉਹ ਸਮੇਂ ਨੂੰ ਵੀ ਉਹ ਸੋਹਣਾ ਬਣਾਉਣ, ਉਹਨਾਂ ਲਈ ਤੁਸੀਂ ਆਪਣੀ ਉਮਰ ਦੇ ਜੋੜਿਆਂ ਲਈ ਤੁਸੀਂ ਕੀ ਕਹਿਣਾ ਚਾਹੋਗੇ? ਜਿੱਦਾਂ ਰਿਟਾਇਰਮੈਂਟ ਸੀ ਨਾ, ਇਹਨਾਂ ਦੀ ਵੀ ਸੀ, ਮੇਰੀ ਵੀ ਸੀਗੀ। ਉਦੋਂ ਬਾਅਦ ਮੈਂ ਦੋਨਾਂ ਥਾਵਾਂ 'ਤੇ ਇੱਕੋ ਹੀ ਗੱਲ ਸੁਣਾਈ ਸੀਗੀ, ਉਹ ਵੀ ਜਿਹੜਾ ਬੰਦਾ ਸਰਵਿਸ ਕਰਦਾ ਨਾ, ਖਾਸ ਤੌਰ 'ਤੇ ਸਾਡੇ ਵਰਗੇ ਡਿਪਾਰਟਮੈਂਟ ਦੇ ਵਿੱਚ, ਉਹਨੂੰ ਤਨਖਾਹ ਬਹੁਤ ਮਿਲਦੀ ਹੈ, ਪੂਰੀ ਤਨਖਾਹ ਮਿਲਦੀ ਹੈ, ਪਰ ਉਹਦੀ ਘਰ ਵਾਲੀ ਵਾਸਤੇ ਉਹ ਬੰਦਾ ਅੱਧਾ ਹੀ ਹੁੰਦਾ ਹੈ, ਕਿਉਂਕਿ ਹਫ਼ਤੇ 'ਚ 3 ਦਿਨ ਆਇਆ, 3 ਦਿਨ ਕਿਤੇ ਬਾਹਰ ਰਹਿਣਾ ਪੈ ਗਿਆ, ਮਹੀਨੇ 'ਚੋਂ 15 ਦਿਨ ਕਿਤੇ ਬਾਹਰ ਰਹਿਣਾ ਪੈ ਗਿਆ। ਪਰ ਰਿਟਾਇਰਮੈਂਟ ਤੋਂ ਬਾਅਦ ਤਨਖਾਹ ਬੇਸ਼ੱਕ ਅੱਧੀ ਹੋ ਜਾਂਦੀ ਹੈ, ਪਰ ਬੰਦਾ ਪੂਰਾ ਮਿਲਦਾ ਹੈ। ਸਹੀ ਗੱਲ ਹੈ। ਹੁਣ ਅਸੀਂ ਦੋਹੇ ਇੱਕ ਦੂਜੇ ਵਾਸਤੇ ਪੂਰੇ ਆ, ਹੁਣ ਆਪਣੀਆਂ ਜਿਹੜੀਆਂ ਯਾਤਰਾਵਾਂ ਕਰ ਸਕਦੇ ਆ, ਆਪਣੇ ਦਿਲ ਦੀਆਂ ਜੋ ਚੀਜ਼ਾਂ ਰਹਿ ਗਈਆਂ, ਸਾਡੇ ਕਾਲਜ ਟਾਈਮ ਕੁਝ ਸੁਪਨੇ ਸੀ, ਉਦੋਂ ਅਸੀਂ ਪੈਸੇ ਨਾ ਹੋਣ ਕਰਕੇ ਪੂਰਾ ਨਹੀਂ ਕਰ ਸਕੇ, ਬਾਅਦ 'ਚ ਅਸੀਂ ਨੌਕਰੀ ਦੇ ਵਿੱਚ ਕਿਸੇ ਤੋਂ ਛੁੱਟੀ ਲੈਣੀ ਪੈਂਦੀ ਸੀ, ਉਦੋਂ ਪੂਰਾ ਨਹੀਂ ਕਰ ਸਕੇ। ਉਹ ਚੀਜ਼ਾਂ ਸਾਰੀਆਂ ਹੁਣ ਪੂਰਾ ਕਰਨ ਵਾਸਤੇ ਸਾਡੇ ਕੋਲ ਸਮਾਂ ਵੀ ਹੈ, ਸਾਡੇ ਕੋਲ ਪੈਸਾ ਵੀ ਹੈ, ਸਾਡੇ ਕੋਲ ਸਾਧਨ ਵੀ ਹੈਗੇ ਆ, ਤੇ ਸਮਾਜ ਆ ਜਿਹੜਾ ਉਹਦੀ ਤਾਂ ਅਸੀਂ ਪਹਿਲਾਂ ਕਦੇ ਪਰਵਾਹ ਨਾ ਕੀਤੀ ਸੀ, ਨਾ ਕਰਾਂਗੇ। ਅਸੀਂ ਆਪਣੀ ਮਰਜ਼ੀ ਦੀ ਜ਼ਿੰਦਗੀ ਹੈ ਜਿਹੜੀ ਉਹ ਹੁਣ ਗੁਜ਼ਾਰਨੀ ਹੈ, ਤੇ ਹਰ ਬੰਦੇ ਨੂੰ ਮੈਂ ਸਮਝਦਾ ਗੁਜ਼ਾਰਨੀ ਚਾਹੀਦੀ ਹੈ। ਜੇ ਆਪਣੀ ਜ਼ਿੰਦਗੀ ਹੈ ਜਿਹੜੀ ਉਹ 60 ਸਾਲ ਤੱਕ ਹੀ ਸੀਮਤ ਰੱਖਣੀ ਹੈ, ਤੇ ਇਹ ਕੋਈ ਜ਼ਿੰਦਗੀ ਨਹੀਂ ਹੈ। ਪਰਮਾਤਮਾ ਨੇ ਸਾਨੂੰ ਬਿਮਾਰ ਹੋਣ ਵਾਸਤੇ ਪੈਦਾ ਨਹੀਂ ਕੀਤਾ, ਪਰਮਾਤਮਾ ਨੇ ਸਾਨੂੰ ਤੰਦਰੁਸਤ ਰਹਿਣ ਵਾਸਤੇ ਪੈਦਾ ਕੀਤਾ ਹੈ, ਨਹੀਂ ਤਾਂ ਉੱਤੋਂ ਹੀ ਬਿਮਾਰੀਆਂ ਦੇ ਕੇ ਭੇਜਦਾ ਉਹ ਸਾਨੂੰ। ਕੋਈ ਲੰਗੜਾ ਹੁੰਦਾ, ਕੋਈ ਲੂਲਾ ਹੁੰਦਾ, ਕੋਈ ਕਿਸੇ ਦਾ ਕੁਛ ਹੁੰਦਾ, ਸਾਨੂੰ ਉਹਨੇ ਤੰਦਰੁਸਤ ਰਹਿਣ ਵਾਸਤੇ ਜਿਹੜਾ ਉਹ ਪੈਦਾ ਕੀਤਾ, ਤੇ ਅਸੀਂ ਜ਼ਿੰਦਗੀ ਦੇ ਲਾਸਟ ਮੂਮੈਂਟ ਤੱਕ ਤੰਦਰੁਸਤ ਰਹੀਏ। ਸੰਕਲਪ ਕਰ ਲਈਏ ਕਿ ਮੈਂ ਤੰਦਰੁਸਤ ਹਾਂ, ਤੰਦਰੁਸਤ ਰਹਾਂਗਾ, ਤੇ ਹੁਣ ਵੀ ਤੰਦਰੁਸਤ ਹੈਗਾ। ਤੇ ਜੇ ਅਸੀਂ ਇੱਕ ਵਾਰੀ ਸੰਕਲਪ ਕਰ ਲਿਆ ਜ਼ਿੰਦਗੀ 'ਚ, ਆਪਣੇ ਦਿਮਾਗ ਦੇ ਵਿੱਚ ਸੋਚ ਲਿਆ, ਦੁਨੀਆ ਦੀ ਕੋਈ ਤਾਕਤ ਹੈ ਜਿਹੜੀ ਉਹ ਸਾਨੂੰ ਬਿਮਾਰ ਨਹੀਂ ਕਰ ਸਕਦੀ, ਕਿਉਂਕਿ ਸਾਡੇ ਅੰਦਰ ਜੋ ਸ਼ਕਤੀ ਬੈਠੀ ਹੈ, ਕਹਿੰਦੇ ਪਰਮਾਤਮਾ ਸਾਡੇ ਅੰਦਰ ਬੈਠਾ ਹੈ, ਉਹ ਸ਼ਕਤੀ ਜਿਹੜੀ ਸਾਡੇ ਅੰਦਰ ਬੈਠੀ ਹੈ ਉਹ ਬਾਹਰ ਦੀਆਂ ਸਾਰੀਆਂ ਸ਼ਕਤੀਆਂ ਨਾਲੋਂ ਵੱਡੀ ਹੈ, ਤੇ ਅਸੀਂ ਵੱਡੀ ਸ਼ਕਤੀ ਨੂੰ ਭੁਲਾ ਕੇ ਛੋਟੀਆਂ ਛੋਟੀਆਂ ਸ਼ਕਤੀਆਂ ਦੇ ਮਗਰ ਤੁਰੇ ਫਿਰਦੇ ਹਾਂ। ਇਸ ਕਰਕੇ ਇਹ ਵੱਡੀ ਸ਼ਕਤੀ ਹੈ ਜਿਹੜੀ, ਇਹਨੂੰ ਆਪਣੇ ਅੰਦਰੋਂ ਜਗਾਓ ਤੇ ਆਪਣੇ ਪਰਿਵਾਰਾਂ ਨੂੰ ਵਧੀਆ ਬਣਾਓ। ਘਰਾਂ ਦੇ ਵਿੱਚ ਤੁਸੀਂ ਖੁਸ਼ੀਆਂ ਦੇ ਦੀਵੇ ਜਗਾਓ, ਤੁਹਾਡੀਆਂ ਸਿਹਤਾਂ ਬਣੀਆਂ ਰਹਿਣ, ਤੇ ਤੁਹਾਨੂੰ ਇਸੇ ਤਰ੍ਹਾਂ ਹੀ ਵਧਾਈਆਂ ਮਿਲਦੀਆਂ ਰਹਿਣ, ਤੇ ਤੁਸੀਂ ਤੰਦਰੁਸਤ ਬਣੇ ਰਹੋ, ਔਰ ਦੁਨੀਆ ਦੇ ਸਾਹਮਣੇ ਇੱਕ ਮਿਸਾਲ ਪੈਦਾ ਕਰਕੇ ਜਾਓ ਕਿ ਜੇ ਜ਼ਿੰਦਗੀ ਹੋਵੇ ਤਾਂ ਇਸ ਬੰਦੇ ਵਰਗੀ ਹੋਵੇ, ਪਰਿਵਾਰ ਹੋਵੇ
ਤਾਂ ਇਹਨਾਂ ਵਰਗਾ ਹੋਵੇ, ਬੱਚੇ ਹੋਣ ਤਾਂ ਇਹਨਾਂ ਵਰਗੇ ਹੋਣ। ਇਸ ਤਰ੍ਹਾਂ ਦੀ ਜ਼ਿੰਦਗੀ ਹੈ ਜਿਹੜੀ ਸਾਡੀ ਖਾਸ ਵੀ ਹੈ ਤੇ ਅਸੀਂ ਜਿਉਂ ਵੀ ਰਹੇ ਹਾਂ। ਨਹੀਂ ਵਧੀਆ, ਬਹੁਤ ਮੁਬਾਰਕਾਂ ਨੇ ਤੁਹਾਨੂੰ ਇਸ ਚੀਜ਼ ਲਈ। ਮੈਂ ਨਾ ਇਹਨਾਂ ਨੂੰ ਇੱਕ ਮਤਲਬ ਕਿਹੜੇ ਰੂਪ 'ਚ ਦੇਖਿਆ, ਮੈਂ ਇੱਕ ਸ਼ਾਰਟਕਟ ਵਧੀਆ, ਇੱਕ ਆਗਿਆਕਾਰ ਬੇਟਾ। ਮੈਂ ਇਹਨਾਂ ਨੂੰ ਆਦੀ ਬੀਬੀ ਪਾਪਾ ਜੀ ਤੁੰਗਾਲੀ ਵਾਲਿਆਂ ਅੱਗੇ ਕਦੀ ਜਵਾਬ ਦਿੰਦੇ ਨਹੀਂ ਸੁਣਿਆ। ਮਤਲਬ ਜਦੋਂ ਅਸੀਂ ਕੁਝ ਬੋਲਦੇ ਜਾਂ ਨਹੀਂ, ਤੁਹਾਨੂੰ ਮੈਂ ਦੱਸਿਆ ਨਾ ਵਿਆਹ ਵੇਲੇ ਪ੍ਰੋਗਰਾਮ ਬਦਲਤਾ ਤੇ ਬਦਲਤਾ। ਵਧੀਆ ਮਤਲਬ ਆਗਿਆਕਾਰ ਬੱਚੇ ਦੇ ਰੂਪ 'ਚ ਵੀ ਦੇਖਿਆ। ਮੇਰੇ ਬੀਬੀ ਪਾਪਾ ਜੀ ਦੀ ਬਹੁਤ ਰਿਸਪੈਕਟ ਕਰਦਾ ਇੱਕ, ਮਤਲਬ ਕਿ ਇੱਜ਼ਤ ਦੇਣ ਵਾਲਾ ਇੱਕ ਜਵਾਈ ਵੀ ਦੇਖਿਆ। ਜਦੋਂ ਸਾਡੇ ਬੱਚੇ ਹੋ ਗਏ ਤੇ ਇਹਨਾਂ ਨੂੰ ਇੱਕ ਪਿਆਰ ਕਰਨ ਵਾਲਾ ਮੈਂ ਬਾਪ ਦੇਖਿਆ ਵੀ ਇੰਨਾ ਕੁ ਪਿਆਰ ਕਰ ਸਕਦਾ ਬਾਪ, ਹੈ ਨਾ। ਫਿਰ ਜਦੋਂ ਇਹਦੀ ਡਿਊਟੀ, ਜਿਹੜੀ ਡਿਊਟੀ ਕਰਦੇ ਸੀ ਨਾ ਡਿਊਟੀ 'ਚ, ਤੇ ਇੱਕ ਇਮਾਨਦਾਰ ਅਫਸਰ, ਕੋਈ ਇੱਦਾਂ ਇੱਧਰ ਉੱਧਰ ਗਲਤੀ ਨਾ ਹੋ ਜੇ, ਆਪਾਂ ਵਧੀਆ ਨੌਕਰੀ 'ਚ ਵਧੀਆ ਰਹੀਏ, ਇੱਕ ਉੱਦਾਂ ਦਾ ਮਤਲਬ ਕਿ ਸਾਨੂੰ ਕੋਈ ਇੱਧਰ ਉੱਧਰੋਂ ਪੈਸਾ ਲਟਰਮ ਪਟਰਮ ਨਹੀਂ। ਜੇ ਕੋਈ ਆਉਂਦਾ ਹੈ ਤਾਂ ਉਹਨੂੰ ਵਧੀਆ ਹੋਰ ਬਾਹਰ ਦੀ ਵਾਰੀ ਦੇ ਦਿਓ ਕਿਸੇ ਪਾਸੇ, ਪਰ ਆਪਾਂ ਕਰੇ ਨਹੀਂ, ਠੀਕ ਹੈ। ਵਧੀਆ ਮਤਲਬ ਇੱਦਾਂ ਦਾ ਇਮਾਨਦਾਰ ਅਫਸਰ ਮੈਂ ਦੇਖਿਆ। ਫਿਰ ਜਦੋਂ ਬੇਟੀਆਂ ਦੀ ਮੈਰਿਜ ਹੋ ਗਈ ਤੇ ਮੈਂ ਇੱਕ ਹੌਸਲਾ ਦੇਣ ਵਾਲਾ ਸਹੁਰਾ ਦੇਖਿਆ ਇਹਨਾਂ ਦੇ ਵੀ ਅਮਨਦੀਪ ਤੇ ਸੰਦੀਪ ਨੂੰ ਇਹ ਬਹੁਤ ਹੌਸਲਾ ਦਿੰਦੇ। ਤੇ ਜਦੋਂ ਅੰਦਾਜ਼ ਹੋਈ ਹੈ ਤੇ ਇੱਕ ਕਹਿੰਦੇ ਲਾਡ ਲਡਾਉਣ ਵਾਲਾ ਨਾਨਾ ਵੀ ਦੇਖਿਆ। ਆਗਿਆਕਾਰ ਪਤੀ ਨਹੀਂ ਦੇਖਿਆ? ਤੇ ਫਿਰ ਮੈਂ ਪਤੀ, ਜ਼ਿੰਮੇਵਾਰ ਪਤੀ, ਆਗਿਆਕਾਰ ਨਹੀਂ, ਇੱਕ ਜ਼ਿੰਮੇਵਾਰ ਪਤੀ ਦੇ ਰੂਪ ਵਿੱਚ। ਮਤਲਬ ਹਰ ਗੱਲ ਮੈਨੂੰ ਕੀ ਚਾਹੀਦਾ, ਕਿਵੇਂ, ਕਿੱਥੇ ਲੋੜ ਕੀ, ਮੈਨੂੰ ਕੋਈ ਬਹੁਤਾ ਐ ਨਹੀਂ ਤਰਲੋ ਮੱਛੀ ਜੀ ਨਹੀਂ ਹੋਣਾ ਪੈਂਦਾ। ਮੈਨੂੰ ਸਭ ਕੁਝ ਬਿਨਾਂ ਕਹੇ ਉਹ ਰੱਬ ਇਹਨਾਂ ਦੇ ਥਰੂ। ਇਹ ਇੱਕ ਗੱਲ ਇਹ ਕਹਿੰਦੇ ਹੁੰਦੇ ਆ, ਭੁੱਲ ਗਏ ਹੁਣ, ਇਹ ਕਹਿੰਦੇ ਆ ਵੀ ਆਪਣੀ ਜ਼ਿੰਦਗੀ ਸ਼ਾਨਦਾਰ ਬਣਾ ਲਓ, ਕਦੇ ਮਾਫ ਕਰ ਦਿਓ ਤੇ ਕਦੇ ਮਾਫ ਕਰਾ ਲਓ। ਇਹ ਮੂਲ ਧੁਰਾ ਹੈ ਪਤੀ ਪਤਨੀ ਦਾ। ਤੇ ਗਲਤੀ ਹੋ ਗਈ ਮਾਫੀ ਮੰਗ ਲਓ, ਤੇ ਜੇ ਅਗਲੇ ਤੋਂ ਗਲਤੀ ਹੋ ਗਈ ਤਾਂ ਉਹਨੂੰ ਕਹੇ ਮਾਫੀ ਮੰਗ, ਗੱਲ ਖਤਮ, ਗੱਲ ਖਤਮ, ਹੈ ਨਾ। ਉਹਨੂੰ ਵਧਾਉਣਾ ਕਿਉਂ। ਮੈਂ ਇੱਕ ਖੁਸ਼ਖਬਰੀ ਦਿੰਦੀ ਹਾਂ ਤੁਹਾਨੂੰ ਇਸ ਪੂਰੀ ਇੰਟਰਵਿਊ ਦੀ, ਕਿ ਜਿਹੜੀ ਔਰਤ ਪਤੀ ਨੂੰ ਰਸੋਈ 'ਚ ਕੰਮ ਕਰਨ ਲਾ ਦੇਵੇ ਉਹਦਾ ਪਤੀ ਆਗਿਆ ਕਰੇ। ਦੇਖੋ ਮੇਰਾ ਹਰ ਸੰਡੇ ਇੰਨਾ ਵਧੀਆ ਨਿਕਲਦਾ ਸੀ। ਇਹ ਗੱਲ ਮੇਰੇ ਪਾਪਾ ਜੀ, ਮੇਰੀ ਬੀਬੀ ਬਹੁਤ ਉਹਨਾਂ ਨੇ ਨੇੜੇ ਹੋ ਕੇ ਵੇਖਿਆ। ਉੱਧਰੋਂ ਜਦੋਂ ਸੰਦੀਪ ਆ ਗਿਆ ਤੇ ਇਹ ਦੋਨੇ ਆ ਗਏ, ਮੇਰੇ ਪਾਪਾ ਜੀ ਤੇ ਮੈਂ ਇੱਥੇ ਬੈਠੇ ਹਾਂ, ਇਹ ਅੰਦਰ ਕੜੀ ਬਣਾ ਰਹੇ ਆ ਦੋਨੇ, ਸੰਦੀਪ ਤੇ ਜਗਜੀਤ ਦੋਨੋਂ। ਤੇ ਉਹਨੇ ਕੜੀ ਬਣਾ ਕੇ ਜਦੋਂ ਕੌਲੀ 'ਚ ਪਾ ਕੇ ਲਿਆਏ, ਪਾਪਾ ਜੀ ਕੜੀ ਖਾ ਕੇ ਦੇਖੋ ਕਿਵੇਂ ਦੀ ਲੱਗਦੀ। ਪਾਪਾ ਜੀ ਕਹਿੰਦੇ ਬਹੁਤ ਸਵਾਦ ਹੈ। ਕਹਿੰਦੇ ਸਵਾਦ ਤਾਂ ਆਪੇ ਕਹਿੰਦਾ ਜ਼ੋਰ ਲੱਗ ਗਿਆ ਕੜੀ ਬਣਾਉਂਦੇ। ਇੱਕ ਇਹ ਵੀ ਖੂਬਸੂਰਤ ਚੀਜ਼ ਹੈ ਜਿਹੜੀ ਉਹ ਕੁਦਰਤ ਵੱਲੋਂ ਦਿੱਤੀ ਗਈ ਹੈ ਸਾਨੂੰ, ਵੀ ਸਾਡੇ ਤੁਸੀਂ ਜੱਜ ਨਹੀਂ ਕਰ ਸਕਦੇ ਵੀ ਕੌਣ ਕਿਹਦਾ ਸਹੁਰਾ ਤੇ ਕੌਣ ਕਿਹਦਾ ਪਿਓ ਹੈ। ਜੇ ਮੇਰੇ ਫਾਦਰ ਸਾਹਿਬ ਬੈਠੇ ਹੋਣ ਇੱਥੇ, ਇਹਨਾਂ ਨਾਲ ਗੱਲਾਂ ਕਰ ਰਹੇ ਹੋਣ ਜਦੋਂ ਸੀਗੇ ਉਹ, ਤੁਸੀਂ ਜੱਜ ਨਹੀਂ ਕਰ ਸਕਦੇ ਵੀ ਇਹ ਕੁੜੀ ਦਾ ਪਿਓ ਹੈ ਕਿ ਸਹੁਰਾ ਹੈ। ਸਾਡੇ ਜਵਾਈ ਬੈਠੇ ਆ, ਤੁਸੀਂ ਜੱਜ ਨਹੀਂ ਕਰ ਸਕਦੇ ਵੀ ਇਹਨਾਂ ਦੇ ਬੇਟੇ ਆ ਕਿ ਇਹਨਾਂ ਦੇ ਜਵਾਈ ਹੈ। ਇਹਨਾਂ ਦੇ ਫਾਦਰ ਸਾਹਿਬ ਬੈਠੇ ਆ, ਕੋਈ ਬੰਦਾ ਬਾਹਰੋਂ ਆ ਕੇ ਜੱਜ ਨਹੀਂ ਕਰ ਸਕਦਾ ਸੀ ਕਿ ਇਹ ਇਹਨਾਂ ਦਾ ਜਵਾਈ ਹੈ ਕਿ ਇਹਨਾਂ ਦਾ ਬੇਟਾ ਹੈ। ਆਪਸ 'ਚ ਉਹੀ ਹਾਸੇ ਠੱਠੇ ਵਾਲੀਆਂ ਗੱਲਾਂ, ਇੱਕ ਦੂਜੇ ਨੂੰ ਚੁਟਕਲੇ ਸੁਣਾਉਣੇ, ਗੱਲਾਂ ਸੁਣਾਉਣੀਆਂ, ਕਹਾਣੀਆਂ ਸੁਣਾਉਣੀਆਂ, ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰੀ ਜਾਣੀਆਂ, ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰਨੀਆਂ। ਦੂਜਾ ਬੰਦਾ ਬੈਠਾ ਸੋਚੀ ਜਾਂਦਾ ਵੀ ਇਹਨਾਂ ਦਾ ਰਿਸ਼ਤਾ ਕੀ ਹੈ ਯਾਰ। ਮਤਲਬ ਤੁਸੀਂ ਕਦੀ ਪਰਿਵਾਰ 'ਚ ਆਪਸ 'ਚ ਕੋਈ ਕੰਧ ਹੀ ਹੈ ਨਹੀਂ ਇਹਨਾਂ ਦੇ ਵੀ ਅਸੀਂ ਲੁੱਡੋ ਖੇਡਦੇ, ਪਾਪਾ ਜੀ ਨੂੰ ਰਲਾ ਲਿਆ, ਅਸੀਂ ਪਾਪੇ ਚਲੋ ਲੁੱਡੋ ਖੇਡ ਗਏ। ਹੁਣ ਅਸੀਂ ਫੋਨ ਤੇ ਆਪਣੇ ਬੱਚਿਆਂ ਨਾਲ ਖੇਡਣੀ ਹੈ। ਤੇ ਉਹ ਫਿਰ ਸੰਦੀਪ ਅਮਨਦੀਪ ਉਹ ਆ ਜਾ, ਮੰਮੀ ਮੇਰਾ ਫੋਨ ਚਾਰਜ ਹੋਣ ਵਾਲਾ ਰਹਿ ਗਿਆ, 2 ਮਿੰਟ ਰੁਕੋ, ਇੱਧਰੋਂ ਮੈਂ ਅਸੀਂ ਆਪਦੇ ਇਹ ਕਹਿੰਦੇ ਛੱਡਦੇ ਰੋਟੀ, ਹੁਣ ਆ ਜਾ ਵਾਰੀ, ਤੇ ਆਪਾਂ ਰੋਟੀ ਬੰਦ, ਗੈਸ ਬੰਦ ਕਰ ਦਿੰਦੇ, ਚਲੋ ਪਹਿਲਾਂ ਬਾਜੀ ਤਾਂ ਲਾਓ। ਮਤਲਬ ਉਹ ਬੱਚੇ ਨੂੰ ਇੰਟਰਸਟ, ਜਿਹਨੂੰ ਚੰਗਾ ਲੱਗਦਾ ਵੀ ਮੰਮੀ ਮੈਂ ਵਿਹਲਾ ਤਾਂ ਆਪਾਂ ਲੁੱਡੋ ਲਾਈਏ, ਤੇ ਚਲੋ ਆ ਜਾਓ ਬੇਟਾ, ਹੈ ਨਾ। ਤੇ ਇਹ ਗੱਲਾਂ ਚੰਗੀਆਂ ਲੱਗਦੀਆਂ ਜੇ ਆਪਾਂ ਬੱਚਿਆਂ ਨਾਲ ਬੱਚਿਆਂ ਵਰਗੇ, ਵੱਡਿਆਂ ਨਾਲ ਵੱਡੇ ਵਰਗੇ ਹੋ ਕੇ। ਤੇ ਬਸ ਨਹੀਂ, ਇੱਦਾਂ ਹੀ ਤੁਸੀਂ ਹੱਸਦੇ ਰਹੋ, ਹੈ ਨਾ। ਵਾਰ-ਵਾਰ ਤੁਹਾਨੂੰ ਮਿਲਣ ਦਾ ਮੌਕਾ ਮਿਲਦਾ ਰਹੇ। ਤੇ ਅੱਜ ਦੇ ਇੰਨੇ ਸਮੇਂ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ ਲੋਕ ਨੇ ਜਿਹੜੇ ਤੁਹਾਡੇ ਤੋਂ ਸਿੱਖਣਗੇ ਬਹੁਤ ਕੁਝ। ਜੀ ਤੁਹਾਡਾ ਵੀ ਸ਼ੁਕਰੀਆ ਰਵਿੰਦਰ, ਤੁਹਾਡੀ ਸਾਰੀ ਟੀਮ ਦਾ, ਔਰ ਖਾਸ ਤੌਰ ਤੇ ਦਰਸ਼ਕ ਜਿਨ੍ਹਾਂ ਨੇ ਸਾਨੂੰ ਚੱਲਣਾ ਹੈ 1.5-2 ਘੰਟੇ, ਉਹਨਾਂ ਦਾ ਸਭ ਤੋਂ ਵੱਧ ਸ਼ੁਕਰੀਆ ਜੀ। ਬਹੁਤ-ਬਹੁਤ ਮਿਹਰਬਾਨੀ। ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਤੁਹਾਨੂੰ ਦੱਸੀਆਂ ਨੇ, ਮੈਂ ਵੀ ਸੁਣੀਆਂ ਨੇ, ਹੈ ਨਾ। ਪਰ ਕਈ ਵਾਰੀ ਇਹ ਹੁੰਦਾ ਕਿ ਇੰਨਾ ਕੁਛ ਤੁਸੀਂ ਸਿੱਖ ਲੈਂਦੇ ਹੋ ਕਿ ਤੁਹਾਨੂੰ ਅਖੀਰ 'ਤੇ ਪਤਾ ਨਹੀਂ ਲੱਗਦਾ ਹੁੰਦਾ ਕਿ ਪ੍ਰੋਗਰਾਮ ਦੀ ਸਮਾਪਤੀ ਲਈ ਤੁਹਾਡੇ ਕੋਲ ਕਿਹੜੇ ਸ਼ਬਦ ਨੇ ਜਿਹੜੇ ਹੋਣੇ ਚਾਹੀਦੇ ਨੇ। ਪਰ ਇੱਕ ਚੀਜ਼ ਮੈਂ ਸਿੱਖੀ ਹੈ ਕਿ ਜਦੋਂ ਤੁਹਾਡੇ ਕੋਲ ਇੱਕ ਤੰਦਰੁਸਤ ਜ਼ਿੰਦਗੀ ਆ, ਤੁਹਾਡੇ ਕੋਲ ਉਨੀ ਕੁ ਦੌਲਤ ਹੈ ਜਿਹਦੇ ਲਈ ਤੁਸੀਂ ਆਪਣੀਆਂ ਜ਼ਰੂਰਤਾਂ ਨੇ ਜਿਹੜੀਆਂ ਪੂਰੀਆਂ ਕਰ ਸਕੋ, ਫਿਰ ਵੀ ਤੁਹਾਡਾ ਪਰਿਵਾਰ ਖੁਸ਼ ਨਹੀਂ ਹੈ, ਤਾਂ ਉਹਦੇ ਵਿੱਚ ਤੁਸੀਂ ਜ਼ਰੂਰ ਐਨਾਲਾਈਜ਼ ਕਰੋ ਕਿ ਕਿਤੇ ਨਾ ਕਿਤੇ ਖੁਦ ਦੀਆਂ ਨਲਾਇਕੀਆਂ ਨੇ ਜਿਹੜੀਆਂ ਉਸ ਖੁਸ਼ੀ ਨੂੰ ਤੁਹਾਡੇ ਪਰਿਵਾਰ ਤੋਂ ਦੂਰ ਰੱਖ ਰਹੀਆਂ ਨੇ।
ਉਹਨਾਂ ਨੇ ਕਿਹਾ ਕਿ ਦੁਨੀਆ ਸਾਡੇ ਲਈ ਅਹਿਮੀਅਤ ਨਹੀਂ ਰੱਖਦੀ, ਸਾਡੇ ਲਈ ਸਾਡਾ ਪਰਿਵਾਰ, ਸਾਡੇ ਬੱਚੇ ਤੇ ਸਭ ਤੋਂ ਵੱਧ ਦੋਵਾਂ ਜੀਆਂ ਦਾ ਇੱਕ ਦੂਜੇ ਲਈ ਖਾਸ ਹੋਣਾ ਅਹਿਮੀਅਤ ਰੱਖਦਾ, ਇੱਕ ਦੂਜੇ ਨੂੰ ਸਕੂਨ ਦੇਣਾ ਅਹਿਮੀਅਤ ਰੱਖਦਾ। ਇਹ ਹਰ ਵਿਆਹੁਤਾ ਜੋੜੇ ਦੀ ਜ਼ਿੰਦਗੀ 'ਚ ਹੋਣਾ ਚਾਹੀਦਾ। ਬਾਕੀ ਦੇ ਰਿਸ਼ਤੇ ਨੇ ਜਿਹੜੇ, ਤੁਸੀਂ ਉਹਨਾਂ ਨੂੰ ਵੀ ਪੂਰੀ ਇਮਾਨਦਾਰੀ ਨਾਲ ਨਿਭਾਓ, ਪਰ ਜੋ ਸਭ ਤੋਂ ਜ਼ਿਆਦਾ ਕਰੀਬੀ ਰਿਸ਼ਤਾ ਹੁੰਦਾ ਇੱਕ ਪਤੀ ਦਾ ਇੱਕ ਪਤਨੀ ਲਈ, ਤੇ ਇੱਕ ਪਤਨੀ ਲਈ ਉਹਦੇ ਪਤੀ ਦਾ ਹੋਣਾ, ਉਹ ਸਭ ਤੋਂ ਖਾਸ ਹੋਣਾ ਚਾਹੀਦਾ। ਇੱਕ ਦੂਜੇ ਨਾਲ ਖੁਸ਼ੀ ਨਾਲ ਆਪਣੀਆਂ ਸਮੱਸਿਆਵਾਂ ਵੀ ਤੇ ਖੁਸ਼ੀ ਆ ਜਿਹੜੀ ਉਹ ਤੁਹਾਨੂੰ ਸਾਂਝੇ ਕਰਦੇ ਰਹਿਣਾ ਚਾਹੀਦਾ। ਜ਼ਿੰਦਗੀ 'ਚ ਆਪਾਂ ਹਮੇਸ਼ਾ ਕਹਿੰਦੇ ਹਾਂ ਕਿ ਅਸੀਂ ਦੋ ਪਹੀਆਂ ਤਰ੍ਹਾਂ ਚੱਲਣਾ ਹੁੰਦਾ, ਬਰਾਬਰ ਦਾ ਬੋਝ ਲੈ ਕੇ, ਪਰ ਨਾਲ ਦੀ ਨਾਲ ਅਸੀਂ ਬਿਲਕੁਲ ਬਰਾਬਰੀ ਨਾਲ ਚੱਲਣਾ ਹੁੰਦਾ, ਇੱਕ ਦੂਜੇ ਨੂੰ ਓਨਾ ਹੀ ਸਕੂਨ ਦੇਣਾ ਹੁੰਦਾ ਜਿੰਨਾ ਅਸੀਂ ਉਹਦੇ ਤੋਂ ਚਾਹੁੰਦੇ ਹਾਂ। ਇਸ ਤਰ੍ਹਾਂ ਹੀ ਸਾਡੀ ਜ਼ਿੰਦਗੀ ਜਿਹੜੀ ਖੁਸ਼ਹਾਲ ਹੋ ਸਕਦੀ ਆ। ਇਸ ਤੋਂ ਇਲਾਵਾ ਇਹਨਾਂ ਦੇ ਟਰੈਵਲ ਕਰਨ ਦੇ ਉੱਪਰ ਆਪਾਂ ਇੱਕ ਖਾਸ ਇੰਟਰਵਿਊ ਕੁਝ ਕੁ ਦਿਨਾਂ ਤੱਕ ਤੁਹਾਡੇ ਤੱਕ ਲੈ ਕੇ ਆਵਾਂਗੇ, ਜਿਹਦੇ 'ਚ ਉਹ ਦੱਸਣਗੇ ਕਿ ਉਹ ਕਿੱਦਾਂ ਟਰੈਵਲ ਕਰਦੇ ਨੇ ਇੰਨੀ ਦੂਰ ਮੋਟਰਸਾਈਕਲ 'ਤੇ, ਉਹ ਆਪਣੇ ਪਾਰਟਨਰ ਨਾਲ ਜਾਂਦੇ ਨੇ, ਕੀ ਸਮੱਸਿਆਵਾਂ ਆਉਂਦੀਆਂ ਨੇ, ਕੀ ਜ਼ਰੂਰੀ ਚੀਜ਼ਾਂ ਤੁਹਾਨੂੰ ਚਾਹੀਦੀਆਂ ਹੁੰਦੀਆਂ ਨੇ। ਤੁਸੀਂ ਜਗਜੀਤ ਸਿੰਘ ਮਾਨ ਹੋਣਾ ਨੂੰ ਫੇਸਬੁੱਕ 'ਤੇ ਵੀ ਫੋਲੋ ਕਰ ਸਕਦੇ ਹੋ, ਜਿੱਥੇ ਉਹ ਆਪਣੇ ਇਸ ਸ਼ੌਂਕ ਬਾਰੇ ਬਹੁਤ ਸਾਰੀਆਂ ਵੀਡੀਓਜ਼ ਨੇ ਜਿਹੜੀਆਂ ਅਪਲੋਡ ਕਰਦੇ ਨੇ। ਇਸ ਤੋਂ ਇਲਾਵਾ YouTube 'ਤੇ ਜਿਵੇਂ ਉਹਨਾਂ ਨੇ ਕਿਹਾ ਨਾਨਾ ਨਾਨੀ ਟਰੈਵਲਰ ਦੇ ਨਾਂ 'ਤੇ ਉਹਨਾਂ ਨੇ ਬਲੌਗ ਬਣਾਏ ਹੋਏ ਨੇ, ਉਹ ਜਾ ਕੇ ਤੁਸੀਂ ਦੇਖ ਸਕਦੇ ਹੋ, ਤਾਂ ਜੋ ਤੁਹਾਨੂੰ ਵੀ ਇਸ ਉਮਰ 'ਚ ਉਹ એનર્ਜੀ ਮਹਿਸੂਸ ਹੋਵੇ ਜਿਹੜੀ ਸਾਨੂੰ ਇਹਨਾਂ ਨੂੰ ਮਿਲ ਕੇ ਮਹਿਸੂਸ ਹੋਈ ਹੈ। ਅਗਲੀ ਵਾਰ ਫਿਰ ਤੋਂ ਇੱਕ ਜੋੜੇ ਨੂੰ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।